ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸਿੱਖ ਚੈਨਲ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸਰਦੂਲ ਸਿੰਘ ਮਾਲਵਾ ਵੱਲੋਂ ਆਪ ਜੀ ਨੂੰ ਜੀ ਆਇਆਂ। ਜਦੋਂ ਕਰੋਨਾ ਵਾਇਰਸ ਦੀ ਗੱਲ ਅਸੀਂ ਕਰਦੇ ਹਾਂ, ਹੁਣ ਥੋੜੀ ਜਿਹੀ ਠੱਲ ਪੈ ਗਈ ਹੈ। ਦਵਾਈ ਤਾਂ ਨਹੀਂ ਹਲੇ ਬਣੀ, ਪਰ ਇਸ ਨੂੰ ਥੋੜਾ ਬਹੁਤਾ ਹੁਣ ਕੰਟਰੋਲ ਹੋ ਰਿਹਾ ਤੇ ਰੇਟ ਆਫ ਡੈਥਸ, ਜਿਹੜੀਆਂ ਮੌਤਾਂ ਦੀ ਗਿਣਤੀ ਹੈਗੀ ਆ, ਉਹ ਵੀ ਘਟ ਗਈ ਹੈਗੀ। ਤੇ ਹੁਣ ਜਿਹੜੀਆਂ ਚੀਜ਼ਾਂ ਦੁਕਾਨਾਂ ਤੇ ਹੋਰ ਸਟੋਰ ਖੋਲ ਰਹੇ ਨੇ, ਉਹਨਾਂ ਦੇ ਨਾਲ ਜਿਹੜੀ ਅਹਿਮੀਅਤ ਗੱਲ ਸਾਡੇ ਵਾਸਤੇ ਹੈ, ਉਹ ਹੈਗੀ ਸਾਡੇ ਗੁਰਦੁਆਰੇ। ਉਹਨਾਂ ਨੂੰ ਖੋਲ੍ਹਿਆ ਜਾਵੇ। ਸੋ ਉਹਨਾਂ ਦੇ ਖੋਲ੍ਹਣ ਦੇ ਲਈ ਕੀ ਦਿੱਕਤਾਂ, ਕੀ ਇਸ਼ੂਜ਼ ਆ ਰਹੇ ਹਨ, ਤੇ ਜਿਹਦੇ ਨਾਲ ਜਿੰਨੇ ਵੀ ਪਲੇਸਿਸ ਆਫ ਵਰਸ਼ਿਪ ਖੋਲ੍ਹਣ ਦੀ ਗੱਲ ਹੋ ਰਹੀ ਹੈ, ਉਹਦੇ ਵਿੱਚ ਕਿਉਂਕਿ ਸਾਡਾ ਇੱਕ ਵਿਲੱਖਣਤਾ ਹੈਗੀ ਹੈ, ਸਾਡਾ ਚਰਚ ਨਹੀਂ ਹੈ ਇਹ, ਜਾਂ ਕੋਈ ਮੌਸਕ ਨਹੀਂ ਹੈਗੀ, ਇਸ ਕਰਕੇ ਅਸੀਂ ਕੀਰਤਨ ਕਰਨਾ ਹੁੰਦਾ, ਅਸੀਂ ਅੰਦਰ ਜਾ ਕੇ ਮੱਥਾ ਟੇਕ ਕੇ ਬੈਠਣਾ, ਸੁਣਨਾ ਹੁੰਦਾ। ਤਾਂ ਸਾਡੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਬਾਕੀਆਂ ਨਾਲ ਵੱਖਰੀਆਂ ਹੈਗੀਆਂ। ਲੰਗਰ ਬਣਾਉਣਾ ਹੁੰਦਾ ਤੇ ਬਾਕੀ ਕੁਕਿੰਗ ਜਿਹੜੀ ਉੱਥੇ ਹੁੰਦੀ ਹੈਗੀ ਆ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੈਗੀਆਂ ਜਿਹੜੀਆਂ ਗੌਰਮੈਂਟ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਹੈਗੀਆਂ। ਪਰ ਇਸ ਚੀਜ਼ ਨੂੰ ਸਾਰੀ ਨੂੰ ਦੇਖਣ ਦੇ ਵਾਸਤੇ ਡਾਕਟਰਸ ਦੇ ਨਾਲ ਅਸੀਂ ਗੱਲਬਾਤ ਕਰੀਏ, ਕਿਉਂਕਿ ਹਾਈਜੀਨਿਕ ਪੁਆਇੰਟ ਆਫ ਵਿਊ ਤੇ ਉਹਦੇ ਤੇ ਜਿਹੜੀ ਸਾਡੀ ਆਪਸ ਵਿੱਚ ਦੂਰੀ ਹੈ, ਤੇ ਹੋਰ ਜਿਹੜੀਆਂ ਵੀ ਜਿੰਨੇ ਵੀ ਇਹ ਕੁਐਸਚਨ ਜਾਂ ਸਵਾਲ ਸਾਡੇ ਹੈਗੇ ਨੇ, ਡਾਕਟਰਸ ਇਹਨਾਂ ਨੂੰ ਸਾਨੂੰ ਐਡਵਾਈਸ ਕਰ ਸਕਦੇ ਨੇ। ਅੱਜ ਫਿਰ ਮੈਂ 3 ਡਾਕਟਰ ਜਿਹੜੇ ਪਹਿਲਾਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ। ਡਾਕਟਰ ਰਜਿੰਦਰਪਾਲ ਸਿੰਘ ਜੀ, ਟ੍ਰਾਂਸਪਲਾਂਟ ਸਰਜਨ, ਡਿਪਟੀ ਲੀਡ ਇਨਫੈਕਸ਼ਨ ਪ੍ਰੀਵੈਂਸ਼ਨ ਐਂਡ ਕੰਟਰੋਲ, ਮੈਨਚੈਸਟਰ ਯੂਨੀਵਰਸਿਟੀ ਹਸਪੀਟਲ, NH ਫਾਊਂਡੇਸ਼ਨ ਟਰਸਟ। ਤੇ ਡਾਕਟਰ ਤਲਵਿੰਦਰ ਸਿੰਘ ਜੀ, ਗਿੱਲ, ਕੋਲੈਕਟਰਲ, ਮੈਨੂੰ ਫਿਰ ਕਹਿਣਾ ਨਹੀਂ ਆਉਣਾ ਪੂਰਾ, ਸਰਜਨ, ਨਾਰਥ ਟੀਜ਼ ਐਂਡ ਹਾਰਟੀਫੋਲ, NH ਫਾਊਂਡੇਸ਼ਨ ਟਰਸਟ। ਤੇ ਡਾਕਟਰ ਸਰਪ੍ਰੀਤ ਸਿੰਘ ਜੀ ਆਲੂਵਾਲੀਆ, ਆਰਥੋਪੀਡਿਕ ਸਰਜਨ, ਮੈਨਚੈਸਟਰ ਯੂਨੀਵਰਸਿਟੀ ਹਸਪੀਟਲ, NHS ਫਾਊਂਡੇਸ਼ਨ ਟਰਸਟ। ਡਾਕਟਰ ਸਾਹਿਬ ਤਿੰਨੇ ਬਹੁਤ ਬਹੁਤ ਧੰਨਵਾਦ। ਆਓ ਰਲ ਕੇ ਪਹਿਲਾਂ ਤੁਹਾਨੂੰ ਜੀ ਆਇਆਂ ਕਹੀਏ ਤੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਇਹ ਇਨਫੋਰਮੇਸ਼ਨ ਜਿਹੜੀ ਤੁਸੀਂ ਇਕੱਠੀ ਕਰਕੇ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਹੋ ਅੱਜ, ਕਰਕੇ ਗੁਰਦੁਆਰੇ ਜਿਹੜੇ ਉਹਨਾਂ ਨੂੰ ਖੋਲ੍ਹਣ ਦੇ ਲਈ ਕੀ ਕੀ ਸਾਨੂੰ ਕਰਨਾ ਚਾਹੀਦਾ, ਉਹ ਗੱਲ ਹੈਗੀ ਹੈ। ਕਿਉਂਕਿ ਕਾਫੀ ਇਨਫੋਰਮੇਸ਼ਨ ਤੁਸੀਂ ਦੇ ਕੇ ਆਏ ਤੇ ਸਾਡਾ ਸ਼ੋਅ ਜਿਹੜਾ ਪਰ ਪੈਕਟ ਹੋਣਾ ਹੈਗਾ, ਤੇ ਕਾਫੀ ਸਾਨੂੰ ਮੇਰੇ ਖਿਆਲ ਤੇਜ਼ੀ ਦੇ ਨਾਲ ਥੋੜ੍ਹਾ ਜਿਹਾ ਅੱਜ ਕੰਮ ਕਰਨਾ ਪਵੇਗਾ। ਤਾਂ ਮੈਂ ਪਹਿਲਾਂ ਡਾਕਟਰ ਰਜਿੰਦਰਪਾਲ ਜੀ ਤੁਹਾਡੇ ਕੋਲ ਆਵਾਂ, ਤੇ ਤੁਸੀਂ ਜੋ ਸਲਾਈਡਾਂ ਤਿਆਰ ਕੀਤੀਆਂ ਹੈਗੀਆਂ ਸੰਗਤਾਂ ਨੂੰ ਦਿਖਾਉਣ ਦੇ ਲਈ, ਉਹ ਸਲਾਈਡਾਂ ਤੁਸੀਂ ਜਿੱਥੇ ਤੱਕ ਪਹਿਲਾਂ ਲੈ ਕੇ ਜਾਣਾ ਹੈਗਾ 2 ਤੋਂ 18 ਤੱਕ, ਉਹਨਾਂ ਦੇ ਉੱਤੇ ਤੁਸੀਂ ਜੋ ਵੀ ਉਹਨਾਂ ਦੀ ਇਨਫੋਰਮੇਸ਼ਨ ਹੈ ਉਹ ਸੰਗਤਾਂ ਦੇ ਨਾਲ ਸਾਂਝੀ ਕਰੋ। ਡਾਕਟਰ ਰਜਿੰਦਰਪਾਲ ਜੀ। ਸਰਜੂਲ ਸਿੰਘ ਜੀ, ਤੁਹਾਨੂੰ ਤੇ ਸੰਗਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਾਡਾ ਪਰਪਸ ਇਹ ਹੈਗਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਮੈਸੇਜ ਹੈਗਾ ਕੰਸਿਸਟੈਂਟਲੀ ਤੇ ਪ੍ਰੋਪਰਲੀ ਅਸੀਂ ਦਈਏ, ਆਪਣੇ ਵੱਲੋਂ ਸੇਵਾ ਕਰੀਏ। ਗੁਰਦੁਆਰੇ ਦੀ ਰੀਓਪਨਿੰਗ ਲਈ ਅਸੀਂ ਉਮੀਦ ਕਰਦੇ ਹਾਂ ਕਿ ਇਹ ਹੈਲਪ ਹੋਵੇਗੀ, ਤੇ ਅਸੀਂ ਇਹਦੇ ਵਾਸਤੇ ਹਰ ਵੇਲੇ ਮੌਜੂਦ ਵੀ ਹੈਗੇ ਹਾਂ। ਜੇ ਤੁਹਾਨੂੰ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੈਗੀ ਹੈ ਤੇ ਅਸੀਂ ਮੌਜੂਦ ਹੈਗੇ ਹਾਂ। ਮੈਂ ਸਟਾਰਟ ਕਰਦਾ ਹੈਗਾ ਜੀ ਸਲਾਈਡਾਂ ਤੋਂ। ਕੈਨ ਵੀ ਹੈਵ ਦ ਸਲਾਈਡ ਔਨ ਪਲੀਜ਼? ਥੈਂਕ ਯੂ ਜੀ। ਸੋ ਜਿਹੜੀ ਕੋਵਿਡ ਦਾ ਇੰਪੈਕਟ ਹੈਗਾ ਉਹ ਤਲਵਿੰਦਰ ਜੀ ਤੁਹਾਨੂੰ ਡਿਟੇਲ 'ਚ ਦੱਸਣਗੇ ਟੂਵਰਡਸ ਦ ਫਾਈਨਲ ਸਲਾਈਡਸ, ਉੱਤੇ ਵਿੱਚ ਇਨਫੋਰਮੇਸ਼ਨ ਹੈਗੀ ਹੈ। ਮੈਂ ਕੁਝ ਹੋਰ ਗੱਲਾਂ ਤੋਂ ਸ਼ੁਰੂ ਕਰਨ ਲੱਗਾ ਜੀ। ਅਸੀਂ ਕਹਿੰਦੇ ਹਾਂ ਆਰ ਨੰਬਰ ਕੀ ਹੁੰਦਾ ਕੋਰੋਨਾ ਵਾਇਰਸ ਦਾ। ਜਿਹੜੀ ਮਹਾਮਾਰੀ ਨੇ ਸਾਰੀ ਦੁਨੀਆ ਨੂੰ ਇੱਕ ਕਿਸਮ ਦਾ ਬਹੁਤ ਹੀ ਸਿਗਨੀਫਿਕੈਂਟ ਇਫੈਕਟ ਕੀਤਾ ਹੈ, ਬਹੁਤ ਜਾਨਾਂ ਜਾ ਰਹੀਆਂ ਨੇ। ਆਰ ਨੰਬਰ ਹੁੰਦਾ ਜੇ ਕਿਸੇ ਇੱਕ ਬੰਦੇ ਨੂੰ ਅਗਰ ਇਨਫੈਕਸ਼ਨ ਹੈਗੀ ਹੈ, ਤਾਂ ਇੱਕ ਤੋਂ ਅਗਰ ਜ਼ਿਆਦਾ ਬੰਦੇ ਨੂੰ ਸਪਰੈਡ ਕਰੇਗਾ ਤੇ ਉਹ ਨੰਬਰ ਆਰ ਇੱਕ ਤੋਂ ਜ਼ਿਆਦਾ ਹੋਏਗਾ। ਇਸ ਕਰਕੇ ਏਮ ਹੈਗਾ ਕਿ ਨੰਬਰ ਸ਼ੁੱਡ ਬੀ ਲੈਸ ਦੈਨ 1, ਜਿਹਦਾ ਮਤਲਬ ਬਿਮਾਰੀ ਘਟਦੀ ਜਾ ਰਹੀ ਹੈ ਤੇ ਇੱਕ ਦਿਨ ਇਹਨੂੰ ਖਤਮ ਕਰ ਦਿਆਂਗੇ। ਦੂਸਰੀ ਗੱਲ ਹੁੰਦੀ ਫਲੈਟਨਿੰਗ ਆਫ ਦੀ ਕਰਵ, ਜਿਹੜਾ ਕਹਿੰਦੇ ਨੇ ਕਿ ਸਾਰੇ ਬਿਮਾਰੀਆਂ ਇੱਕੋ ਵਾਰੀ ਸਾਰੇ ਨੂੰ ਨਾ ਹੋ ਜਾਣ, ਜਿਹਦੇ ਨਾਲ NHS ਓਵਰਵੈਲਮ ਹੋ ਜਾਏਗਾ, ਫੈਸਿਲਿਟੀਆਂ ਸਾਰੇ ਨੂੰ ਨਹੀਂ ਮਿਲ ਸਕਦੀਆਂ, ਤੇ ਜਿਹਨੇ ਬਚਣਾ ਹੋਏਗਾ ਲੈਕ ਆਫ ਫੈਸਿਲਿਟੀ ਕਰਕੇ ਅਗਲੇ ਦੀ ਡੈਥ ਹੋ ਸਕਦੀ ਹੈ। ਇਸ ਕਰਕੇ ਜੇ ਅਸੀਂ ਫਲੈਟ ਕਰ ਦਿੰਦੇ ਹਾਂ ਕਰਵ ਨੂੰ, ਬਿਮਾਰੀਆਂ ਸਪਰੈਡ ਹੋ ਜਾਂਦੀਆਂ ਨੇ, ਤੇ ਹੋ ਸਕਦਾ ਹੈ ਕਿ ਇਲਾਜ ਉਹਦੇ 'ਚ ਰਾਜ ਹੋਵੇ। ਤੇ ਦੂਸਰੀ ਗੱਲ ਇਹ ਵੀ ਹੈਗੀ ਹੈ ਕਿ ਅਸੀਂ ਜ਼ਿਆਦਾ ਪ੍ਰੋਪਰਲੀ ਐਟ ਅ ਟਾਈਮ ਸਾਰਿਆਂ ਦੀ ਸੇਵਾ ਕਰ ਸਕੀਏ। ਤੀਸਰੀ ਗੱਲ ਹੈ ਕਿ ਸੈਕਿੰਡ ਪੀਕ ਦੀ ਗੱਲ ਚੱਲਦੀ ਹੈ।
ਅਸੀਂ ਇਹ ਹੁਣ ਕੋਸ਼ਿਸ਼ ਕਰਨ 'ਚ ਲੱਗੇ ਹਾਂ ਕਿ ਲੋਕਡਾਊਨ ਖੁੱਲ੍ਹੇ ਨੇ ਅਤੇ ਹੁਣ ਸੈਕਿੰਡ ਪੀਕ ਨਾ ਆ ਜਾਵੇ, ਕਿਉਂਕਿ ਰਿਪੋਰਟਾਂ ਕਹਿੰਦੀਆਂ ਨੇ ਸੈਕਿੰਡ ਪੀਕ ਅਗਰ ਆ ਗਈ ਤਾਂ 70-80 ਹਜ਼ਾਰ ਲੋਕਾਂ ਦੀ ਡੈਥ ਵੀ ਹੋ ਸਕਦੀ ਹੈ। 45-40 ਹਜ਼ਾਰ ਦੀ ਆਲਰੇਡੀ ਹੋ ਚੁੱਕੀ ਹੈ ਅਤੇ ਨੰਬਰ ਕੈਨ ਸਿਗਨੀਫਿਕੈਂਟਲੀ ਇਨਕਰੀਜ਼। ਸੋ ਸਾਨੂੰ ਇਸ ਚੀਜ਼ ਦਾ ਹੁਣ ਖਿਆਲ ਰੱਖਣਾ ਹੈਗਾ, ਅਤੇ ਜੇ ਇਹ ਸੈਕਿੰਡ ਪੀਕ ਆ ਗਈ ਤਾਂ ਐਨਾਟਮੀ ਜਿਹੜੀ ਸਾਡੀ ਇਕਨੋਮੀ ਖਰਾਬ ਹੋ ਜਾਏਗੀ, ਸਾਡੇ ਜਿਹੜੇ ਰਿਸੋਰਸਿਸ ਨੇ ਉਹ ਮੌਪ ਅਪ ਹੋ ਜਾਣਗੇ, GDP 35% ਤੋਂ ਜਿਹੜੀ ਹੈਗੀ ਹੈ ਉਹ ਘਟੇਗੀ, ਅਤੇ ਜਿੰਨੇ ਚਿਰ ਲੰਬਾ ਇਹ ਵਾਇਰਸ ਕਮਿਊਨਿਟੀ 'ਚ ਰਹੇਗਾ ਉਹ ਸਾਰਿਆਂ ਵਾਸਤੇ ਪਰਸਨਲ ਤੌਰ 'ਤੇ ਅਤੇ ਇਕਨੋਮੀ ਜਿਹੜੀ ਆ ਉਹ ਸਫਰ ਤੇ ਕਰੇਗੀ, ਪੂਰੀ ਨੇਸ਼ਨ ਦੀ ਇਕਨੋਮੀ ਵੀ ਸਫਰ ਕਰੇਗੀ। ਨੈਕਸਟ ਸਲਾਈਡ ਪਲੀਜ਼। ਨੈਕਸਟ ਸਲਾਈਡ ਪਲੀਜ਼ ਜੀ। ਹਾਂਜੀ ਮੇਜਰ ਰਿਸਕ ਬੋਲੋ। ਫੈਕਟਰ ਕੀ ਨੇ ਕੋਰੋਨਾ ਵਾਇਰਸ ਦੇ? ਕੋਰੋਨਾ ਵਾਇਰਸ ਦੇ ਸਾਰੀਆਂ ਸਟੱਡੀਆਂ ਨੇ ਇਹ ਕਿਹਾ ਹੈਗਾ ਹੈ ਕਿ ਕਲੋਜ਼ਡ ਇੰਡੋਰ ਸਪੇਸਿਸ ਜਿਹਦੇ ਵਿੱਚ ਵੈਂਟੀਲੇਸ਼ਨ ਨਹੀਂ ਹੈਗੀ, ਇਹ ਨੰਬਰ 1 ਹੈ। ਕਲੋਜ਼ਡ ਐਂਡ ਪ੍ਰੋਲੋਂਗ ਕੰਟੈਕਟ, ਜੇ ਬਹੁਤ ਸਾਰੇ ਬੰਦੇ ਬਹੁਤ ਸਮੇਂ ਲਈ ਇੱਕ ਦੂਜੇ ਦੇ ਨੇੜੇ ਆ ਕੇ ਗੱਲਾਂ ਬਾਤਾਂ ਕਰਨ, ਗਰੁੱਪ ਦੇ ਵਿੱਚ ਕਲਸਟਰ ਦੇ ਵਿੱਚ ਜ਼ਿਆਦਾ ਚਿਰ ਰਹਿਣ, ਇਹ ਹੈ। ਤੇ ਨਾਲੇ ਜਿਨ੍ਹਾਂ ਨੂੰ ਇਨਫੈਕਸ਼ਨ ਨਹੀਂ ਪਤਾ ਚੱਲ ਰਹੀ ਹੈ, ਕੋਈ ਸਿੰਪਟਮ ਨਹੀਂ ਕਿਸੇ ਨੂੰ ਹੈਗੇ, ਜਿਹਨੂੰ ਅਸੀਂ ਏਸਿਮਟੋਮੈਟਿਕ ਕੇਸ ਕਹਿੰਦੇ ਹਾਂ, ਸਭ ਤੋਂ ਜ਼ਿਆਦਾ ਖਤਰਾ ਇਹਨਾਂ ਤੋਂ ਹੈ। ਉਹ ਜਿਹੜੇ ਇਨਫੈਕਟਡ ਨੇ ਉਹ ਤੇ ਉਹਨਾਂ ਨੂੰ ਪਤਾ ਹੀ ਆ ਪਾਸੇ ਰਹਿਣਗੇ, ਪਰ ਜਿਹੜਾ ਬੰਦਾ ਸੋਚਦਾ ਮੈਂ ਠੀਕ ਹਾਂ ਉਹ ਸਪਰੈਡ ਕਰ ਰਿਹਾ, ਤੇ ਉਹਨਾਂ ਦਾ ਜਿਹੜਾ ਖਤਰਾ ਸਭ ਤੋਂ ਜ਼ਿਆਦਾ ਹੈ, ਸਾਡੇ ਗਾਰਡਸ ਵੀ ਡਾਊਨ ਹੋਣਗੇ, ਉੱਥੇ ਸਾਨੂੰ ਧਿਆਨ ਰੱਖਣਾ ਹੈ। ਨੈਕਸਟ ਸਲਾਈਡ ਪਲੀਜ਼। ਤੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਬੇਮ ਕਮਿਊਨਿਟੀ ਦੇ ਬਾਰੇ, ਜਿਹੜੀ ਬਲੈਕ ਐਂਡ ਏਸ਼ੀਅਨ ਕਮਿਊਨਿਟੀ ਹੈਗੀ ਹੈ ਸਾਡੀ। ਗਵਰਨਮੈਂਟ ਦੀ ਰਿਪੋਰਟ ਤੇ ਇਕਨਾਰਕ ਨੇ ਡੇਟਾ ਸਬਮਿਟ ਕੀਤਾ ਹੈਗਾ ਕਿ ਸਾਡੀ ਕਮਿਊਨਿਟੀ ਜ਼ਿਆਦਾ ਇਨਫੈਕਟ ਹੋ ਰਹੀ ਹੈ, ਜ਼ਿਆਦਾ ਐਡਮਿਸ਼ਨਾਂ ਵੀ ਸਾਡੀਆਂ ਹੋ ਰਹੀਆਂ ਨੇ, ਤੇ ਡੈਥਸ ਵੀ ਜਿਹੜੀਆਂ ਨੇ ਸਾਡੀ ਕਮਿਊਨਿਟੀ ਦਾ ਜ਼ਿਆਦਾ ਹੋ ਰਿਹਾ। ਕਾਰਨ ਕੀ ਹੈਗਾ? ਇਹਨੂੰ ਅਸੀਂ ਮੈਟਾਬੋਲਿਕ ਸਿੰਡਰੋਮ ਦੇ ਉੱਪਰ ਅਸੀਂ ਪਾ ਰਹੇ ਹਾਂ। ਓਬੈਸਿਟੀ, ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ ਜ਼ਿਆਦਾ ਸਾਡੀ ਕਮਿਊਨਿਟੀ, ਤੇ ਫॉर ਸਮ ਰੀਜ਼ਨ ਇਹਦੇ ਕਰਕੇ ਲਿੰਕ ਜ਼ਿਆਦਾ ਹੈ। ਕਿਡਨੀ ਫੇਲੀਅਰ, ਡਾਇਲਿਸਿਸ ਪੋਪੂਲੇਸ਼ਨ ਵੀ ਸਾਡੀ ਜ਼ਿਆਦਾ ਹੈ। ਇਹਨਾਂ ਰੀਜ਼ਨਸ ਕਰਕੇ ਸਾਡੇ ਲੋਕਾਂ ਦੀ ਡੈਥ ਜ਼ਿਆਦਾ ਹੋ ਰਹੀਆਂ ਨੇ। ਨੈਕਸਟ ਸਲਾਈਡ ਪਲੀਜ਼। ਤੇ ਗਵਰਨਮੈਂਟ ਨੇ 5 ਅਲਰਟ ਲੈਵਲ ਰੱਖੇ ਨੇ ਜੀ, ਲੈਵਲ 1, ਲੈਵਲ 2, 3, 4 ਐਂਡ 5। ਲੈਵਲ 1 ਦਾ ਮਤਲਬ ਹੈ ਕਿ ਕੋਰੋਨਾ ਜਿਹੜਾ ਹੈਗਾ ਹੈ ਹੀ ਨਹੀਂ ਯੂਕੇ, ਤੇ ਲੈਵਲ 5 ਦਾ ਮਤਲਬ ਹੈਗਾ ਇੰਨਾ ਜ਼ਿਆਦਾ ਹੈ ਕਿ NHS ਵੀ ਹੁਣ ਜਿਹੜਾ ਉਹ ਵੀ ਕਮਰ ਟੁੱਟ ਗਈ ਉਹਦੀ, ਤੇ ਉਹਦੇ ਬਾਕੀ ਜਿਹੜੇ 2, 3, 4 ਨੇ ਵਿੱਚ ਨੇ। ਅਸੀਂ ਜਿਹੜੇ ਆ ਇਸ ਵੇਲੇ 2 ਦੇ 3 ਦੇ ਵਿੱਚ ਹੀ ਇਸ ਵੇਲੇ ਸਾਡੀ ਜਿਹੜੀ ਇਹ ਲੜਾਈ ਚੱਲਦੀ ਪਈ ਹੈ, ਪਰ ਸਰਕਾਰ ਨੂੰ ਡਰ ਇਸ ਗੱਲ ਦਾ ਹੈਗਾ ਕਿ ਕਿਤੇ 4 ਤੇ 5 ਚ ਨਾ ਚੱਲ ਜੀ। ਨੈਕਸਟ ਸਲਾਈਡ ਪਲੀਜ਼। ਇਸ ਕਰਕੇ ਗਵਰਨਮੈਂਟ ਨੇ ਈਜ਼ਿੰਗ ਡਾਊਨ ਮੈਜਰ ਦੇ ਵਾਸਤੇ 5 ਟੈਸਟ ਰੱਖੇ ਨੇ। ਪਹਿਲੀ ਗੱਲ ਹੈ NHS ਦੇ ਕੋਲ ਕ੍ਰਿਟੀਕਲ ਕੇਅਰ ਤੇ ਸਪੈਸ਼ਲਿਸਟ ਕੇਅਰ ਹੋਣਾ ਚਾਹੀਦਾ ਹੈ, ਤੇ ਜਿਹੜੀ ਡੈਥ ਰੇਟ ਹੈ ਉਹ ਸਸਟੇਨਡ ਤੇ ਕੰਟੀਨਿਊਸ ਤਰੀਕੇ ਨਾਲ ਥੱਲੇ ਜਾਣੀ ਚਾਹੀਦੀ ਹੈ। ਇਨਫੈਕਸ਼ਨ ਰੇਟ ਜਿਹੜਾ ਹੈਗਾ ਉਹ ਇੰਨਾ ਘਟ ਜਾਵੇ ਕਿ ਅਸੀਂ ਉਹਨੂੰ ਮੈਨੇਜ ਕਰ ਸਕੀਏ, ਤੇ ਬਾਕੀ ਜਿਹੜੀ ਕਿੱਟਾਂ ਨੇ, ਜੋ ਦਵਾਈਆਂ ਨੇ, ਸਪਲਾਈ ਹੈ, ਇਹ ਸਪਲਾਈ ਤੇ ਡਿਮਾਂਡ ਉਨੀ ਹੋਣੀ ਚਾਹੀਦੀ ਹੈ ਕਿ ਅਸੀਂ ਉਹਨੂੰ ਮੈਨੇਜ ਕਰ ਸਕੀਏ ਪ੍ਰੋਪਰਲੀ। ਤੇ ਨਾਲੇ ਇਹ ਜਿਹੜਾ ਈਜ਼ਿੰਗ ਡਾਊਨ ਮੈਜਰ ਹੈਗਾ ਹੈ ਇਹ ਸੈਕੰਡ ਪੀਕ ਨਾ ਕਦੇ ਲੈ ਕੇ ਆਵੇ। ਸਰਕਾਰ ਦੀ ਇਸ ਵੇਲੇ ਇਹ ਪ੍ਰਾਇੋਰਟੀਆਂ ਨੇ। ਨੈਕਸਟ ਸਲਾਈਡ ਪਲੀਜ਼। ਫਿਊਚਰ ਲਾਈਫ ਕੋਰੋਨਾ ਦੀ ਸਾਨੂੰ ਇਸ ਤਰ੍ਹਾਂ ਸੋਚਣਾ ਹੈ ਲੇਡੀਜ਼ ਐਂਡ ਜੈਂਟਲਮੈਨ ਕਿ ਹੁਣ ਸਾਨੂੰ ਇਸ ਦੇ ਨਾਲ ਜੀਣਾ ਹੀ ਪੈਣਾ। ਇਹ ਕ੍ਰਾਈਸਿਸ ਕਾਫੀ ਲੌਂਗ ਟਰਮ ਚੱਲਣੀ ਹੈ, ਜਦ ਤੱਕ ਕਿ ਕੋਈ ਰੋਬਸਟ ਕਿਉਰ ਜਾਂ ਵੈਕਸੀਨ ਨਹੀਂ ਬਣ ਜਾਏ। ਇਹ ਸਾਨੂੰ ਇਸ ਵੇਲੇ ਪਤਾ ਨਹੀਂ ਹੈਗਾ ਇਹਦਾ ਅੱਗੇ ਕੀ ਹੋਣਾ ਹੈ, ਕੋਈ ਈਜ਼ੀ ਜਾਂ ਕੁਇਕ ਸੋਲੂਸ਼ਨ ਨਹੀਂ ਹੈਗਾ, ਤੇ ਸਾਡੀ ਮੁਲਕ ਨੂੰ ਇਹ ਕੇਸਿਸ ਦੇ ਨੰਬਰਾਂ ਨੂੰ ਬੜੀ ਛੇਤੀ ਥੱਲੇ ਲੈ ਕੇ ਜਾਣਾ ਹੈਗਾ। ਤੇ ਜਿਹੜੇ ਏਸਿਮਟੋਮੈਟਿਕ ਕੇਸਿਸ ਜਿਹੜਾ ਸਪਰੈਡ ਕਰ ਰਹੇ ਨੇ, ਜਿਨ੍ਹਾਂ ਨੂੰ ਕੋਈ ਇਨਫੈਕਸ਼ਨ ਦਾ ਕੋਈ ਸਿੰਪਟਮ ਨਹੀਂ ਹੈਗਾ, ਇਹ ਇਸ ਵੇਲੇ ਸਭ ਤੋਂ ਵੱਡੀ ਚੈਲੰਜ ਹੈਗੀ ਹੈ। ਤੇ ਹੁਣ ਵਿੰਟਰ ਫਲੂ ਆਉਣ ਵਾਲਾ ਹੈ, ਸਰਕਾਰ ਨੂੰ ਇਸ ਗੱਲ ਦੀ ਵੀ ਚਿੰਤਾ ਹੈਗੀ ਹੈ ਕਿ ਡਬਲ ਇੰਪੈਕਟ ਪੈ ਜਾਏ। ਨੈਕਸਟ ਸਲਾਈਡ ਪਲੀਜ਼। ਤੇ ਗਵਰਨਮੈਂਟ ਦੀ ਡਾਇਲੇਮਾ ਕੀ ਹੈ? ਗਵਰਨਮੈਂਟ ਦੀ ਡਾਇਲੇਮਾ ਹੈਗੀ ਹੈ ਕਿ ਸੋਸ਼ਲ ਰਿਸਟ੍ਰਿਕਸ਼ਨਾਂ ਜਿਹੜੀਆਂ ਨੇ ਸਾਡੀ ਨਾਰਮਲ ਜ਼ਿੰਦਗੀ ਨੂੰ ਅਫੈਕਟ ਕਰ ਰਹੀਆਂ ਨੇ, ਇਸ ਤਰ੍ਹਾਂ ਅਫੈਕਟ ਕਰ ਰਹੀਆਂ ਨੇ ਜਿਸ ਤਰ੍ਹਾਂ ਪਹਿਲਾਂ ਕਦੀ ਕੀਤਾ ਨਹੀਂ ਸੀ। ਤੇ ਜੇ ਅਸੀਂ ਰਿਸਟ੍ਰਿਕਸ਼ਨਾਂ ਨੂੰ ਈਜ਼ ਡਾਊਨ ਕਰਦੇ ਹਾਂ ਤੇ ਸਰਕਾਰ ਇਹ ਕਹਿੰਦੇ ਕਿ ਸਾਡੀ ਡਿਮਾਂਡਾਂ ਵੀ ਕੰਪਲੈਕਸ ਹੋਣਗੀਆਂ, ਜਿੱਦਾਂ ਅਸੀਂ ਕਹਿੰਦੇ ਹਾਂ ਗੁਰਦੁਆਰੇ ਅਸੀਂ ਇਸ ਤਰ੍ਹਾਂ ਖੋਲੀਏ, ਉਹਦਾ ਖੋਲੀਏ। ਸਰਕਾਰ ਨੂੰ ਇਸ ਗੱਲ ਦੀ ਚਿੰਤਾ ਹੈਗਾ ਕਿ ਜੇ ਅਸੀਂ ਜ਼ਿਆਦਾ ਕੰਪਲੈਕਸ ਡਿਮਾਂਡਾਂ ਕਰਾਂਗੇ ਤੇ ਸ਼ਾਇਦ ਸਰਕਾਰ ਰਿਸਪੈਕਟਫੁਲੀ ਸਾਨੂੰ ਉਹਦੀ ਇਜਾਜ਼ਤ ਨਾ ਦੇਣ, ਕਿਉਂਕਿ ਸੈਕੰਡ ਪੀਕ ਦਾ ਉਹਨਾਂ ਨੂੰ ਖਤਰਾ ਹੈ। ਸਰਕਾਰ ਇਹ ਵੀ ਕਹਿੰਦੀ ਹੈਗੀ ਹੈ ਕਿ ਸਾਨੂੰ ਆਪਣੇ ਆਪ ਨੂੰ ਤਿਆਰ ਰੱਖਣਾ ਹੈਗਾ ਹੈ ਕਿ ਇਹ ਬਿਮਾਰੀ ਲੰਬੇ ਚਿਰ ਵਾਸਤੇ ਹੈ, ਤੇ ਸਾਨੂੰ ਇਸ ਵਾਇਰਸ ਦੇ ਥ੍ਰੈਟ ਨੂੰ ਕਿਸੇ ਨਾ ਕਿਸੇ ਤਰ੍ਹਾਂ ਮੈਨੇਜ ਕਰਨਾ ਹੈ, ਤੇ ਸਾਰਿਆਂ ਦੀ ਸਪੋਰਟ ਤੇ ਸਾਰਿਆਂ ਦੀ ਹੈਲਪ ਦੇ ਨਾਲ ਸਾਨੂੰ ਚਾਹਣਾ। ਅੱਗੇ ਜੀ, ਨੈਕਸਟ ਸਲਾਈਡ। ਗੁਰਦੁਆਰਾ ਸਾਹਿਬ ਦੀ ਹੁਣ ਕੀ ਡਾਇਲੇਮਾ ਹੈਗੀ ਹੈ? ਸਰਕਾਰ ਨੇ ਆਪਣੀ ਡਾਇਲੇਮਾ ਦੱਸੀ, ਸਾਡੀ ਡਾਇਲੇਮਾ ਕੀ ਹੈ ਕਿ ਅਸੀਂ ਇਸ ਤਰ੍ਹਾਂ ਕੰਟੀਨਿਊਸਲੀ ਚੱਲ ਸਕਦੇ ਹਾਂ? ਸਾਡੀ ਲੋਕਾਂ ਦੀ ਮੈਂਟਲ ਹੈਲਥ ਉੱਪਰ ਵੀ ਬੜਾ ਇਫੈਕਟ ਪੈ ਰਿਹਾ, ਐਸਪੈਸ਼ਲੀ ਜਿਹੜੇ ਐਲਡਰਲੀ ਪੋਪੂਲੇਸ਼ਨ ਹੈਗੀ ਹੈ, ਜਿਨ੍ਹਾਂ ਦਾ ਕੋਈ ਸੋਸ਼ਲ ਲਾਈਫ ਨਹੀਂ ਹੈਗੀ, ਜਿਹੜੇ ਵਿਡੋਜ਼ ਨੇ, ਵਿਡੋਵਰਸ ਨੇ, ਇਸ ਪ੍ਰਕਾਰ ਇਫੈਕਟ ਵੀ ਬਹੁਤ ਪੈ ਰਿਹਾ। ਦੂਸਰੀ ਗੱਲ ਹੈ, ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਲਿਵਿੰਗ ਗੁਰੂ ਨੇ,
ਬਾਕੀ ਧਰਮਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਸਾਡੇ ਵਾਸਤੇ ਲਿਵਿੰਗ ਗੁਰੂ ਨੇ, ਸੋਰਸ ਆਫ ਇੰਸਪੀਰੇਸ਼ਨ ਨੇ। ਇਹ ਵੀ ਦੇਖਿਆ ਹੈਗਾ ਕਿ ਗੁਰਦੁਆਰੇ ਦੇ ਬਾਹਰ ਕਿੰਨੇ ਸੰਗਤਾਂ ਦੇ ਅਥਰੂ ਵਗਦੇ ਆ। ਫਾਈਨੈਂਸ਼ੀਅਲ ਸਸਟੇਨੈਂਸ ਆਫ ਗੁਰਦੁਆਰਾ, ਉਹਨਾਂ ਦੇ ਉੱਪਰ ਵੀ ਇੰਪੈਕਟ ਪੈ ਰਿਹਾ। ਤੇ ਦੂਸਰੀ ਗੱਲ ਹੈ, ਜੇ ਅਸੀਂ ਦੁਨੀਆ ਵਿੱਚ ਲੰਗਰ ਸੇਵਾ ਕਰਕੇ ਆਪਣੀ ਕੌਮ ਦੀ ਅਸੀਂ ਵਾਹਵਾਹੀ ਵੀ ਲੈ ਰਹੇ ਹਾਂ ਤੇ ਸਰਕਾਰ ਵੀ ਇਹਨੂੰ ਐਪਰੀਸ਼ੀਏਟ ਕਰਦੀ ਹੈ ਕਿ ਅਸੀਂ ਇਹਨੇ ਰਿਸਪੌਂਸਿਬਲ ਨਹੀਂ ਹੈਗੇ ਕਿ ਗੁਰਦੁਆਰੇ ਦੇ ਬਾਕੀ ਦੇ ਅਫੇਅਰਸ ਮੈਨੇਜ ਕਰ ਸਕੀਏ। ਨੈਕਸਟ ਸਲਾਈਡ। ਇਸ ਕਰਕੇ ਹੁਣ ਡਿਵੋਟੀਜ਼ ਦੀ ਡਾਇਲੇਮਾ ਕੀ ਹੈ, ਅਸੀਂ ਜਾਈਏ ਕਿ ਨਾ ਜਾਈਏ। ਹੁਣ ਜਿਹੜੇ ਬੰਦੇ ਸ਼ੀਲਡ ਕਰਦੇ ਨੇ ਉਹਨਾਂ ਲਈ ਤੇ ਕਲੀਅਰ ਕੱਟ ਐਡਵਾਈਸ ਹੈ ਕਿ ਤੁਸੀਂ ਨਹੀਂ ਆਉਣਾ। ਫਿਰ ਗੱਲ ਆਉਂਦੀ ਹੈ ਵਲਨਰੇਬਲ, ਐਕਸਟ੍ਰੀਮਲੀ ਵਲਨਰੇਬਲ ਦੀ। ਹੁਣ 70 ਪਲੱਸ ਇਅਰਸ ਦੇ ਜਿਹੜੇ ਨੇ, ਜਿਨ੍ਹਾਂ ਨੂੰ ਡਾਇਬਟੀਜ਼ ਹੈ, ਬਲੱਡ ਪ੍ਰੈਸ਼ਰ ਦੀ ਇਸ਼ੂਜ਼ ਨੇ, ਇਹਨਾਂ ਦਾ ਰਿਸਕ ਜ਼ਿਆਦਾ ਹੈ ਤੇ ਗਵਰਨਮੈਂਟ ਕਹਿੰਦੀ ਹੈ ਕਿ ਭਾਈ ਤੁਸੀਂ ਘੱਟ ਤੋਂ ਘੱਟ ਤੁਸੀਂ ਬਾਹਰ ਆਓ। ਜੇ ਇਸ ਗਰੁੱਪ ਨੂੰ ਇਨਫੈਕਸ਼ਨ ਹੋ ਗਈ ਤੇ ਇਹਨਾਂ ਦੇ ਡੈਥ ਰੇਟ ਵੀ ਕਾਫੀ ਜ਼ਿਆਦਾ ਹੋਣਗੇ, ਇਹ ਵੀ ਚਿੰਤਾ ਹੈਗੀ ਹੈ। ਇਸ ਕਰਕੇ ਇੱਕ ਡਾਇਲੇਮਾ ਮੋਰਲ ਐਥੀਕਲ ਜਿਹੜਾ ਹੈਗਾ ਉਹ ਬਣ ਜਾਂਦਾ। ਤੇ ਦੂਸਰੀ ਗੱਲ ਇਹ ਹੈਗੀ ਕਿ ਜਿਹੜੇ ਸਿੰਪਟਮ ਹੈ ਕਿਸੇ ਨੂੰ, ਅਗਰ ਸੇਵਾਦਾਰ ਹੋਵੇ ਪਰ ਸੰਗਤ, ਉਹਨਾਂ ਨੂੰ ਧਿਆਉਣਾ ਨਹੀਂ ਚਾਹੀਦਾ, ਉਹਨਾਂ ਨੂੰ ਘਰ ਰਹਿਣਾ ਚਾਹੀਦਾ ਹੈ ਤੇ ਜਿਹੜੇ ਉਹਨਾਂ ਦੇ ਸੰਪਰਕ 'ਚ ਆਏ ਨੇ ਉਹਨਾਂ ਨੂੰ ਕੁਆਰੰਟਾਈਨ ਕਰਨਾ ਚਾਹੀਦਾ। ਨੈਕਸਟ ਸਲਾਈਡ ਪਲੀਜ਼। ਤੇ ਕੋਵਿਡ ਸਿਕਿਉਰ ਗਾਈਡਲਾਈਨਸ ਜਿਹੜੀਆਂ ਨੇ, ਇਹ ਸਰਕਾਰ ਨੇ ਸਾਰੇ EMPLOYERS ਨੂੰ ਭੇਜ ਦਿੱਤੀਆਂ ਨੇ, ਉਹਨਾਂ ਦੇ ਵਰਕ ਸਪੈਸੀਫਿਕ। ਗੁਰਦੁਆਰਾ ਸਪੈਸੀਫਿਕ ਐਸਾ ਤੇ ਕੁਝ ਨਹੀਂ, ਪਰ ਮੈਂ ਤੁਹਾਨੂੰ ਤੇ ਬੇਸਿਕ ਪ੍ਰਿੰਸੀਪਲ ਦੱਸ ਸਕਦਾ। ਬੇਸਿਕ ਪ੍ਰਿੰਸੀਪਲਸ ਕੀ ਨੇ ਇਹਦੇ, ਕਿ ਜਿਹੜੇ ਇੰਡੀਵਿਜੂਅਲਸ ਨੇ ਜਾਂ ਹਾਊਸ ਹੋਲਡ ਨੂੰ ਵੀ ਇੱਕ ਇੰਡੀਵਿਜੂਅਲ ਗਿਣਿਆ ਜਾਂਦਾ ਹੈ, ਇੱਕ ਦੂਸਰੇ ਤੋਂ ਦੂਰ ਰਹਿਣ। ਦੂਸਰੀ ਗੱਲ ਹੈ, ਹੱਥ ਤੇ ਫੇਸ ਨੂੰ ਜਿੰਨਾ ਸਾਫ਼ ਰੱਖ ਸਕਦੇ ਹਾਂ ਰੱਖੀਏ। ਕੱਪੜਿਆਂ ਨੂੰ ਰੈਗੂਲਰਲੀ ਧੋਣਾ ਹੈ। ਟ੍ਰਾਂਸਮਿਸ਼ਨ ਰੇਟ ਨੂੰ ਅਸੀਂ ਬਿਲਕੁਲ ਘਟਾ ਦੇਣਾ ਹੈਗਾ। ਇਹ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਦੂਜੇ ਦੇ ਸੰਪਰਕ 'ਚ ਨਾ ਆ ਕੇ ਇਹ ਘਟਾਇਆ ਜਾ ਸਕੇ। ਤੇ ਜਿਹੜੇ ਵੈਲ ਵੈਂਟੀਲੇਟਡ ਏਰੀਆ ਨੇ ਉਹਦੇ ਵਿੱਚ ਵਾਇਰਸ ਟ੍ਰਾਂਸਮਿਸ਼ਨ ਘੱਟ ਹੁੰਦੀ ਹੈ ਤੇ ਵੈਂਟੀਲੇਸ਼ਨ ਦਾ ਧਿਆਨ ਰੱਖਣਾ। ਨੈਕਸਟ ਸਲਾਈਡ ਪਲੀਜ਼। ਸੋ ਜਨਰਲ ਪਰਪਸ ਜਿਹੜੇ ਨੇ ਗੁਰਦੁਆਰੇ ਦੇ ਰੀਓਪਨ ਕਰਨ ਦੇ ਲਈ, ਉਹ ਹੈਗੇ ਕਿ ਹਰ ਗੁਰਦੁਆਰੇ ਦਾ ਇੱਕ ਰਿਸਕ ਅਸੈਸਮੈਂਟ ਹੋਣਾ ਚਾਹੀਦਾ, ਕਿਉਂਕਿ ਹਰ ਗੁਰਦੁਆਰਾ ਡਿਫਰੈਂਟ ਹੈ। ਉਹਨਾਂ ਨੂੰ ਆਪਣਾ ਰਿਸਕ ਅਸੈਸ ਕਰਕੇ ਦੇਖਣਾ ਚਾਹੀਦਾ ਕਿ ਅਸੀਂ ਸੇਫ ਹਾਂ ਕਿ ਨਹੀਂ ਆ, ਤੇ ਸਾਨੂੰ ਇਹਦੇ 'ਚ ਕੀ ਸਪੈਸੀਫਿਕ ਸਟੈਪ ਲੈਣੇ ਨੇ ਕਿ ਅਸੀਂ ਇਹ ਜਿਹੜੇ ਪ੍ਰਿੰਸੀਪਲਸ ਨੇ ਉਹਨਾਂ ਨੂੰ ਮੈਚ ਕਰ ਸਕੀਏ। 2 ਮੀਟਰ ਡਿਸਟੈਂਸ, 3 ਸਟੈਪ ਡਿਸਟੈਂਸ ਕਹਿੰਦੇ ਆ, ਹੈਂਡ ਹਾਈਜੀਨ, ਅਵੋਇਡ ਟੱਚਿੰਗ ਫੇਸ, ਅਸੀਂ ਫੇਸ ਕਵਰਿੰਗ ਨੂੰ ਕੰਪਲਸਰੀ ਰੱਖਣਾ ਹੈਗਾ, ਨੱਕ ਮੂੰਹ ਕਵਰ ਹੋਣਾ ਚਾਹੀਦਾ ਪੂਰਾ, ਕੱਪੜੇ ਦੇ ਨਾਲ ਅਸੀਂ ਕਵਰ ਕਰੀਏ। ਰੈਸਪੀਰੇਟਰੀ ਹਾਈਜੀਨ, ਅਸੀਂ ਜੇ ਛਿੱਕ ਆਉਂਦੀ ਹੈ ਤੇ ਟਿਸ਼ੂ ਉੱਪਰ ਕਰੀਏ ਜਾਂ ਬਾਹਾਂ ਵਿੱਚ ਕਰੀਏ। ਕਿਊ ਦੀ ਮੈਨੇਜਮੈਂਟ ਕਿੱਦਾਂ ਕਰਨੀ ਹੈ, ਸਿਕਿਉਰਿਟੀ ਹੋਣੀ ਚਾਹੀਦੀ ਹੈ। 1 ਵੇ ਫਲੋ, ਜਿਹੜੇ ਨਾਨ ਐਸੈਂਸ਼ੀਅਲ ਗੁਰਦੁਆਰੇ ਦੇ ਏਰੀਆਜ਼ ਨੇ ਉੱਥੇ ਸੰਗਤ ਨਾ ਜਾਵੇ। ਮਲਟੀਪਲ ਐਂਟਰੀ ਪੁਆਇੰਟ ਬਣਾਈਏ ਤਾਂ ਕਿ ਕੰਜੈਸ਼ਨਸ ਨਾ ਹੋਵੇ। ਸਾਈਨ ਪੋਸਟਿੰਗਾਂ ਹੋਣ। ਸਾਈਨ ਪੋਸਟਿੰਗਾਂ ਇਸ ਵੇਲੇ ਹੈਂਡ ਵਾਸ਼ਿੰਗ ਦੀਆਂ, ਹਾਈਜੀਨ ਤੇ ਫੇਸ ਟੱਚ ਦੀਆਂ ਵੀ ਹੋਣ, ਜਿੱਦਾਂ ਸਾਈਡ 'ਚ ਸਰਪ੍ਰੀਤ ਭਾਜੀ ਨੇ ਬਹੁਤ ਸੋਹਣੀਆਂ ਇਹਨੂੰ ਲੀਫਲੈਟਾਂ ਜਿਹੜੀਆਂ ਪਾਈਆਂ ਨੇ ਇਹਦੇ ਵਿੱਚ। ਤੇ ਸਟੈਗਰਡ ਅਰਾਈਵਲ ਤੇ ਡਿਪਾਰਚਰ ਟਾਈਮ, ਤਾਂ ਕਿ ਡਿਫਰੈਂਟ ਟਾਈਮ ਤੇ ਡਿਫਰੈਂਟ ਬੰਦੇ ਆਣ ਤਾਂ ਕਿ ਉਹ ਸਪਰੈਡ ਹੋ ਜਾਵੇ ਤੇ ਕਲਸਟਰਿੰਗ ਜਿਹੜੀ ਅਵੋਇਡ ਹੋ ਸਕੇ। ਨੈਕਸਟ ਸਲਾਈਡ ਪਲੀਜ਼। ਤੇ ਬਾਕੀ ਜਨਰਲ ਪ੍ਰਿੰਸੀਪਲਸ ਫॉर ਰੀਓਪਨਿੰਗ ਇਹ ਨੇ ਕਿ ਸੇਵਾਦਾਰਾਂ ਦੀ ਡਿਪਲੋਇਮੈਂਟ ਕੀਤੀ ਜਾਵੇ, ਜਿਨ੍ਹਾਂ ਨੂੰ ਦੱਸਿਆ ਜਾਵੇ ਕਿ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਨਾ ਹੈ, ਉਹਨਾਂ ਦੀ ਟ੍ਰੇਨਿੰਗ ਹੋਵੇ। ਜਿਹੜੇ ਫਿਜ਼ੀਕਲੀ ਡਿਸੇਬਲਡ ਨੇ ਉਹ ਇਹ ਸਾਰੀਆਂ ਗਾਈਡਲਾਈਨਸ ਫੋਲੋ ਨਹੀਂ ਕਰ ਸਕਦੇ, ਇਸ ਕਰਕੇ ਉਹਨਾਂ ਵਾਸਤੇ ਸਪੈਸੀਫਿਕ ਗਾਈਡਲਾਈਨ ਹੋਵੇ, ਉਹਨਾਂ ਲਈ ਸਪੈਸ਼ਲ ਬੰਦੇ ਹੋਣ ਜਿਹੜਾ ਉਹਨਾਂ ਨੂੰ ਪ੍ਰੋਟੈਕਟ ਵੀ ਕਰਨ ਤੇ ਗਾਈਡ ਵੀ ਕਰਨ। ਗੁਰਦੁਆਰੇ ਦਾ ਰੋਬਸਟ ਵੇਸਟ ਮੈਨੇਜਮੈਂਟ ਹੋਣਾ ਜ਼ਰੂਰੀ ਹੈ, ਕਿਉਂਕਿ ਕੋਰੋਨਾ ਪੋਜ਼ਿਟਿਵ ਕੇਸਿਸ ਵੀ ਆ ਸਕਦੇ ਨੇ। ਫਿਰ ਜਿਹੜੇ ਏਰੀਆ ਵਿੱਚ ਅਸੀਂ ਜ਼ਿਆਦਾ ਛੂਹਨੇ ਆ, ਡੋਰ ਹੈਂਡਲ ਹੋ ਗਏ, ਰੇਲਿੰਗ ਹੋ ਗਿਆ, ਇਹਨਾਂ ਦੀ ਸੇਵਾਦਾਰ ਕਲੀਨਿੰਗਾਂ ਕਰਨ। ਪ੍ਰੀ ਓਪਨਿੰਗ ਦੀ ਕਲੀਨਿੰਗ ਹੋਣੀ ਚਾਹੀਦੀ ਹੈ। ਵੈਂਟੀਲੇਸ਼ਨ ਹੋਣੀ ਚਾਹੀਦੀ ਹੈ, ਖੁੱਲੀਆਂ ਖਿੜਕੀਆਂ। ਸੈਨੀਟਾਈਜ਼ਰ ਮਲਟੀਪਲ ਲੋਕੇਸ਼ਨ 'ਚ ਹੋਣੇ ਚਾਹੀਦੇ ਨੇ। ਕਲੀਨੈਕਸ ਟਿਊਬ ਵਾਈਪ ਹੋਣੀ ਚਾਹੀਦੀ ਹੈ। ਨੈਕਸਟ ਵਨ ਪਲੀਜ਼। ਤੇ ਜਨਰਲ ਪ੍ਰਿੰਸੀਪਲ ਨੇ ਕਿ ਜਿਹੜਾ ਕੋਈ ਅੰਦਰ ਜਾਵੇਗਾ ਤੇ ਗੁਰਦੁਆਰੇ ਤੋਂ ਨਿਕਲੇਗਾ ਬਾਹਰ, ਹੈਂਡ ਵਾਸ਼ਿੰਗ, ਸੈਨੀਟਾਈਜ਼ਰ, ਪੇਪਰ ਟਾਵਲ ਹੋਣੇ ਚਾਹੀਦੇ ਨੇ। ਸੰਗਤ ਦੇ ਵਾਸਤੇ ਫੇਸ ਕਵਰਿੰਗ ਬੜੀ ਇੰਪੋਰਟੈਂਟ ਹੈ। 2 ਸਾਲ ਤੋਂ ਘੱਟ ਬੱਚਿਆਂ ਲਈ ਲੋੜ ਨਹੀਂ ਹੈ। ਇੰਡੀਵਿਜੂਅਲ ਜਾਂ ਹਾਊਸ ਹੋਲਡ ਗਰੁੱਪ ਇਕੱਠੇ ਜਾ ਸਕਦੇ ਨੇ। ਕਿਸੇ ਚੀਜ਼ ਨੂੰ ਛੂਹਣਾ, ਕਿਸ ਕਰਨਾ ਸ਼ਰਧਾ ਦੇ ਨਾਲ ਇਸ ਵੇਲੇ ਥੋੜਾ ਜਿਹਾ ਅਵੋਇਡ ਹੀ ਕਰੀਏ। ਤੇ ਦੂਸਰੇ ਬੰਦੇ ਦੀ ਜਾਂ ਦੂਸਰੇ ਹਾਊਸ ਹੋਲਡ ਦੇ ਬੰਦਿਆਂ ਦੀ ਕੋਈ ਪ੍ਰਾਪਰਟੀ ਨੂੰ ਟੱਚ ਨਾ ਕਰੀਏ, ਕੱਪੜੇ ਨੂੰ, ਕਿਸੇ ਚੀਜ਼ ਨੂੰ, ਸ਼ੂਜ਼ ਨੂੰ ਟੱਚ ਨਾ ਕਰੀਏ। ਕੋਸ਼ਿਸ਼ ਕਰੀਏ ਕਿ ਜਿਹੜਾ ਜੋੜਾ ਘਰ ਹੈ ਉਹ ਬਾਹਰ ਖੁੱਲੇ ਵਿੱਚ ਰੱਖੀਏ, ਅਸੀਂ ਕਲੋਜ਼ ਡੋਰ ਵਿੱਚ ਇਹਨਾਂ ਨੂੰ ਨਾ ਰੱਖੀਏ, ਲੈਸ ਵੈਂਟੀਲੇਟਡ ਪਲੇਸਿਸ ਵਿੱਚ। ਨੈਕਸਟ ਸਲਾਈਡ ਪਲੀਜ਼। ਤੇ ਜਰਨੀ ਥਰੂ ਦਾ ਗੁਰਦੁਆਰਾ ਸਟਾਰਟਿੰਗ ਹੁੰਦੀ ਹੈ ਘਰੋਂ ਟਰੈਵਲ ਦੀ। ਪਬਲਿਕ ਟਰਾਂਸਪੋਰਟ ਨੂੰ ਸਰਕਾਰ ਮਨਾ ਕਰਦੀ ਹੈ, ਅਸੀਂ ਜਿੰਨਾ ਅਵੋਇਡ ਕਰ ਸਕੀਏ ਤੇ ਕਰੀਏ। ਤੇ ਜੇ ਸਾਡੇ ਕੋਲ ਕੋਈ ਚੋਇਸ ਨਹੀਂ ਹੈਗੀ ਤੇ ਪਬਲਿਕ ਟਰਾਂਸਪੋਰਟ ਵੇਲੇ ਫੇਸ ਕਵਰਿੰਗ, ਫੇਸ ਨੂੰ ਛੂਹਣਾ ਨਹੀਂ ਹੈਗਾ, ਸੋਸ਼ਲ ਡਿਸਟੈਂਸਿੰਗ, ਤੇ ਪਹਿਲਾ ਕੰਮ ਕਰਨਾ ਅਸੀਂ ਹੱਥ ਧੋਣਾ ਜਿੱਥੇ ਅਸੀਂ ਗੁਰਦੁਆਰੇ ਪਹੁੰਚਦੇ ਹਾਂ। ਨੈਕਸਟ ਵਨ ਪਲੀਜ਼। ਹੁਣ ਗੁਰਦੁਆਰੇ 'ਚ ਵੜਨ ਦੇ ਵੇਲੇ ਸੇਵਾਦਾਰ ਹੋਣ ਉੱਥੇ ਪਹਿਲਾਂ ਹੀ। ਜਿਹੜਾ ਸੇਵਾਦਾਰ ਇੰਟਰੈਂਸ 'ਚ ਹੋਵੇਗਾ ਉਹ ਸੁਪਰਵਾਈਜ਼ ਕਰੇਗਾ ਜਿਹੜਾ ਬੰਦਾ ਜਾ ਰਿਹਾ ਹੈ, 20 ਸੈਕਿੰਡ ਲਈ ਹੱਥ ਧੋ ਰਿਹਾ ਜਾਂ ਸੈਨੀਟਾਈਜ਼ਰ ਲਾ ਰਿਹਾ ਹੈ। ਫੇਸ ਮਾਸਕ ਸਾਰਿਆਂ ਨੇ ਪਾਏ ਨੇ, ਜਿਹਦੇ ਕੋਲ ਨਹੀਂ ਹੈਗਾ ਤੇ ਗੁਰਦੁਆਰਾ ਕਮੇਟੀ ਉਹਨਾਂ ਨੂੰ ਫੇਸ ਮਾਸਕ ਪ੍ਰੋਵਾਈਡ ਕਰਨ, ਜਿਹੜਾ ਫੈਬਰਿਕ ਇਦਾਂ ਦਾ ਹੋਵੇ ਜਾਂ ਡਿਸਪੋਜ਼ੇਬਲ ਹੋਵੇ ਜਾਂ ਵਾਸ਼ੇਬਲ ਹੋਵੇ। ਤੇ ਇਹਦੇ ਵਾਸਤੇ ਸਟ੍ਰਿੰਜੈਂਟ ਪ੍ਰੋਸੈਸ ਸਾਨੂੰ ਰੱਖਣਾ ਹੈ
ਕਿ ਇਹਨੂੰ ਧੋਣਾ ਤੇ ਡਰਾਈ ਕਿੱਦਾਂ ਕਰਨਾ ਹੈ। ਨੈਕਸਟ ਵਨ ਪਲੀਜ਼। ਹੁਣ ਗੁਰਦੁਆਰੇ ਵਿੱਚ ਅਸੀਂ ਕੀ ਕੰਡਕਟ ਕਰਨਾ ਹੈ? ਮੱਥਾ ਟੇਕਣ ਵੇਲੇ ਇੱਕੋ ਹੀ ਥਾਂ 'ਚ ਕਰੀਏ ਤੇ ਬੈਸਟ ਹੈ, ਤੇ ਉਹਦੇ ਬਾਅਦ ਸੇਵਾਦਾਰ ਉਹਨੂੰ ਪੂੰਝ ਸਕਣ। ਤੇ ਮੱਲੀ ਸਾਹਿਬ ਨੇ ਸੁਜੈਸ਼ਨ ਕੀਤਾ ਸੀਗਾ ਕਿ ਇੱਕ ਥਿਨ ਸ਼ੀਟ ਪਾਤੀ ਜਾਵੇ, ਜਿਹੜਾ ਬੰਦਾ ਯੂਜ਼ ਕਰਨ ਦੇ ਬਾਅਦ ਆਪਣੇ ਨਾਲ ਲੈ ਜਾਵੇ। ਪਰ ਉਹ ਵੀ ਇੰਪੋਰਟੈਂਟ ਹੈ ਕਿ ਪਲਾਸਟਿਕ ਦਾ ਲੋਡ ਪੈਂਦਾ ਹੈ, ਬਟ ਦੋਨੋਂ ਚੀਜ਼ਾਂ ਐਕਸੈਪਟੇਬਲ ਨੇ। ਪਰ ਜੇ ਅਸੀਂ ਇਹਨੂੰ ਨਾਲ ਦੀ ਨਾਲ ਕਲੀਨ ਕਰਕੇ ਨੈਕਸਟ ਯੂਜ਼ ਕਰੀਏ ਤੇ ਬੈਟਰ ਹੈ। ਫਿਰ ਹੋਰ ਅਸੀਂ ਇਹ ਕਰ ਸਕਦੇ ਹਾਂ ਕਿ ਅਰਦਾਸ ਵੇਲੇ ਸੰਗਤ ਜਿਹੜੀ ਮੱਥਾ ਟੇਕਦੀ ਹੈ ਤੇ ਆਪਣੀ ਥਾਵਾਂ ਵਿੱਚ ਹੀ ਮੱਥਾ ਟੇਕਣ, ਅੱਗੇ ਪਿੱਛੇ ਨਾ ਜਾਣ। ਤੇ ਪਹਿਲਾਂ ਫਲੋਰ ਤੇ ਹੱਥ ਰੱਖਣ, ਮੂੰਹ ਲਾਉਣ ਦੀ ਥੱਲੇ ਲੋੜ ਨਹੀਂ ਹੈਗੀ ਹੈ, ਸ਼ਰਧਾ ਦੇ ਨਾਲ ਝੁਕ ਜਾਣ, ਉੱਥੇ ਬੈਠ ਕੇ ਮੱਥਾ ਇੱਕੋ ਵਾਰੀ ਟੇਕਣ ਸਾਹਮਣੇ ਗੁਰੂ ਮਹਾਰਾਜ ਜੀ ਅੱਗੇ। ਨੈਕਸਟ ਵਨ ਪਲੀਜ਼। ਫਿਰ ਸੋਸ਼ਲ ਡਿਸਟੈਂਸਿੰਗ, ਫੇਸ ਟੱਚਿੰਗ ਅਵੋਇਡ ਕਰਨੀ ਚਾਹੀਦੀ ਹੈ, ਗਰੁੱਪਸ ਅਵੋਇਡ ਕਰਨੇ ਚਾਹੀਦੇ ਨੇ। ਜਿਹੜੇ ਤੁਹਾਡੇ ਕੋਲ ਆ ਰਹੇ ਬਿਲਕੁਲ ਨੇੜੇ ਆ ਕੇ ਤੁਹਾਡੇ ਨਾਲ ਗੱਲ ਨਾ ਕਰੇ, ਸ਼ੈਡ ਆਬਜੈਕਟ ਫੂਡ ਆਈਟਮ ਨਹੀਂ ਕਰਨੀ, ਤੇ ਫੇਸ ਕਵਰਿੰਗ ਨੂੰ ਬਿਲਕੁਲ ਕੰਪਲਸਰੀ ਰੱਖਣਾ, ਜਿਹੜਾ ਮੂੰਹ ਤੇ ਨੱਕ ਸਾਰਾ ਕਵਰ ਕਰੇ। ਮੈਂ ਬਹੁਤ ਸਾਰੇ ਗਰੁੱਪਸ ਵੇਖਿਆ, ਉਹਨਾਂ ਨੇ ਵੀਡੀਓ ਤੇ ਬਣਾਈਆਂ ਨੇ, ਪਰ ਸੇਵਾਦਾਰਾਂ ਦੇ ਨੱਕ ਦੇ ਥੱਲੇ ਉਹਨਾਂ ਦੇ ਮਾਸਕ ਗਏ ਹੋਏ ਨੇ, ਤੇ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਜੀ। ਤੇ ਰੈਸਪੀਰੇਟਰੀ ਹਾਈਜੀਨ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ। ਨੈਕਸਟ ਵਨ ਪਲੀਜ਼। ਕੈਸ਼ ਆਫਰਿੰਗ ਜਿਹੜੀ ਹੈ, ਗੋਲਕ ਨੂੰ ਨਾਨ ਟੱਚ ਟੈਕਨੀਕ 'ਚ ਬੰਦਾ ਪਾਵੇ, ਤੇ ਜਿਹੜਾ ਕੈਸ਼ ਹੈਂਡਲ ਕਰਦਾ ਗਲਵਸ ਪਾਵੇ। ਕੋਸ਼ਿਸ਼ ਕਰੋ ਕਿ ਆਨਲਾਈਨ ਟ੍ਰਾਂਜੈਕਸ਼ਨ ਹੋਣ। ਨੈਕਸਟ ਸਲਾਈਡ ਪਲੀਜ਼। ਹਾਂਜੀ, ਇੱਕ ਮਿੰਟ ਪ੍ਰਸ਼ਾਦ ਠਹਿਰੋ ਜਿਹੜਾ ਜੀ, ਹੈਗਾ, ਇੱਕ ਮਿੰਟ ਠਹਿਰੋ ਆਪਣੇ ਰਜਿੰਦਰਪਾਲ ਜੀ, ਕਿਉਂਕਿ ਜਿਹੜੀਆਂ ਇਹ ਸਲਾਈਡਾਂ ਥੋੜ੍ਹੀਆਂ ਹੈਗੀਆਂ, ਕਿਉਂਕਿ ਇਹਨਾਂ ਦੀ ਅੱਗੇ ਜਾਣ ਤੋਂ ਪਹਿਲਾਂ ਮੈਂ ਡਾਕਟਰ ਤਲਵਿੰਦਰ ਜੀ ਹੋਰਾਂ ਨੂੰ ਪੁੱਛ ਲਵਾਂ ਵੀ ਇਹਨਾਂ ਦੀ ਕੁਝ ਕੋਈ ਸ਼ਾਮਲ ਕਰਨਾ ਚਾਹੁੰਦੇ, ਕੁਝ ਐਡੀਸ਼ਨ ਇਹਦੇ ਵਿੱਚ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਤਲਵਿੰਦਰ ਜੀ? ਹਾਂਜੀ, ਮੈਂ ਸਿਰਫ ਉਹੀ ਦੁਬਾਰਾ ਤੋਂ ਹਾਈਲਾਈਟ ਕਰਨਾ ਚਾਹਾਂਗਾ ਕਿ ਸਾਨੂੰ ਪਤਾ ਹੈ ਕਿ ਵਾਇਰਸ ਦੇ ਫੈਲਣ ਦੇ ਜ਼ਿਆਦਾ ਚਾਂਸਸ ਨੇ ਜਿੱਥੇ ਕਰਾਊਡਡ ਏਰੀਆਜ਼ ਨੇ, ਕਵਰਡ ਏਰੀਆਜ਼ ਨੇ ਬਿਲਡਿੰਗਸ ਦੇ ਅੰਦਰ, ਤਾਂ ਉੱਥੇ ਪ੍ਰੀਕਾਸ਼ਨ ਲੈਣ ਦੀ ਜ਼ਿਆਦਾ ਜ਼ਰੂਰਤ ਹੈ। ਤੇ ਬੇਸਿਕ 4 ਹੀ ਚੀਜ਼ਾਂ ਨੇ: ਡਿਸਟੈਂਸਿੰਗ, ਫੇਸ ਕਵਰ, ਹੈਂਡ ਵਾਸ਼ਿੰਗ ਐਂਡ ਬਾਕੀ ਜਿਹੜੀਆਂ ਸਰਵਿਸਿਜ਼ ਜਿੱਥੇ ਟੱਚ ਹੋ ਸਕਦਾ ਉਹਨਾਂ ਦੀ ਕਲੀਨਿੰਗ। ਇਹ ਪ੍ਰੀਕਾਸ਼ਨ ਸਾਰੇ ਤਰੀਕੇ ਨਾਲ ਲਈਆਂ ਜਾਣ ਤੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਹਾਂਜੀ, ਡਾਕਟਰ ਸਰਪ੍ਰੀਤ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਚ? ਹਾਂਜੀ, ਬੜੀ ਅੱਛੀ ਪ੍ਰੈਜੈਂਟੇਸ਼ਨ ਕੀਤੀ ਹੈ ਡਾਕਟਰ ਰਜਿੰਦਰਪਾਲ ਸਿੰਘ ਜੀ ਨੇ, ਤੇ ਵਧਾਈ ਦੇ ਪਾਤਰ ਹੈ। ਇਹਦੇ ਇਲਾਵਾ ਮੈਂ ਇਹ ਐਡ ਕਰਨਾ ਚਾਹਾਂਗਾ ਕਿ ਸੰਗਤ ਨੂੰ ਇਹ ਸਮਝਣਾ ਪਏਗਾ ਕਿ ਹੁਣ ਨਾਰਮਲ ਸਿਚੁਏਸ਼ਨ ਨਹੀਂ ਹੈ, ਤੇ ਟਾਈਮ ਲੱਗੇਗਾ ਸਾਨੂੰ ਮੁੜ ਕੇ ਗੁਰਦੁਆਰੇ ਸਾਹਿਬ ਦੇ ਦਰਸ਼ਨ, ਲੰਗਰ, ਹਰ ਚੀਜ਼ ਦੀ ਸੇਵਾਵਾਂ ਲੈਣ ਨੂੰ ਤੇ ਸੇਵਾ ਕਰਨ ਲਈ। ਤੇ ਸਾਨੂੰ ਟਾਈਮ ਵੀ ਲੈ ਕੇ ਚੱਲਣਾ ਪਏਗਾ ਕਿ ਖੁੱਲਾ ਟਾਈਮ ਘਰੋਂ ਲੈ ਕੇ ਚੱਲੀਏ, ਤੇ ਥੋੜੀ ਪੇਸ਼ੈਂਸ ਵੀ ਰੱਖੀਏ, ਸਬਰ ਰੱਖਣਾ ਪਏਗਾ ਕਿ ਉੱਥੇ ਟਾਈਮ ਸਾਨੂੰ ਵੱਧ ਰੱਖ ਸਕਦਾ ਹੈ। ਜੇ ਸੰਗਤ ਆਲਰੇਡੀ ਹਾਲ ਦੇ ਅੰਦਰ ਜ਼ਿਆਦਾ ਹੈ, ਗੁਰੂ ਘਰ ਦੇ ਅੰਦਰ, ਤਾਂ ਸੀਟਿੰਗ ਕੈਪੈਸਿਟੀ ਹੋ ਸਕਦਾ ਲਿਮਿਟਿਡ ਕਰਨੀ ਪਏ, ਕਿਉਂਕਿ ਸਾਨੂੰ ਉੱਥੇ ਵੀ ਥੋੜੀ ਡਿਸਟੈਂਸਿੰਗ ਬਣਾ ਕੇ ਰੱਖਣੀ ਚਾਹੀਦੀ ਹੈ। ਤੇ ਹੋ ਸਕਦਾ ਸਾਰੀ ਸੰਗਤ ਜਿੰਨਾ ਬੈਠਣਾ ਚਾਹੁੰਦੀ ਹੈਗੀ ਅੰਦਰ, ਕੀਰਤਨ ਦਾ ਰਸ ਲੈਣਾ ਚਾਹੁੰਦੀ ਹੈ, ਉਹਨਾਂ ਨੂੰ ਇੱਕ ਵਾਰ ਚ ਮੌਕਾ ਨਾ ਮਿਲ ਸਕੇ। ਤਾਂ ਇਹ ਸਭ ਚੀਜ਼ਾਂ ਨੂੰ ਸਾਨੂੰ ਉੱਥੇ ਜਾ ਕੇ ਉਦਾਸ ਹੋਣ ਨਾਲੋਂ ਜਾਂ ਆਪਣੇ ਮਨ ਨੂੰ ਦੁਖੀ ਕਰਨ ਨਾਲ ਦੀ ਫਾਇਦਾ ਨਹੀਂ ਹੈਗਾ। ਸਾਨੂੰ ਸਾਰੇ ਗੁਰਦੁਆਰਾ ਮੈਨੇਜਮੈਂਟਸ ਨਾਲ ਮਿਲ ਕੇ ਸਰਕਾਰ ਦੇ ਦਿੱਤੇ ਹੋਏ ਜਿਹੜੇ ਗਾਈਡਲਾਈਨਸ ਹੈ ਉਹਨਾਂ ਨੂੰ ਫੋਲੋ ਕਰਕੇ, ਕਿਉਂਕਿ ਇਹ ਸਾਡੇ ਸਾਰਿਆਂ ਲਈ ਆਪਣਿਆਂ ਲਈ ਹੈਗੀ ਹੈ। ਜੇ ਅਸੀਂ ਇਹਨਾਂ ਨੂੰ ਫੋਲੋ ਕਰਾਂਗੇ ਤਾਂ ਸਾਡੇ ਆਪਣੇ ਘਰ ਦੇ ਸੁਖੀ ਰਹਿਣਗੇ, ਹੈਲਦੀ ਰਹਿਣਗੇ, ਤੇ ਉਹ ਆਪਣੇ ਅੱਗੇ ਤੋਂ ਸੇਵਾਵਾਂ ਲੈ ਸਕਣਗੇ। ਤਾਂ ਇੱਕ ਤਾਂ ਟਾਈਮ ਦੀ ਸਾਨੂੰ ਐਕਸਟਰਾ ਲੈ ਕੇ ਚੱਲਣਾ ਪਏਗਾ ਘਰੋਂ। ਦੂਸਰੀ ਗੱਲ ਇਹ ਹੈ ਕਿ ਹੈਂਡ ਹਾਈਜੀਨ ਲਈ ਹੁਣ ਸਾਨੂੰ ਉੱਥੇ ਹੈਂਡ ਵਾਸ਼ ਦੀ ਪ੍ਰੋਵੀਜ਼ਨ ਥੋੜੀ ਜ਼ਿਆਦਾ ਕਰਨੀ ਪੈਗੀ, ਕਿਉਂਕਿ ਕੁਝ ਕੰਟਰੋਵਰਸੀਜ਼ ਹੈ ਸੈਨੀਟਾਈਜ਼ਰ ਦੇ ਲੈ ਕੇ। ਮੈਂ ਕੁਝ ਫੋਰਮਸ ਦੇ ਪੋਸਟ ਪੜ੍ਹੇ ਸੀਗੇ ਜਿਹਦੇ ਚ ਕੀ ਕਿਹਾ ਗਿਆ ਰਿਹਾ ਸੀਗਾ ਕਿ ਸੈਨੀਟਾਈਜ਼ਰ ਬਿਕੋਜ਼ ਐਲਕੋਹਲਿਕ ਜੈਲ ਹੁੰਦੇ ਆ ਮੇਨਲੀ, ਤਾਂ ਕੀ ਉਹਨਾਂ ਦੀ ਗੁਰਦੁਆਰਿਆਂ 'ਚ ਵਰਤੋਂ ਸਹੀ ਹੈ ਕਿ ਨਹੀਂ। ਹੁਣ ਇਹ ਤਾਂ ਵੈਸੇ ਮੇਰਾ ਆਪਣਾ ਪਰਸਨਲ ਵਿਊ ਇਹਦੇ 'ਚ ਹੈ ਕਿ ਇਹ ਹੈਂਡ ਵਾਸ਼ਿੰਗ ਲਈ ਹੈ, ਇਹਨੂੰ ਉਸ ਤਰ੍ਹਾਂ ਲੈ ਕੇ ਨਹੀਂ ਦੇਖਣਾ ਚਾਹੀਦਾ, ਤੇ ਇਹ ਸਾਡੀ ਸੇਫਟੀ ਲਈ ਹੈ। ਪਰ ਜੇ ਕੋਈ ਸੰਗਤ ਦੇ ਆਪਣੇ ਨਿੱਜੀ ਵਿਚਾਰ ਹੈ ਜਿਹੜੇ ਉਹ ਨਹੀਂ ਲੈਣਾ ਚਾਹੁੰਦੇ, ਤਾਂ ਉਹ ਉਹਨਾਂ ਨੂੰ ਫਿਰ ਉਹ ਹੈਂਡ ਵਾਸ਼ਿੰਗ ਕਰ ਸਕਦੇ ਹੈਗੇ ਆ। ਤੇ ਉਹਦੇ ਲਈ ਵੀ ਐਡਿਕੁਏਟ ਡਿਸਟੈਂਸ ਨਾਲ ਕਿਊ ਮੇਨਟੇਨ ਕਰਕੇ, ਅੱਛੀ ਤਰ੍ਹਾਂ ਟਿਸ਼ੂਸ ਨਾਲ ਬਾਅਦ 'ਚ ਹੱਥ ਸਾਫ਼ ਕਰਕੇ, ਡਰਾਈ ਕਰਕੇ ਹੀ ਅੱਗੇ ਵਧਣਾ ਚਾਹੀਦਾ ਹੈ। ਤੇ ਜਿਵੇਂ ਕਿ ਮੇਰੇ ਸਾਥੀ ਵੀਰਾਂ ਨੇ ਦੱਸਿਆ ਹੈਗਾ ਕਿ ਕੁਝ ਸੇਵਾਦਾਰਾਂ ਦੀ ਸਪੈਸ਼ਲੀ ਡਿਊਟੀ ਲਗਾਉਣੀ ਪਏਗੀ ਕਿ ਜਿਹੜੇ ਕਾਮਨਲੀ ਯੂਜ਼ ਸਰਫੇਸਿਸ ਹੈ, ਜਿਵੇਂ ਕਿ ਦਰਵਾਜ਼ੇ ਦੇ ਹੈਂਡਲ ਹੋ ਗਏ, ਡੋਰ ਨੌਬਸ, ਸਟੇਅਰ ਕੇਸ ਹੋ ਗਏ, ਪੌੜੀਆਂ ਅਸੀਂ ਚੜੀ ਦੀਆਂ ਤਾਂ ਉਹਨਾਂ ਨੂੰ ਬਜ਼ੁਰਗ ਸਾਡੇ ਰੇਲਿੰਗ ਫੜ ਕੇ ਚੜ੍ਹਦੇ ਆ ਕਈ ਵਾਰੀ, ਜਾਂ ਲਿਫਟ ਦੀ ਵਰਤੋਂ ਕਰਨੀ ਹੈ ਤਾਂ ਉੱਥੇ ਹੁਣ ਇਸ ਟਾਈਮ ਤੇ ਸਾਰੇ ਇਕੱਠੇ ਨਹੀਂ ਵੜ ਸਕਦੇ, ਤਾਂ ਇੱਕ ਇੱਕ ਕਰਕੇ ਜਾਣਾ ਹੈ। ਉਹ ਉਹਨਾਂ ਦੀ ਫ੍ਰੀਕੁਐਂਟ ਕਲੀਨਿੰਗ ਬੜੀ ਜ਼ਰੂਰੀ ਹੈਗੀ ਹੈ, ਤੇ ਇਹਦੇ ਨਾਲ ਅਸੀਂ ਇਨਫੈਕਸ਼ਨ ਦੇ ਰਿਸਕ ਨੂੰ ਘਟਾ ਸਕਦੇ ਹਾਂ।
ਬਹੁਤ ਬਹੁਤ ਧੰਨਵਾਦ। ਹਾਂਜੀ, ਆਪਾਂ ਸਲਾਈਡ 19 ਤੋਂ ਫਿਰ ਆਪਣੇ ਡਾਕਟਰ ਪ੍ਰਸ਼ਾਦ ਰਜਿੰਦਰ ਜੀ ਲਈਏ ਤਾਂ ਕਿ 19 ਤੋਂ 25 ਤੱਕ ਫਿਰ ਉਹਦੀ ਜਿਹੜੀ ਗੱਲਬਾਤ ਹੈ ਕਿ ਸਾਰੀ ਦੱਸੋ ਤੇ ਫਿਰ ਇਹਨਾਂ ਦੇ ਨਾਲ ਫਿਰ ਇਹਨਾਂ ਦੇ ਹੋਰ ਵਿਊਜ਼ ਲੈਣੇ ਆ। ਸਲਾਈਡ 19 ਡਾਕਟਰ ਰਜਿੰਦਰ ਜੀ। ਥੈਂਕ ਯੂ। ਹਾਂਜੀ, ਪ੍ਰਸ਼ਾਦ ਦੇ ਬਾਰੇ ਇਹ ਦੱਸਣਾ ਸੀਗਾ ਕਿ ਪ੍ਰਸ਼ਾਦ ਜਿਹੜਾ ਹੈਗਾ ਜਿਹੜੇ ਸੇਵਾਦਾਰ ਜੀ ਬਣਾਉਣਗੇ ਉਹ ਮਾਸਕ ਲਾ ਕੇ ਬਣਾਉਣ ਤੇ ਉਹਦੀ ਡਿਸਟ੍ਰੀਬਿਊਸ਼ਨ ਵਾਲੇ ਸੇਵਾਦਾਰ ਵੀ ਮਾਸਕ ਲਾਉਣ ਤੇ ਗਲਵ ਲਾਉਣ ਤੇ ਉਹਦੀ ਵਰਤੋਂ ਜਿਹੜੀ ਹੈਗੀ ਹੈ ਉਹ ਸਪੂਨ ਦੇ ਨਾਲ ਦੇਣ, ਹੱਥ ਨਾਲ ਨਾ ਲਾਉਣ। ਸਪੂਨ ਜਿਹੜਾ ਹੈਗਾ ਬਹੁਤ ਸੇਫਟੀ ਦਾ ਮੈਜਰ ਕਰੇਗਾ ਕਿਉਂਕਿ ਸਪੂਨ ਨੂੰ ਹੋਰ ਬੰਦਾ ਕਿਤੇ ਟੱਚ ਨਹੀਂ ਕਰਦਾ। ਹੱਥ 'ਚ ਗਲਵ ਲਾ ਕੇ ਵੀ ਕਰਾਂਗੇ ਤੇ ਯੂਟੈਂਸਿਲ ਦੇ ਬਾਹਰ ਲਾ ਸਕਦੇ। ਇਸ ਕਰਕੇ ਇੰਪੋਰਟੈਂਟ ਹੈਗਾ ਕਿ ਸਪੂਨ ਦੇ ਨਾਲ ਸਰਵਿੰਗ ਕੀਤੀ ਜਾਵੇ ਉਹਦੀ। ਨੈਕਸਟ ਵਨ ਪਲੀਜ਼। ਲੰਗਰ ਲੰਗਰ ਦੀ ਸੇਵਾ ਵੀ ਉਸੇ ਪ੍ਰੀਕਾਸ਼ਨ ਦੇ ਨਾਲ ਕੀਤੀ ਜਾਣੀ ਚਾਹੀਦੀ ਹੈ, ਗਲਵਸ ਤੇ ਮਾਸਕ ਲਾ ਕੇ। ਤੇ ਇੱਕ ਅਸੀਂ ਸੈਲਡ ਨੂੰ ਅਵੋਇਡ ਕਰੀਏ, ਜਿਹੜਾ ਕੋਲਡ ਫੂਡ ਹੈ ਜਿਹਨੂੰ ਅਸੀਂ ਕੁੱਕ ਨਹੀਂ ਕਰਦੇ, ਜਿਹਦਾ ਰਾਇਤਾ ਮਿਠਾਈਆਂ, ਇਸ ਵੇਲੇ ਅਸੀਂ ਇਹਨੂੰ ਅਵੋਇਡ ਕਰੀਏ ਕਿਉਂਕਿ ਇਹਦੇ 'ਚ ਕਰੋਨਾ ਵਾਇਰਸ ਹੋ ਸਕਦਾ ਹੈ। ਜਿਹੜਾ ਕੁੱਕਡ ਫੂਡ ਹੈ ਉਹਦੇ 'ਚ ਵਾਇਰਸ ਮਰ ਜਾਂਦਾ ਹੈ, ਇਹ ਇੰਪੋਰਟੈਂਟ ਹੈ। ਤੇ ਬਾਕੀ ਲੰਗਰ ਦੀ ਸੇਵਾ ਜਿਹੜੀ ਹੈ ਸਪੂਨ ਦੇ ਨਾਲ ਕੀਤੀ ਜਾਵੇ, ਹੈਂਡ ਟੱਚ ਕਿਸੇ ਨੂੰ ਅਲਾਉ ਨਾ ਕੀਤਾ ਜਾਵੇ। ਤੇ ਜਿਨ੍ਹਾਂ ਨੇ ਲੰਗਰ ਛਕਣਾ ਉਹਨਾਂ ਨੂੰ ਮਾਸਕ ਤੇ ਲਾਣਾ ਹੀ ਉਤਾਰਨਾ ਹੀ ਪਏਗਾ। ਇਸ ਕਰਕੇ ਉਸ ਵੇਲੇ ਬਹੁਤ ਇੰਪੋਰਟੈਂਟ ਹੈ ਸੋਸ਼ਲ ਡਿਸਟੈਂਸਿੰਗ ਦਾ ਤੇ ਸੇਵਾਦਾਰ ਜਿਹੜੇ ਨੇ ਪ੍ਰੋਪਰ ਤਰੀਕੇ ਨਾਲ ਮਾਸਕ ਲਾ ਕੇ ਉਹਨਾਂ ਨੂੰ ਸਰਵ ਕਰਨ ਤੇ ਸਟੈਗਰਡ ਤਰੀਕੇ ਦੇ ਨਾਲ ਜਾਣ ਕਿ ਛੋਟੇ ਛੋਟੇ ਗਰੁੱਪਸ ਦੇ ਵਿੱਚ ਕਿ ਲੰਗਰ ਹਾਲ ਦੀ ਵੈਂਟੀਲੇਸ਼ਨ ਦਾ ਖਿਆਲ ਰੱਖਿਆ ਜਾਵੇ। ਛੋਟੇ ਛੋਟੇ ਗਰੁੱਪਸ ਵਿੱਚ ਜਾਣ, ਉਹਦੇ ਬਾਅਦ ਇਨ ਬਿਟਵੀਨ ਦਾ ਗਰੁੱਪਸ ਕਲੀਨਿੰਗ ਪ੍ਰੋਪਰ ਕੀਤੀ ਜਾਵੇ। ਨੈਕਸਟ ਵਨ ਪਲੀਜ਼। ਸੰਗਤ ਲਈ ਪ੍ਰਿੰਸੀਪਲਸ ਇਹ ਵੀ ਨੇ ਕਿ ਜਿਹੜੇ ਘਰੋਂ ਆਣਗੇ ਉਹ ਮਾਸਕ ਦੇ ਬਦਲੇ ਅਗਰ ਕੱਪੜਿਆਂ ਦਾ ਆਪਣਾ ਹੋਮਮੇਡ ਮਾਸਕ ਲਾ ਕੇ ਆਣ, ਜਿਹਦੀ ਗਵਰਨਮੈਂਟ ਵੈਬਸਾਈਟ ਤੇ ਟੈਕਨੀਕ ਵੀ ਲਿਖੀ ਹੈ। ਇਹ ਇੰਪੋਰਟੈਂਟ ਹੈ ਕਿਉਂਕਿ ਫਿਰ ਇਹਦੇ 'ਚ ਸਟਾਫ ਦੇ ਫਰੰਟ ਲਾਈਨ ਵਰਕਰਾਂ ਲਈ ਇਹ ਸਮਾਨ ਬਚ ਕੇ ਰਹਿੰਦਾ ਹੈ। ਤੇ ਪਬਲਿਕ ਟਰਾਂਸਪੋਰਟ ਜਿੱਦਾਂ ਦੱਸਿਆ ਸੀ ਅਵੋਇਡ ਕੀਤਾ ਜਾਵੇ ਤੇ ਇੰਪੋਰਟੈਂਟ ਹੈ ਤੇ ਉਹਦੀਆਂ ਗਾਈਡਲਾਈਨਸ ਵੀ ਦੱਸੀਆਂ ਨੇ। ਹੈਂਡ ਵਾਸ਼ਿੰਗ ਅਸੀਂ ਦੱਸ ਚੁੱਕੇ ਹਾਂ। ਕਲੋਜ਼ ਵੈਂਟੀਲੇਟਡ ਸਪੇਸਿਸ ਨੂੰ ਅਵੋਇਡ ਕਰੀਏ। ਵੀਰ ਜੀ ਨੇ ਦੱਸਿਆ ਸੀਗਾ ਲਿਫਟ ਦੇ ਬਾਰੇ। ਇਨ ਜਨਰਲ ਲਿਫਟ ਨੂੰ ਅਵੋਇਡ ਕਰਨਾ ਸੁਜੈਸਟ ਕੀਤਾ ਗਿਆ ਕਿਉਂਕਿ ਲਿਫਟ ਕਲੋਜ਼ ਸਪੇਸ ਹੈਗੀ ਹੈ। ਪਰ ਜਿਹੜੇ ਨਹੀਂ ਕਰ ਸਕਦੇ ਫਿਰ ਉਹਨਾਂ ਨੂੰ ਯੂਜ਼ ਤੇ ਕਰਨਾ ਪਏਗਾ, ਪਰ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ। ਤੇ ਗਰੁੱਪਸ ਤੇ ਕੋਈ ਬੰਦਾ ਤੁਹਾਡੇ ਨੇੜੇ ਆ ਕੇ ਤੁਹਾਡੇ ਨਾਲ ਗੱਲ ਨਾ ਕਰੇ। ਨੈਕਸਟ ਵਨ ਪਲੀਜ਼। ਗੁਰਦੁਆਰਾ ਸਪੈਸੀਫਿਕ ਮੈਜਰਸ ਇਹ ਨੇ ਜੀ, ਗੁਰਦੁਆਰੇ ਨੂੰ ਆਪਣਾ ਓਵਰਆਲ ਰਿਸਕ ਮੈਨੇਜਮੈਂਟ ਅਸੈਸਮੈਂਟ ਤੇ ਪ੍ਰੀਪਰੇਸ਼ਨ ਕਰਨੀ ਹੈ। ਗੁਰਦੁਆਰੇ ਵਿੱਚ ਸਪੈਸੀਫਿਕ ਪੁਆਇੰਟਸ ਨੂੰ ਆਇਡੈਂਟੀਫਾਈ ਕਰਨਾ ਪੈਣਾ ਜਿਹੜੇ ਹਾਈ ਰਿਸਕ ਏਰੀਆ ਨੇ। ਫੋਰ ਐਗਜ਼ਾਮਪਲ ਜਿੱਥੇ ਮੱਥਾ ਟੇਕਦਾ ਹਰ ਬੰਦਾ ਜਾ ਕੇ ਟੇਕੇਗਾ, ਉਹ ਜਗ੍ਹਾ ਦਾ ਕਲੀਨ ਹੋਣਾ ਜ਼ਰੂਰੀ ਹੈ। ਜਿੱਥੇ ਫਿਰ ਕੈਪੈਸਿਟੀ ਦੀ ਗੱਲ ਹੋਈ, ਉਹ ਕੈਪੈਸਿਟੀ ਸੋਸ਼ਲ ਡਿਸਟੈਂਸਿੰਗ ਦੀ ਬੇਸ ਕਰਕੇ ਐਜੂਕੇਸ਼ਨ ਹੋਣੀ ਚਾਹੀਦੀ ਹੈ ਸੇਵਾਦਾਰਾਂ ਦੀ, ਸੰਗਤ ਦੀ, ਸਟਾਫ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ। ਇਹ ਸਾਰਾ ਪ੍ਰੋਸੈਸ ਡਾਕਟਰਸ, ਕੁਆਲੀਫਾਈਡ ਡਾਕਟਰਸ ਨੂੰ ਓਵਰਸੀ ਕਰਨਾ ਚਾਹੀਦਾ ਹੈ। ਲੋਕਲ ਡਾਕਟਰ ਦੀ ਡਿਊਟੀ ਲੈਣੀ ਚਾਹੀਦੀ ਹੈ। ਨੈਕਸਟ ਵਨ ਪਲੀਜ਼। ਵੈਂਟੀਲੇਸ਼ਨ ਜੀ ਸਭ ਤੋਂ ਇੰਪੋਰਟੈਂਟ ਹੈ। ਹੁਣ ਇਹ ਕਿਹਾ ਗਿਆ ਹੈਗਾ ਕਿ ਵੈਂਟੀਲੇਸ਼ਨ ਜਿਹੜੀ ਹੈ ਇਹ ਪ੍ਰੋਟੈਕਟ ਕਰਦੀ ਹੈ ਇਨਫੈਕਸ਼ਨ ਤੋਂ। ਖਿੱਲੀਆਂ ਖੁੜਕੀਆਂ ਹੋਣ, ਦਰਵਾਜ਼ੇ ਸਾਰੇ ਖੁੱਲੇ ਹੋਣੇ ਚਾਹੀਦੇ ਆ, ਐਗਜ਼ੌਸਟ ਸਿਸਟਮ ਫੁੱਲ ਕੈਪੈਸਿਟੀ 'ਚ ਕੰਮ ਕਰਨ, ਐਕਸਟ੍ਰੈਕਟਰ ਫੈਨ ਲਾਓ ਤੇ ਜੇ 에ਅਰ ਐਕਸਚੇਂਜ ਫੈਸਿਲਿਟੀ ਹੈ ਉਹ ਤਾਂ ਹੋਰ ਹੀ ਚੰਗੀ ਚੀਜ਼ ਹੈ ਜੇ ਹੈ ਅਵੇਲੇਬਲ ਤਾਂ। ਨੈਕਸਟ ਵਨ ਪਲੀਜ਼। ਗੁਰਦੁਆਰਾ ਸਪੈਸੀਫਿਕ ਮੈਜਰਸ ਨੇ ਕਿ ਛੋਟੀਆਂ ਗੈਦਰਿੰਗਾਂ ਕੀਤੀਆਂ ਜਾਣ ਸੋਸ਼ਲ ਡਿਸਟੈਂਸਿੰਗ ਨੂੰ ਰਹਿ ਕੇ। ਕੀਰਤਨ ਕਰ ਸਕਦੇ ਨੇ ਰਾਗੀ ਸਾਹਿਬ ਆਪਣੇ ਵਿੱਚ ਡਿਸਟੈਂਸ ਰੱਖ ਕੇ ਤੇ ਉਹਨਾਂ ਦੇ ਸਾਹਮਣੇ ਨਾ ਇੱਕ ਪਲੈਕਸੀ ਸ਼ੀਟ ਲਾਈ ਜਾਵੇ ਕਿਉਂਕਿ ਸਿੰਗਿੰਗ ਦੇ ਵੇਲੇ ਐਰੋਸੋਲ ਬਹੁਤ ਜਨਰੇਟ ਹੁੰਦੀ ਹੈ। ਤੇ ਜਿਹੜੇ ਰਾਗੀ ਤਿੰਨ ਨੇ ਹੋਣਾ ਚਾਹੀਦਾ ਕਿ ਦੇ ਸ਼ੁੱਡ ਬੀ ਫਰਮ ਦਾ ਸੇਮ ਹਾਊਸ ਹੋਲਡ, ਇਕੱਠੇ ਰਹਿਣੇ ਚਾਹੀਦੇ ਨੇ ਜਿਹਦੇ ਨਾਲ ਫਿਰ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਲੋੜ ਨਹੀਂ ਪਏਗੀ ਤੇ ਇਕੱਠੇ ਬੈਠ ਸਕਦੇ ਨੇ। ਫਿਰ ਹਾਂਜੀ, ਦੇਗ ਜਿਹੜੀ ਸੌਰੀ ਇੱਥੇ ਖਤਮ ਕਰੋ ਤੇ ਫਿਰ ਆਪਣੇ ਡਾਕਟਰ ਤਰਵਿੰਦਰ ਹੋਣਾ ਦੇ ਕੋਲੋਂ ਪੁੱਛਦੇ ਹਾਂ। ਹਾਂਜੀ, ਇਹਦੇ 'ਚ ਕੀ ਰਜਿੰਦਰ ਜੀ, ਸੌਰੀ ਮੈਂ ਇੰਟਰਰਪਟ ਕੀਤਾ, ਇਹ 'ਚ ਕੁਝ ਹੋਰ ਕਹਿਣਾ ਚਾਹੁੰਦੇ ਸੀ? ਹਾਂਜੀ, ਤੇ ਐਕਸਟਰਾ ਸਪੈਸ਼ਲ ਅਰੇਂਜਮੈਂਟ more than 70 high risk ਸੰਗਤ ਦੀ ਤੇ separate entrance ਤੇ exit। I'll pass it on to my colleagues। ਓਕੇ, ਹਾਂਜੀ ਡਾਕਟਰ ਤਰਵਿੰਦਰ ਜੀ, ਜਿਹੜੀਆਂ ਇਹ ਗੱਲਾਂ ਹੋਈਆਂ ਜਿਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਵੀ ਜਿਹੜੇ ਓਵਰ 70s ਆ ਉਹਨਾਂ ਦੀ ਤੇ ਜਾਂ ਹੋਰ ਚੀਜ਼ਾਂ ਜੀ ਮੱਥਾ ਟੇਕਣ ਦੀ ਖਾਸ ਕਰਕੇ ਜਿਹੜੇ ਆਪਣੇ ਰਾਗੀ ਕੀਰਤਨ ਕਰਦੇ ਆ, ਹੋਰ ਇਹਨਾਂ ਦੇ ਬਾਰੇ ਤੁਸੀਂ ਕੀ ਸ਼ਾਮਲ ਕਰਨਾ ਚਾਹੁੰਦੇ ਹੋ? ਹਾਂਜੀ, ਇਹਦੇ 'ਚ ਇਹੋ ਹੀ ਹੈ ਕਿ ਇਹ ਸਾਰੀਆਂ ਚੀਜ਼ਾਂ ਪੋਸੀਬਲ ਨੇ ਵਿਦ ਪ੍ਰੀਕਾਸ਼ਨ ਕਿਉਂਕਿ ਵਾਇਰਸ ਅਸੀਂ ਜਾਣਦੇ ਹਾਂ ਕਿ ਫੈਲਦਾ ਜਾਂ ਖਾਂਸੀ ਕਰਨਾ ਜਾਂ ਸਨੀਜ਼ ਕਰਨ ਨਾਲ ਜਾਂ ਤੇਜ਼ ਬੋਲਣ ਨਾਲ ਜਾਂ ਜਦੋਂ ਕੀਰਤਨ ਕਰਨਗੇ ਤੇ ਉਦੋਂ ਵੀ ਪੋਸਿਬਿਲਿਟੀ ਹੈ ਅਗਰ ਕਿਸੇ ਨੂੰ ਇਨਫੈਕਸ਼ਨ ਹੋਏ ਤੇ ਉਹ ਸਾਹਮਣੇ ਆ ਸਕਦਾ। ਪਰ ਅਗਰ ਡਿਸਟੈਂਸ ਮੇਨਟੇਨਡ ਹੈ ਜਾਂ ਸ਼ੀਲਡ ਹੈ ਸਾਹਮਣੇ ਤਾਂ ਇਹ ਪੋਸੀਬਲ ਹੈ ਕਰਨਾ ਤੇ ਇਹਦੀ ਜ਼ਰੂਰਤ ਤੇ ਹੈ। ਤੇ ਇਸ ਲਈ ਆਈ ਥਿੰਕ ਇਹ ਪ੍ਰੀਕਾਸ਼ਨ ਲੈ ਕੇ ਇਹ ਸਟੈਪ ਲੈਣਾ ਪਏਗਾ ਕਿ ਇਹਨੂੰ ਅਲਾਉ ਕੀਤਾ ਜਾਏ। ਜਿਵੇਂ ਉਹਨਾਂ ਨੇ ਦੱਸਿਆ ਕਿ ਰਾਗੀ ਸਿੰਘ ਬੈਠ ਸਕਦੇ ਨੇ ਨੇੜੇ ਜਿਹੜੇ ਇਕੱਠੇ ਰਹਿੰਦੇ ਨੇ ਕਿਉਂਕਿ ਇੱਕ ਹਾਊਸ ਹੋਲਡ ਵਿੱਚ ਤੇ ਵੈਸੇ ਹੀ ਅਲਾਉਡ ਹੈ।
ਅਗਰ ਉਹ ਅਲੱਗ-ਅਲੱਗ ਜਗ੍ਹਾ ਤੋਂ ਆ ਰਹੇ ਆ ਤੇ ਫਿਰ ਉਹਨਾਂ ਦੇ ਵਿੱਚ ਡਿਸਟੈਂਸ ਬਣਾ ਕੇ ਰੱਖਣੀ ਪਏਗੀ ਕਿ ਸਟੇਜ ਤੇ ਜ਼ਿਆਦਾ ਬਾਕੀ ਸੰਗਤ ਨਾ ਜਾਏ। ਸੰਗਤ ਨਾਲ ਅਜੇ ਸ਼ਾਇਦ ਕੀਰਤਨ ਨਹੀਂ ਕਰ ਸਕਦੀ ਕਿਉਂਕਿ ਉਹਦੇ ਨਾਲ ਫਿਰ ਰਿਸਕ ਵਧੇਗਾ। ਬਾਕੀ ਲੰਗਰ ਵਾਸਤੇ ਲੰਗਰ ਬਣ ਤੇ ਰਹੇ ਹੀ ਨੇ ਪਹਿਲਾਂ। ਤੇ ਲੰਗਰ ਸਰਵ ਕਰਨੇ 'ਚ ਜਿਵੇਂ ਉਹਨਾਂ ਦੱਸਿਆ ਕਿ ਉਦੋਂ ਖਾਣ ਲੱਗਿਆ ਮਾਸਕ ਉਤਾਰੇ ਜਾਣਗੇ ਤੇ ਇਸ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਸੋਸ਼ਲ ਡਿਸਟੈਂਸ ਮੇਨਟੇਨ ਹੋਏ। ਸਾਹਮਣੇ ਅਗਰ ਹਾਂ ਇੱਕ ਦੂਸਰੇ ਦੇ ਤੇ 2-3 ਸਟੈਪ ਦੀ ਡਿਸਟੈਂਸ ਜ਼ਰੂਰੀ ਹੈ। ਅਗਰ ਸਾਈਡ ਤੋਂ ਸਾਈਡ ਜਾਂ ਬੈਕ ਟੂ ਬੈਕ ਹੈ ਤੇ ਡਿਸਟੈਂਸ ਥੋੜੀ ਘੱਟ ਵੀ ਜਿਵੇਂ ਹੁਣ ਗਵਰਨਮੈਂਟ ਦੀ ਗਾਈਡਲਾਈਨਸ ਵਿੱਚ ਆ ਰਿਹਾ ਕਿ 1 ਮੀਟਰ ਹੋਏ। ਲੇਕਿਨ ਫੇਸ ਟੂ ਫੇਸ ਜਦੋਂ ਖੜੇ ਆ ਉਦੋਂ ਡਿਸਟੈਂਸ ਜ਼ਰੂਰੀ ਹੈ ਕਿ ਘੱਟ ਤੋਂ ਘੱਟ 2 ਮੀਟਰ ਜਾਂ 3 ਸਟੈਪ ਦੀ ਡਿਸਟੈਂਸ ਮੇਨਟੇਨ ਕੀਤੀ ਜਾਵੇ। ਬਾਕੀ ਜੋ ਹਾਈ ਰਿਸਕ ਦੀ ਗੱਲ ਹੈ ਉਹ ਤੇ ਜਿਹੜੇ ਵੀ ਏਜ ਦੇ ਹਿਸਾਬ ਦੇ ਨਾਲ ਰਿਸਕ ਜ਼ਿਆਦਾ ਹੈ। ਜਿਵੇਂ ਏਜ ਵੱਧਦੀ ਹੈ ਜਾਂ ਹੋਰ ਕੋਮੋਰਬਿਡਿਟੀਜ਼ ਨੇ ਤੇ ਉਹਨਾਂ ਵਾਸਤੇ ਖਤਰਾ ਜ਼ਿਆਦਾ ਹੈ। ਅਗਰ ਇਨਫੈਕਸ਼ਨ ਹੋ ਗਿਆ ਤੇ ਉਹਨਾਂ ਵਾਸਤੇ ਸਪੈਸ਼ਲ ਪ੍ਰੀਕਾਸ਼ਨ ਕੰਟੀਨਿਊ ਕਰਨੀਆਂ ਪੈਣਗੀਆਂ। ਹਾਂਜੀ ਡਾਕਟਰ ਸਰਪ੍ਰੀਤ ਜੀ, ਤੁਸੀਂ ਕੀ ਸ਼ਾਮਲ ਕਰਨਾ ਚਾਹੁੰਦੇ ਹੋ? ਹਾਂਜੀ, ਹਾਈ ਰਿਸਕ ਪਾਪੂਲੇਸ਼ਨ ਤਾਂ ਮੈਂ ਬਿਲਕੁਲ ਐਗਰੀ ਕਰਦਾ ਹਾਂ ਕਿ ਉਹਨਾਂ ਦੀ ਪ੍ਰੀਕਾਸ਼ਨਸ ਲੈਣੀ ਪੈਣਗੀ, ਪਰ ਸਾਡੀ ਯੰਗਰ ਪਾਪੂਲੇਸ਼ਨ ਨੂੰ ਅੱਗੇ ਹੋ ਕੇ ਉਹਨਾਂ ਦਾ ਸਾਥ ਦੇਣਾ ਪਏਗਾ ਕਿਉਂਕਿ ਉਹਨਾਂ ਨੂੰ ਮੁਸ਼ਕਿਲ ਆਏਗੀ। ਜਿਵੇਂ ਕਿ ਮੇਰੇ ਸਾਥੀ ਵੀਰਾਂ ਨੇ ਦੱਸਿਆ ਕਿ ਪਬਲਿਕ ਟਰਾਂਸਪੋਰਟ ਦਾ ਅਵੋਇਡ ਕਰਨਾ ਚਾਹੀਦਾ ਹੈ। ਤਾਂ 70 ਸਾਲ ਤੋਂ ਉੱਪਰ ਸਪੈਸ਼ਲੀ ਜਿਹੜੇ ਕੋਮੋਰਬਿਡਿਟੀਜ਼ ਹੈ, ਹਾਈ ਰਿਸਕ ਹੈ, ਉਹਨਾਂ ਨੂੰ ਗੁਰਦੁਆਰੇ ਆਉਣ ਲਈ ਮੁਸ਼ਕਿਲ ਆ ਸਕਦੀਆਂ ਹੈਗੀਆਂ। ਫਿਰ ਉੱਥੇ ਸਟੇਅਰਸ ਚੜ੍ਹਨੀਆਂ ਉਹਦੇ ਵਿੱਚ ਮੁਸ਼ਕਿਲ ਆ ਸਕਦੀਆਂ। ਤਾਂ ਗੁਰਦੁਆਰਾ ਮੈਨੇਜਮੈਂਟ ਵਿੱਚ ਕੋਈ ਨਾ ਕੋਈ ਹਰ ਵੇਲੇ ਸੇਵਾਦਾਰ ਹੋਏ ਜਿਹੜਾ ਕਿ ਉਹਨਾਂ ਦੀ ਹੈਲਪ ਕਰ ਸਕੇ। ਤੇ ਸਾਡੀ ਯੰਗਰ ਪਾਪੂਲੇਸ਼ਨ ਜਿਹੜੇ ਉਹਨਾਂ ਦੇ ਬੱਚੇ ਹੈ ਜਾਂ ਤੁਹਾਡੇ ਆਸ-ਪਾਸ ਜਿਹੜੇ ਲੋਕੀ ਸੁਸਾਇਟੀ 'ਚ ਰਹਿੰਦੇ ਹੈਗੇ ਆ, ਉਹਨਾਂ ਦਾ ਫਰਜ਼ ਹੈ ਕਿ ਉਹ ਆਪਣੇ ਗਰੁੱਪਸ ਬਣਾਉਣ ਇੰਡੀਵਿਜੂਅਲ ਸੁਸਾਇਟੀਜ਼ ਵਿੱਚ, ਜਿਹੜੇ ਏਦਾਂ ਦੇ ਲੋਕਾਂ ਨੂੰ ਗੁਰਦੁਆਰਾ ਲਿਆਉਣ ਵਿੱਚ ਜਾਂ ਟਰਾਂਸਪੋਰਟੇਸ਼ਨ ਵਿੱਚ ਹੈਲਪ ਕਰ ਸਕਣ ਜਾਂ ਉਹਨਾਂ ਦੀ ਅੱਗੇ ਵੀ ਉੱਥੇ ਹੈਲਪ ਕਰ ਸਕਣ। ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਸੰਗਤ ਕਿਉਂਕਿ ਇੱਕ ਦੂਜੇ ਨੂੰ ਜਾਣਦੀ ਹੈਗੀ ਹੈ ਤੇ ਗੁਰਦੁਆਰੇ ਨਾ ਇਕੱਲੇ ਧਾਰਮਿਕ ਬਲਕਿ ਇੱਕ ਸੋਸ਼ਲ ਗੈਦਰਿੰਗ, ਅਸੀਂ ਇੱਕ ਦੂਜੇ ਨੂੰ ਮਿਲੀਦਾ। ਕਈ ਵਾਰੀ ਹਫ਼ਤੇ ਬਾਅਦ ਅਸੀਂ ਗੁਰਦੁਆਰੇ ਹੀ ਮਿਲੀਦਾ ਇੱਕ ਦੂਜੇ ਨੂੰ ਤੇ ਉੱਥੇ ਇੱਕ ਦੂਜੇ ਦੇ ਨਾਲ ਆਪਣੇ ਸੁੱਖ ਸਾਂਝਾ ਕਰਦੇ ਹਨ। ਪਰ ਜ਼ਰੂਰੀ ਹੈ ਕਿ ਡਿਸਟੈਂਸ ਮੇਨਟੇਨ ਕਰਕੇ ਰੱਖੇ ਜਾਣ ਤੇ ਆਪਣੇ ਆਲਟਰਨੇਟ ਵੇਸ ਆਫ ਕਮਿਊਨੀਕੇਸ਼ਨ ਡਿਵੈਲਪ ਕੀਤੇ ਜਾਣ ਇਸ ਔਖੀ ਘੜੀ 'ਚ। ਤੇ ਤਾਂ ਹੀ ਅਸੀਂ ਆਪਣੇ ਬਜ਼ੁਰਗਾਂ ਨੂੰ, ਹਾਈ ਰਿਸਕ ਪਾਪੂਲੇਸ਼ਨ ਨੂੰ ਸੇਵ ਕਰ ਸਕਾਂਗੇ। ਤੇ ਸਾਡੀ ਪੂਰੀ ਕਮਿਊਨਿਟੀ ਦਾ ਇੱਕ ਸੋਸ਼ਲ ਰਿਸਪੌਂਸਿਬਿਲਿਟੀ ਹੈ ਕਿ ਅਸੀਂ ਉਹਨਾਂ ਦਾ ਇਸ ਸਮੇਂ 'ਚ ਖਿਆਲ ਰੱਖੀਏ। ਬਹੁਤ ਬਹੁਤ ਧੰਨਵਾਦ। ਹਾਂਜੀ ਡਾਕਟਰ ਤਰਵਿੰਦਰ ਜੀ, ਜਿਹੜੀ ਆਪਣੀ ਸਲਾਈਡ 26 ਹੈਗੀ 26, ਉਹ ਹੈਗੀ ਗੁਰਦੁਆਰਾ ਪੈਸੀਫਿਕ ਮੈਜਰਸ, ਕਿਉਂਕਿ ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ। ਤੇ ਤੁਸੀਂ ਇਹ ਦੋ ਸਲਾਈਡਾਂ ਜਿਹੜੀਆਂ ਹੈਗੀਆਂ 26 ਐਂਡ 27 ਦੇ ਉੱਤੇ ਆਪਣੀ ਜੋ ਵੀ ਗੱਲਬਾਤ ਹੈਗੀ ਉਹ ਦੱਸੋ। ਹਾਂਜੀ ਰਜਿੰਦਰ ਜੀ, ਸੌਰੀ ਬਿਫੋਰ। ਹਾਂਜੀ ਗੁਰਦੁਆਰਾ ਸਪੈਸੀਫਿਕ ਮੈਜਰ ਸਰਬਪ੍ਰੀਤ ਜੀ ਨੇ ਪ੍ਰਿਪੇਅਰ ਕੀਤੀ ਹੈ ਸਰਪ੍ਰੀਤ ਨੇ ਜੀ, ਗੁਰਦੁਆਰਾ ਸਪੈਸੀਫਿਕ ਸਰਬਪ੍ਰੀਤ ਜੀ ਨੇ ਪ੍ਰਿਪੇਅਰ ਕੀਤੀ। ਅੱਛਾ ਜੀ, ਓਕੇ, ਦੱਸੋ ਜੀ। ਤੇ ਗੁਰਦੁਆਰਾ ਸਪੈਸੀਫਿਕ ਮੈਜਰਸ ਵਿੱਚ ਮੈਂ ਕਹਾਂਗਾ ਇਹਦੇ ਵਿੱਚ ਦੋਨਾਂ ਦਾ ਰੋਲ ਆਉਂਦਾ ਹੈ, ਮੈਨੇਜਮੈਂਟ ਗੁਰਦੁਆਰਾ ਦਾ ਤੇ ਸੰਗਤ ਦਾ। ਪਰ ਅਸੀਂ ਗੁਰਦੁਆਰੇ 'ਚ ਕਰ ਕੀ ਸਕਦੇ ਹੈਗੇ ਹਾਂ, ਜਿਵੇਂ ਕਿ ਵੀਰ ਜੀ ਨੇ ਪਹਿਲਾਂ ਦੱਸਿਆ ਕਿ ਸਮਾਲ ਗੈਦਰਿੰਗਸ ਰੱਖਣੀ ਚਾਹੀਦੀਆਂ। ਹੋ ਸਕਦਾ ਹੈ ਕਿ ਜਿੰਨਾ ਗੁਰਦੁਆਰਿਆਂ 'ਚ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ ਇੱਕ ਵਾਰ ਤੇ ਵੀਕਲੀ ਪ੍ਰੋਗਰਾਮਸ, ਤੇ ਉਹਨਾਂ ਵਿੱਚ ਬਾਈ ਵੀਕਲੀ ਪ੍ਰੋਗਰਾਮ ਰੱਖੇ ਜਾਣ ਜਾਂ ਇੱਕ ਦਿਨ 'ਚ ਇੱਕ ਤੋਂ ਜ਼ਿਆਦਾ ਟਾਈਮ ਤੇ ਸਵੇਰੇ ਤੇ ਸ਼ਾਮ ਰੱਖੇ ਜਾਣ ਤਾਂ ਕਿ ਸੰਗਤ ਉਹਦਾ ਲਾਹਾ ਲੈ ਸਕਣ। ਕੀਰਤਨ ਜਿਹੜੇ ਕਿ ਸੇਮ ਹਾਊਸ ਹੋਲਡ ਰਹਿੰਦੇ ਆ ਉਹ ਤਾਂ ਇਕੱਠੇ ਬੈਠ ਸਕਦੇ ਆ, ਰਾਕੀ ਜਿਹੜੇ ਦੂਸਰੇ ਹੈ ਉਹ ਆਪਸ ਦੇ ਵਿੱਚ ਡਿਸਟੈਂਸ ਮੇਨਟੇਨ ਕਰਕੇ ਜਾਂ ਸ਼ੀਲਡਿੰਗ ਕਰ ਸਕਦੇ ਹਨ। ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਮੁਸ਼ਕਿਲ ਆਉਣੀ ਚਾਹੀਦੀ ਹੈ। ਦੇਖ ਜਿਵੇਂ ਵੀਰ ਜੀ ਨੇ ਕਿਹਾ, ਉਹ ਪ੍ਰਿਪੇਅਰ ਕਰਨ ਲਈ ਪੂਰਾ ਮੈਟੀਕੂਲਸਲੀ ਹਾਈਜੀਨ, ਪਹਿਲਾਂ ਹੱਥ ਧੋ ਕੇ ਗਲਵਸ ਪਾ ਕੇ ਪ੍ਰਿਪੇਅਰ ਕਰਨ ਲੱਗੇ, ਵਰਤੋਂ ਕਰਨ ਲੱਗੇ। ਜਿਵੇਂ ਕਿ ਕਿਹਾ ਕਿ ਬੈਟਰ ਹੈ ਕਿ ਕਿਸੇ ਮੈਟਲ ਸਪੂਨ ਨਾਲ ਜਿਹਨੂੰ ਪਹਿਲਾਂ ਕਲੀਨ ਕੀਤਾ ਗਿਆ ਹੋਏ ਉਹਦੇ ਨਾਲ ਵਰਤਾਇਆ ਜਾਏ। ਲੰਗਰ ਵਿੱਚ ਬਹੁਤ ਜ਼ਰੂਰੀ ਹੈ ਕਿ ਸੋਸ਼ਲ ਡਿਸਟੈਂਸਿਸ ਮੇਨਟੇਨ ਕੀਤੀ ਜਾਏ, ਕਿਉਂਕਿ ਅਸੀਂ ਆਮ ਤੌਰ ਤੇ ਦੇਖੀਦੇ ਆ ਕਿ ਸੰਗਤ ਪੰਗਤ 'ਚ ਥੱਲੇ ਵੀ ਬਹਿੰਦੀ ਹੈ ਤੇ ਚੇਅਰਸ ਟੇਬਲਸ ਵੀ ਗੁਰਦੁਆਰੇ ਲੱਗੇ ਹੁੰਦੇ ਤੇ ਉੱਥੇ ਵੀ ਬਹਿੰਦੀ ਹੈ। ਤਾਂ ਐਡਿਕੁਏਟਲੀ ਪਹਿਲਾਂ ਹੀ ਸਪੇਸਿੰਗ ਅਲਾਉ ਕੀਤੀ ਜਾਏ ਚੇਅਰਸ ਦੀ ਗੁਰਦੁਆਰੇ ਮੈਨੇਜਮੈਂਟ ਵੱਲੋਂ ਜਿਸ ਦਿਨ ਪ੍ਰੋਗਰਾਮ ਹੋਏ, ਤਾਂ ਕਿ ਐਡਿਕੁਏਟ ਡਿਸਟੈਂਸ ਮੇਨਟੇਨ ਕਰ ਸਕਣ। ਸਪੈਸ਼ਲੀ ਹਾਈ ਰਿਸਕ ਦੀ ਉਹਨਾਂ ਲਈ ਸਪੈਸ਼ਲ ਅਰੇਂਜਮੈਂਟ ਹੋਣੇ ਚਾਹੀਦੇ ਆ। ਮੇਰੇ ਹਿਸਾਬ ਨਾਲ ਉਹਨਾਂ ਦੇ ਟਾਈਮਿੰਗਸ ਅਲੱਗ ਤੋਂ ਵੀ ਰੱਖਣੇ ਚਾਹੀਦੇ ਆ ਤਾਂ ਕਿ ਜਿਹੜੇ ਜਨਰਲ ਪਾਪੂਲੇਸ਼ਨ ਦੇ ਟਾਈਮ ਤੇ ਨਹੀਂ ਆਉਣਾ ਚਾਹੀਏ ਉਹ ਆ ਸਕਣ।
ਇਸੇ ਤਰ੍ਹਾਂ ਲੰਗਰ ਲਈ ਵੀ ਉਹਨਾਂ ਲਈ ਸਪੈਸ਼ਲ ਅਸੀਂ ਰੋਜ਼ ਮੇਨਟੇਨ ਕਰਕੇ ਰੱਖ ਸਕਦੇ ਹਾਂ, ਜਾਂ ਟੇਬਲ ਚੇਅਰਸ ਉਹਨਾਂ ਲਈ ਸੈਪਰੇਟ ਰੱਖ ਸਕਦੇ ਹਾਂ ਰਿਜ਼ਰਵ, ਤਾਂ ਕਿ ਉਹ ਵਿੱਚ ਮਿੰਗਲ ਨਾ ਹੋਣ। ਸੈਪਰੇਟ ਐਂਟਰੈਂਸ ਐਗਜ਼ਿਟ ਜ਼ਰੂਰੀ ਹੈਗੇ ਆ, ਜੇ ਪੋਸੀਬਲ ਹੈ, ਹਰ ਜਗ੍ਹਾ ਨਹੀਂ ਹੋ ਸਕਦੇ, ਪਰ ਜਿੰਨਾ ਤੱਕ ਹੋ ਸਕੇ ਅਸੀਂ ਸਾਈਨ ਪੋਸਟਿੰਗ ਉੱਥੇ ਰੱਖੀਏ ਕਿਸ ਪਾਸੇ ਆਣਾ ਹੈ। ਵਨ ਵੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਤਾਂ ਕਿ ਓਵਰ ਕਰਾਊਡਿੰਗ ਨਾ ਹੋਏ। ਇਸ ਲਈ ਪੰਜਾਬੀ ਤੇ ਇੰਗਲਿਸ਼ ਵਿੱਚ ਦੋਨਾਂ ਵਿੱਚ ਸਾਈਨ ਪੋਸਟਿੰਗ ਹੋਏ ਤਾਂ ਕਿ ਸੰਗਤ ਨੂੰ ਕਲੀਅਰਲੀ ਸਮਝ ਆ ਸਕੇ ਕਿੱਥੋਂ ਜਾਣਾ ਹੈ ਤੇ ਕਿੱਥੋਂ ਬਾਹਰ ਆਣਾ ਹੈ। ਜਨਰਲ ਪ੍ਰਿੰਸੀਪਲਸ ਜਿਹੜੇ ਹੈਗੇ ਆ ਬਾਕੀ ਵੀਰ ਜੀ ਦੱਸ ਚੁੱਕੇ ਆ, ਜਿਵੇਂ ਕਿ ਹੱਥ ਮੂੰਹ ਨੂੰ ਨਾ ਲਗਾਇਆ ਜਾਏ, ਫੇਸ ਨੂੰ ਕਵਰ ਕੀਤਾ ਜਾਏ, ਭਾਵੇਂ ਉਹ ਕੱਪੜੇ ਦਾ ਮਾਸਕ ਹੋਏ, ਭਾਵੇਂ ਉਹ ਬੀਬੀਆਂ ਚੁੰਨੀਆਂ ਲੈ ਸਕਦੀ ਹੈਗੀਆਂ ਜਾਂ ਡਿਸਪੋਜ਼ੇਬਲ ਮਾਸਕ ਯੂਜ਼ ਕਰ ਸਕਦੇ ਹੋ। ਫ੍ਰੀਕੁਐਂਟ ਹੈਂਡ ਵਾਸ਼ਿੰਗ, ਤੇ ਜ਼ਰੂਰੀ ਹੈ ਅਸੀਂ ਕਿ ਦਰਵਾਜ਼ੇ ਖੁੱਲੇ ਰੱਖੀਏ ਗੁਰਦੁਆਰਿਆਂ ਦੇ ਜਦੋਂ ਵੀ ਪ੍ਰੋਗਰਾਮ ਹੋਏ, ਤਾਂ ਕਿ ਸੰਗਤ ਬਾਰ-ਬਾਰ ਉਸ ਤੇ ਹੱਥ ਨਾ ਲਗਾਏ ਖੋਲਣ ਲਈ, ਤੇ ਇਸ ਤਰ੍ਹਾਂ ਅਸੀਂ ਇਨਫੈਕਸ਼ਨ ਨੂੰ ਘਟਾ ਸਕਦੇ ਹੈਗੇ ਹਾਂ। ਇਸੇ ਤਰ੍ਹਾਂ ਵਿੰਡੋਜ਼ ਵੀ ਖੁੱਲੀ ਰੱਖੀਏ, ਕਿਉਂਕਿ ਏਅਰ ਸਰਕੂਲੇਟ ਹੁੰਦੀ ਰਹੇਗੀ ਤਾਂ ਵਾਇਰਸ ਦਾ ਜਿੰਨਾ ਲੋਡ ਹੈਗਾ, ਜੇ ਉੱਥੇ ਕੋਈ ਇਨਫੈਕਸ਼ਨ ਏਸਿਮਟੋਮੈਟਿਕ ਹੈਗਾ ਵੀ ਹੈ ਤਾਂ ਉਹ ਘਟ ਜਾਂਦਾ ਹੈਗਾ। ਪਲੈਕਸੀ ਗਲਾਸ ਯੂਜ਼ ਕਰ ਸਕਦੇ ਹੈਗੇ ਆ। ਜਿਹੜੇ ਕਾਮਨ ਯੂਜ਼ ਵਾਲੇ ਏਰੀਆਜ਼ ਹੈ, ਜਿਵੇਂ ਕਿ ਵੀਰ ਜੀ ਨੇ ਕਿਹਾ, ਜਿਵੇਂ ਮੱਥਾ ਟੇਕਣਾ, ਤਾਂ ਉਹਦੇ ਵਿੱਚ ਸੰਗਤ ਜਾਂ ਖੜੇ ਹੋ ਕੇ ਮੱਥਾ ਟੇਕੇ, ਕੋਸ਼ਿਸ਼ ਕरें ਕਿ ਆਪਣਾ ਨੀਚੇ ਮੂੰਹ ਜਾਂ ਨੱਕ ਨਾ ਲਗਾਈਏ, ਤੇ ਜੇ ਕੋਈ ਉੱਥੇ ਪਲਾਸਟਿਕ ਦੀ ਸ਼ੀਟ ਰੱਖ ਸਕਦੇ ਜਿਹਦਾ ਕਿ ਫ੍ਰੀਕੁਐਂਟ ਉਹਨੂੰ ਸਾਫ਼ ਕੀਤਾ ਜਾ ਸਕੇ ਤਾਂ ਨਥਿੰਗ ਲਾਈਕ ਦੈਟ। ਐਂਟਰੀ ਪੁਆਇੰਟਸ ਜੇ ਪੋਸੀਬਲ ਹੋਏ ਤਾਂ ਮਲਟੀਪਲ ਰੱਖਣੇ ਅੱਛੇ ਰਹਿਣਗੇ ਤਾਂ ਕਿ ਓਵਰ ਕਰਾਊਡਿੰਗ ਤੋਂ ਬਚਿਆ ਜਾ ਸਕੇ। ਤੇ ਸੰਗਤ ਜੋੜਿਆਂ ਦੀ ਸੇਵਾ ਕਰਨੀ ਹੈ ਤਾਂ ਬੈਟਰ ਹੈ ਕਿ ਆਪਣੇ ਆਪਣੇ ਸ਼ੂਜ਼ ਆਪ ਰੱਖੋ, ਦੂਜਿਆਂ ਦੇ ਕਿਸੇ ਦੇ ਸੰਗਤ ਦੇ ਬਿਲੋਂਗਿੰਗਸ ਨੂੰ ਇਸ ਵੇਲੇ ਨਾ ਹੱਥ ਲਗਾਇਆ ਜਾਏ ਇਨਫੈਕਸ਼ਨ ਕ੍ਰਾਸ ਕੰਟੈਮੀਨੇਸ਼ਨ ਤੋਂ ਬਚਣ ਲਈ। ਤੇ ਜਿਹੜੇ ਹਾਈ ਰਿਸਕ ਵਾਲੇ ਹੈਗੇ ਆ ਜਾਂ ਮੈਡੀਕਲ ਕੋਮੋਰਬਿਡਿਟੀਜ਼ ਵਾਲੇ ਪੇਸ਼ੈਂਟਸ ਹੈਗੇ ਆ ਜਾਂ ਸੰਗਤ ਹੈਗੀ ਹੈ, ਉਹਨਾਂ ਲਈ ਕੋਸ਼ਿਸ਼ ਕੀਤੀ ਜਾਣੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਨਾ ਲੱਗੇ ਕਿ ਅਸੀਂ ਉਹਨਾਂ ਨੂੰ ਹੈਲਪ ਨਹੀਂ ਕਰ ਰਹੇ। ਐਕਸਟਰਾ ਟਾਈਮ ਦੇ ਕੇ ਜਾਂ ਉਹਨਾਂ ਲਈ ਕੀਰਤਨ ਦਾ ਅਲੱਗ ਸੈਸ਼ਨ ਰੱਖ ਕੇ ਤੇ ਉਹਨਾਂ ਨੂੰ ਪੂਰਾ ਇਨਵੋਲਵ ਕੀਤਾ ਹੋਣਾ ਚਾਹੀਦਾ, ਕਿਉਂਕਿ ਦੇਖਣ ਤੌਰ ਤੇ ਆਉਂਦਾ ਕਿ ਈਵਨ ਉਹਨਾਂ ਦੀ ਮੈਂਟਲ ਹੈਲਥ ਲਈ ਵੀ ਵਧੀਆ ਰਹਿੰਦਾ, ਕਿਉਂਕਿ ਜਦੋਂ ਅਸੀਂ ਗੁਰੂ ਘਰ ਆਉਂਦੇ ਹਾਂ ਤਾਂ ਸਾਨੂੰ ਇੱਕ ਮਨ ਦੀ ਸ਼ਾਂਤੀ ਮਿਲਦੀ ਹੈਗੀ ਹੈ, ਗੁਰੂ ਦਾ ਕੀਰਤਨ ਸੁਣਦੇ ਹਨ, ਤਾਂ ਉਹਨਾਂ ਨੂੰ ਇਸ ਚੀਜ਼ ਤੋਂ ਡਿਵੋਇਡ ਨਹੀਂ ਕੀਤਾ ਜਾਣਾ ਚਾਹੀਦਾ। ਤੇ ਐਸ ਪੋਸੀਬਲ ਹੈ ਵਿਦ ਆਲ ਪ੍ਰੀਕਾਸ਼ਨਸ ਕਿ ਅਸੀਂ ਇਹ ਸਭ ਕਰ ਸਕਦੇ ਹੈਗੇ ਆ। ਇਹਦੇ ਚ ਸਾਰਿਆਂ ਨੂੰ ਅਸੀਂ ਸਿਰਫ ਗੁਰਦੁਆਰੇ ਮੈਨੇਜਮੈਂਟ ਤੋਂ ਨਹੀਂ ਐਕਸਪੈਕਟ ਕਰ ਸਕਦੇ ਕਿ ਉਹ ਸਾਰਾ ਕੁਝ ਕਰਨ। ਐਸ ਸੰਗਤ, ਐਸ ਪਾਰਟ ਆਫ ਸੋਸਾਇਟੀ, ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਕਲੈਕਟਿਵ ਐਫਰਟ ਹੋਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਸਰਪ੍ਰੀਤ ਜੀ। ਹਾਂਜੀ ਡਾਕਟਰ ਤਰਵਿੰਦਰ ਜੀ, ਰਜਿੰਦਰਪਾਲ ਜੀ, ਥੈਂਕਸ ਫॉर ਕਰੈਕਟਿੰਗ ਮੀ। ਡਾਕਟਰ ਤਰਵਿੰਦਰ ਜੀ, 27 ਜਿਹੜੀ ਸਲਾਈਡ ਹੈਗੀ ਆ, ਇਹਦੇ ਵਿੱਚ COVID-19 ਕੇਸ ਲੋਡ ਤੋਂ ਤੁਸੀਂ ਸ਼ੁਰੂ ਕਰੋ, ਤੇ 27 ਤੇ 28 ਦੇ ਵਿੱਚ ਜੋ ਕੁਝ ਵੀ ਹੁਣ ਵਾਪਰ ਰਿਹਾ ਤੇ ਕੀ ਕੁਝ ਹੋਇਆ ਹੈਗਾ, ਇਹਦੇ ਬਾਰੇ ਦੱਸੋ। ਹਾਂਜੀ, ਇਹ ਕੋਵਿਡ ਪੈਂਡੇਮਿਕ ਜੋ ਹੈ ਪੂਰੇ ਦੁਨੀਆ 'ਚ ਫੈਲਿਆ, ਤੇ ਸਾਨੂੰ ਪਤਾ ਹੀ ਹੈ ਕਿ ਇਸੇ ਕਰਕੇ ਇੰਨੀਆਂ ਸਾਰੀਆਂ ਪ੍ਰੀਕਾਸ਼ਨ ਲਈਆਂ ਜਾ ਰਹੀਆਂ। ਅਗਰ ਵਰਲਡ ਵਾਈਡ ਦੇਖਿਆ ਜਾਏ ਤੇ ਕਰੀਬ 1 ਕਰੋੜ ਕੇਸਿਸ ਪੋਜ਼ਿਟਿਵ ਆ ਚੁੱਕੇ ਨੇ ਹੁਣ ਤੱਕ, ਜਿਨ੍ਹਾਂ ਦਾ ਟੈਸਟ ਹੋਇਆ, ਤੇ ਬਹੁਤ ਸਾਰੇ ਹੋਣਗੇ ਜਿਨ੍ਹਾਂ ਦਾ ਟੈਸਟ ਨਹੀਂ ਹੋਇਆ, ਤਾਂ ਇਸ ਤੋਂ ਵੱਧ ਨੰਬਰ ਹੋਏਗਾ। ਜਿਨ੍ਹਾਂ ਦੇ ਵਿੱਚ ਹਸਪੀਟਲਸ ਵਿੱਚ ਮੋਸਟਲੀ ਜਾਂ ਰਿਪੋਰਟਡ ਜਿਹੜੀਆਂ ਡੈਥਸ ਨੇ, ਇਹ ਕਰੀਬ 5 ਲੱਖ ਦੇ ਕਰੀਬ ਡੈਥਸ ਹੋ ਚੁੱਕੀਆਂ। ਤੇ ਇਹ ਕੋਈ ਛੋਟੀ ਗੱਲ ਨਹੀਂ ਹੈ, ਇਹ ਕਾਫੀ ਵੱਡੀ ਪ੍ਰੋਬਲਮ ਹੈ, ਔਰ ਇਹ ਮੇਰੇ ਖਿਆਲ ਸਾਰੇ ਲੋਕ ਸਮਝ ਵੀ ਰਹੇ ਨੇ। ਜਿਹੜੇ ਕੇਸਿਸ ਦੁਨੀਆ ਭਰ ਨੇ, ਉਹਨਾਂ ਚੋਂ ਕਰੀਬ ਅਜੇ ਵੀ 4 ਮਿਲੀਅਨ ਦੇ ਕਰੀਬ ਐਕਟਿਵ ਕੇਸਿਸ ਨੇ, ਬਾਕੀ ਰਿਕਵਰ ਹੋ ਗਏ ਨੇ ਜਾਂ ਡੈਥਸ ਹੋ ਗਈਆਂ, ਤੇ ਫਿਰ ਵੀ ਲਗਭਗ 4 ਮਿਲੀਅਨ ਕੇਸਿਸ ਹਨ ਨੇ ਜਿਹੜੇ ਅਜੇ ਤੱਕ ਐਕਟਿਵ ਨੇ। ਅਸੀਂ ਇਹ ਤੋਂ ਅੱਗੇ ਅਜੇ ਅਸੀਂ ਕਾਫੀ ਪੈਂਡੇਮਿਕ ਦੇ ਵਿੱਚ ਹੀ ਹਾਂ, ਅਗਰ ਦੁਨੀਆ ਭਰ ਦੀ ਗੱਲ ਕੀਤੀ ਜਾਏ। ਜੇ ਅਸੀਂ ਇੰਗਲੈਂਡ UK ਦੀ ਗੱਲ ਕੀਤੀ ਜਾਏ ਤਾਂ UK 'ਚ ਵੀ 3 ਲੱਖ ਤੋਂ ਜ਼ਿਆਦਾ ਕੇਸਿਸ ਹੁਣ ਤੱਕ ਰਿਪੋਰਟ ਹੋ ਚੁੱਕੇ ਨੇ, ਔਰ 40-45,000 ਦੇ ਕਰੀਬ ਡੈਥਸ ਹੋ ਚੁੱਕੀਆਂ ਜਿਹੜੀਆਂ ਰਿਪੋਰਟਡ ਨੇ ਹਸਪੀਟਲਸ ਦੇ ਵਿੱਚ। ਇਸ ਕੰਟਰੀ 'ਚ ਪੀਕ ਜੋ ਆਈ ਸੀ ਉਹ April ਦੇ ਮਿਡ ਵਿੱਚ ਸੀਗੀ, 10th to 25th April ਪੀਕ ਸੀਗੀ। ਤੋ ਇਹ ਥੋੜਾ ਫੋਰਚੂਨੇਟ ਹੈ ਕਿ ਅਸੀਂ ਹੁਣ ਪੀਕ ਤੋਂ ਅੱਗੇ ਵੱਧ ਕੇ ਉਹਦੇ ਥੱਲੜੇ ਪਾਰਟ ਚੱਲ ਰਹੇ ਹਾਂ, ਤਾਂ ਫਿਰ ਵੀ ਇਹ ਕਿਤੇ ਖਤਮ ਹੋਣ ਦੇ ਨੇੜੇ ਨਹੀਂ ਹੈ, ਕਿਉਂਕਿ ਅਜੇ ਵੀ ਲਗਭਗ 1000 ਕੇਸਿਸ ਰੋਜ਼ ਨਵੇਂ ਕੇਸਿਸ ਆ ਰਹੇ ਨੇ ਸਾਹਮਣੇ, ਔਰ ਲਗਭਗ 150 ਦੇ ਕਰੀਬ 100 ਤੋਂ 200 ਦੇ ਵਿੱਚ ਡੈਥਸ ਵੀ ਐਵਰੀ ਡੇ ਰਿਪੋਰਟ ਹੋ ਰਹੀਆਂ ਹਸਪੀਟਲ ਦੇ ਵਿੱਚ।
ਇਸ ਦੇ ਨਾਲ ਹੀ ਇਹ ਸਭ ਇਸ ਲਈ ਹੋਇਆ ਕਿਉਂਕਿ ਪਬਲਿਕ ਨੇ, ਗਵਰਨਮੈਂਟ ਨੇ ਮੈਜਰਸ ਲਏ, ਸੋਸ਼ਲ ਡਿਸਟੈਂਸਿੰਗ ਕੀਤੀ, ਲੋਕਡਾਊਨ ਹੋਇਆ। ਪਰ ਜਦੋਂ ਸਾਰੇ ਲੋਕ ਵਾਪਸ ਨਾਰਮਲ ਦੀ ਤਰਫ ਜਾਣਗੇ ਤੇ ਸੈਕੰਡ ਵੇਵ ਵੀ ਪੋਸੀਬਲ ਹੈ। ਉਹ ਵਿੰਟਰ ਦੇ ਵਿੱਚ ਵੈਸੇ ਵੀ ਫਲੂ ਸੀਜ਼ਨ ਆ ਜਾਂਦਾ, ਤੇ ਸੈਕੰਡ ਵੇਵ ਅਗਰ ਆਏਗੀ ਉਹਦੇ ਵਿੱਚ ਖਤਰਾ ਹੈ ਕਿ ਉਹ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੋ ਸਕਦੀ ਹੈ। ਉਹਦੇ ਚ ਡੈਥਸ ਇਸ ਤੋਂ ਜ਼ਿਆਦਾ ਪ੍ਰਪੋਰਸ਼ਨ ਵਿੱਚ ਹੋ ਸਕਦੀਆਂ। ਜੋ ਡੈਥਸ ਹੋ ਰਹੀਆਂ ਉਹ ਸਾਨੂੰ ਪਤਾ ਹੈ, ਇਹਦੇ ਬਾਰੇ ਕਾਫੀ ਡਿਸਕਸ਼ਨ ਵੀ ਹੋ ਸਕਿਆ ਕਿ ਕੁਝ ਲੋਕ ਜ਼ਿਆਦਾ ਰਿਸਕ ਪ੍ਰੋਨ ਨੇ। ਸਾਡੀ ਕਮਿਊਨਿਟੀ ਫੁੱਲ ਸਾਰੀ ਬੇਮ ਕਮਿਊਨਿਟੀ 'ਚ ਜ਼ਿਆਦਾ ਰਿਸਕ ਹੈ ਡੈਥ ਦਾ ਅਗਰ ਇਨਫੈਕਸ਼ਨ ਹੋ ਜਾਏ। ਏਜ ਦੇ ਹਿਸਾਬ ਨਾਲ ਡੈਥਸ ਦੇ ਚਾਂਸਸ ਵੱਧਦੇ ਨੇ, ਜਾਂ ਹੋਰ ਜਿਹੜੇ ਮੈਡੀਕਲ ਪ੍ਰੋਬਲਮਸ ਨੇ ਮੇਲਸ ਦੇ ਵਿੱਚ ਥੋੜਾ ਜ਼ਿਆਦਾ ਰਿਸਕ ਹੈ। ਤੇ ਇਹ ਰਿਸਕ ਕਿਉਂਕਿ ਸਾਡੀ ਕਮਿਊਨਿਟੀ 'ਚ ਹੋਰ ਜ਼ਿਆਦਾ ਹੈ ਤੇ ਸਾਨੂੰ ਹੋਰ ਜ਼ਿਆਦਾ ਪ੍ਰੀਕਾਸ਼ਨ ਲੈਣੀਆਂ ਪਏਗੀਆਂ ਜਦੋਂ ਵੀ ਅਸੀਂ ਗੁਰਦੁਆਰੇ ਦੀ ਐਕਟੀਵਿਟੀ ਨੂੰ ਵਧਾਵਾਂਗੇ, ਔਰ ਸਟੈਪ ਵਾਈਜ਼ ਇਹ ਸਭ ਇਨਕਰੀਮੈਂਟ ਕਰਨੇ ਪੈਣਗੇ। ਇੱਕ ਹੋਰ ਚੀਜ਼ ਹਾਈਲਾਈਟ ਕਰਨ ਦੀ ਜ਼ਰੂਰਤ ਹੈ ਕਿ ਕੋਈ ਵੀ ਡੈਫੀਨਿਟ ਟ੍ਰੀਟਮੈਂਟ ਅਜੇ ਤੱਕ ਇਸ ਬਿਮਾਰੀ ਦਾ ਜਾਂ ਇਸ ਇਨਫੈਕਸ਼ਨ ਦਾ ਅਵੇਲੇਬਲ ਨਹੀਂ ਹੈ। ਇਸ ਲਈ ਪ੍ਰੀਕਾਸ਼ਨ ਜੋ ਹੈ ਉਹੀ ਬੈਸਟ ਥਿੰਗ ਹੈ ਕਿ ਇਹਨੂੰ ਅਵੋਇਡ ਕੀਤਾ ਜਾਏ ਇਨਫੈਕਸ਼ਨ ਹੋਣ ਦਾ। ਟ੍ਰੀਟਮੈਂਟ ਜੋ ਵੀ ਗੱਲ ਕਰ ਰਹੇ ਨੇ ਮੋਸਟਲੀ ਐਂਟੀਵਾਇਰਲ ਡਰੱਗਸ ਜਾਂ ਕੋਈ ਆਯੁਰਵੈਦਿਕ ਇੰਡੀਆ 'ਚ ਗੱਲ ਕਰਦੇ ਆ ਜਾਂ ਕਿਤੇ ਵੀ ਹੋਰ ਵੀ ਜਿਹੜੀਆਂ ਮੈਡੀਕੇਸ਼ਨ ਆ ਰਹੀਆਂ, ਉਹਨਾਂ ਦਾ ਸਿਰਫ ਇਫੈਕਟਿਵ ਹੈ ਮਾਈਲਡ ਕੇਸਿਸ ਵਿੱਚ, ਮੋਡਰੇਟ ਕੇਸਿਸ ਵਿੱਚ, ਜਿਹਨੂੰ ਕਿ ਜੋ ਆਪਣੇ ਆਪ ਹੀ ਠੀਕ ਹੋ ਜਾਂਦੇ ਆ 3 ਤੋਂ 7 ਦਿਨ ਦੇ ਅੰਦਰ। ਉਹਦਾ ਕੋਈ ਮਤਲਬ ਨਹੀਂ ਹੈ, ਉਹਦੇ ਲਈ ਤੁਸੀਂ ਪ੍ਰੂਵ ਨਹੀਂ ਕਰ ਸਕਦੇ ਕਿ ਉਹ ਟ੍ਰੀਟਮੈਂਟ ਨੇ ਫਾਇਦਾ ਕੀਤਾ ਹੈ, ਉਹ ਆਪਣੇ ਆਪ ਹੀ ਵਾਇਰਲ ਡਿਜ਼ੀਜ਼ ਠੀਕ ਹੋ ਗਈ। ਜਦੋਂ ਇਹ ਆਪਣੇ ਪੀਕ ਤੇ ਜਾਂਦੀ ਹੈ ਉਸ ਤੋਂ ਬਾਅਦ ਖਾਲੀ ਸਪੋਰਟਿਵ ਮੈਜਰਸ ਨੇ ਤੇ ਬਾਡੀ ਆਪਣੇ ਆਪ ਹੀਲ ਕਰਦੀ ਹੈ। ਕੁਝ ਟ੍ਰੀਟਮੈਂਟ ਹੈ ਨੇ ਹਸਪੀਟਲ ਵਿੱਚ, ਪਰ ਮੋਸਟਲੀ ਐਕਸਪੈਰੀਮੈਂਟਲ ਨੇ, ਕੋਈ ਐਸਾ ਡੈਫੀਨਿਟ ਟ੍ਰੀਟਮੈਂਟ ਅਜੇ ਤੱਕ ਨਹੀਂ ਹੈ ਅਵੇਲੇਬਲ। ਨੈਕਸਟ ਪਲੀਜ਼। ਅਗਰ ਹੁਣ ਗੱਲ ਕੀਤੀ ਜਾਏ ਕਿ ਜਦੋਂ ਇਨਫੈਕਸ਼ਨ ਹੁੰਦਾ ਹੈ ਉਹਨਾਂ ਦੇ ਵਿੱਚ ਤੇ ਕਿਸ ਤਰ੍ਹਾਂ ਲਗਭਗ 3/4 ਕੇਸਿਸ ਤੇ ਠੀਕ ਹੋ ਜਾਂਦੇ ਆ ਆਪਣੇ ਆਪ ਹੀ, ਜਿੱਦਾਂ ਚ ਕੁਝ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਮਾਈਲਡ ਸਿੰਪਟਮਸ ਹੁੰਦੇ ਆ, ਹਸਪੀਟਲ ਜਾਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਬੁਖਾਰ, ਖਾਂਸੀ ਜਾਂ ਕੋਈ ਸਿੰਪਟਮਸ ਜਿਹੜੇ ਹੋਰ ਨੇ ਹੋਣਗੇ, ਲੇਕਿਨ ਉਹ ਆਪਣੇ ਆਪ ਠੀਕ ਹੋ ਜਾਂਦੇ ਆ। 1/4 ਪੇਸ਼ੈਂਟਸ ਜਿਹੜੇ ਆ ਇਨਫੈਕਸ਼ਨ ਤੋਂ ਬਾਅਦ ਉਹਨਾਂ ਨੂੰ ਹਸਪੀਟਲ 'ਚ ਐਡਮਿਟ ਹੋਣਾ ਪੈਂਦਾ, ਆਕਸੀਜਨ ਦੇਣੀ ਪੈਂਦੀ ਹੈ ਜਾਂ ਹੋਰ ਸਪੈਸੀਫਿਕ ਟ੍ਰੀਟਮੈਂਟ ਦੇਣੇ ਪੈਂਦੇ ਆ, ਜਾਂ ਸੈਕੰਡਰੀ ਇਨਫੈਕਸ਼ਨ ਨਾ ਹੋ ਜਾਏ, ਜੇ ਹੋ ਜਾਏ ਤੇ ਉਹਨੂੰ ਐਂਟੀਬਾਇਓਟਿਕਸ ਨਾਲ ਟ੍ਰੀਟ ਕਰਨਾ ਹੁੰਦਾ। ਉਹਨਾਂ ਦੇ ਵਿੱਚੋਂ 25 ਵਿੱਚੋਂ 20% ਜੋ ਕਿ ਹਸਪੀਟਲ ਵਾਲਿਆਂ ਦਾ 80% ਪੇਸ਼ੈਂਟ ਜਿਹੜੇ ਨੇ ਉਹ ਠੀਕ ਹੋ ਜਾਂਦੇ ਨੇ ਹਸਪੀਟਲ ਟ੍ਰੀਟਮੈਂਟ ਦੇ ਨਾਲ, ਜਾਂ ਆਈਟੀਯੂ ਵਿੱਚ ਵੈਂਟੀਲੇਸ਼ਨ ਦੀ ਜ਼ਰੂਰਤ ਪਏ ਤੇ ਉਸ ਤੋਂ ਬਾਅਦ ਵੀ। ਲੇਕਿਨ 5% ਲੋਕਾਂ ਦੀ ਡੈਥ ਹੋ ਜਾਂਦੀ ਹੈ। ਇਹ ਜਨਰਲ ਪਰਸੈਪਸ਼ਨ ਹੈ ਜਾਂ ਵਰਲਡ ਫਿਗਰਸ ਨੇ, ਪਰ ਅਗਰ ਅਸੀਂ ਸਿਰਫ ਯੂਕੇ ਦੀ ਗੱਲ ਕਰੀਏ ਤੇ ਯੂਕੇ ਦੇ ਵਿੱਚ ਜੋ ਰਿਪੋਰਟਡ ਕੇਸਿਸ ਨੇ ਉਹਨਾਂ ਦੇ ਚੋਂ 14% ਦੀ ਡੈਥ ਹੋ ਗਈ ਹੈ, ਜੋ ਕਿ 3 ਟਾਈਮਸ ਮੋਰ ਹੈ ਅਗਰ ਅਸੀਂ ਜਨਰਲ ਟਰਮ ਵਿੱਚ ਗੱਲ ਕਰਨੇ ਆ। ਇਹਦਾ ਮਤਲਬ ਸਾਨੂੰ ਪੂਰੀ ਤਰ੍ਹਾਂ ਪਤਾ ਨਹੀਂ ਹੈ ਕਿ ਇਹਦੀ ਮੋਰਟੈਲਿਟੀ ਕਿੰਨੀ ਹੈ। ਇੱਥੇ 14% ਦੀ ਡੈਥ ਹੋ ਰਹੀ ਹੈ ਜਿਹੜੇ ਕਿ ਰਿਪੋਰਟਡ ਪੋਜ਼ਿਟਿਵ ਕੇਸਿਸ ਨੇ। ਇਹਦੇ ਵਿੱਚ ਵੀ ਸਾਡੀ ਕਮਿਊਨਿਟੀ ਵਿੱਚ ਜਾਂ ਓਵਰਆਲ ਬੇਮ ਦੇ ਵਿੱਚ 2 ਤੋਂ 3 ਟਾਈਮ ਜ਼ਿਆਦਾ ਡੈਥਸ ਨੇ ਅਗਰ ਸੀਵੀਅਰ ਇਨਫੈਕਸ਼ਨ ਹੋ ਜਾਏ ਕੰਪੇਅਰਡ ਟੂ ਵਾਈਟ ਕਲੀਗਸ। ਉਹਦੇ ਵਾਸਤੇ ਸਾਨੂੰ ਐਕਸਟਰਾ ਪ੍ਰੀਕਾਸ਼ਨ ਲੈਣੇ ਪੈਣਗੀਆਂ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਜਿੱਥੋਂ ਤੱਕ ਐਲਡਰਲੀ ਗਰੁੱਪ ਦਾ ਇਹ ਕਾਫੀ ਪੇਪਰਸ ਵਿੱਚ ਵੀ ਆਇਆ ਸੀ, ਇਹਦੀ ਜਦੋਂ ਗਵਰਨਮੈਂਟ ਫਿਗਰਸ ਮਾਰਚ ਅਪ੍ਰੈਲ ਦੀਆਂ ਉਹਨਾਂ ਨੂੰ ਐਨਾਲਾਈਜ਼ ਕੀਤਾ ਤੇ ਉਹਨਾਂ ਨੇ ਰਿਪੋਰਟ ਕੀਤਾ ਕਿ 34 ਟਾਈਮਸ ਮੋਰ ਲਾਈਕਲੀ ਟੂ ਡਾਈ, ਪੈਨਸ਼ਨਰਸ ਆਰ 34 ਟਾਈਮਸ ਮੋਰ ਲਾਈਕਲੀ ਟੂ ਡਾਈ ਫਰੋਮ ਕਰੋਨਾ ਵਾਇਰਸ। ਉਹਦੇ 'ਚ ਕੀ ਵੇਖਿਆ ਗਿਆ ਕਿ ਜਿੰਨੀਆਂ ਡੈਥਸ ਹੋਈਆਂ ਉਹਦੇ 'ਚ 88%, ਸੋ 85 to 90% ਡੈਥਸ ਜਿਹੜੀਆਂ ਨੇ ਉਹ ਓਵਰ 65 ਈਅਰ ਏਜ ਗਰੁੱਪ ਨੇ। 70 ਤੋਂ ਬਾਅਦ ਰਿਸਕ ਬਹੁਤ ਜ਼ਿਆਦਾ ਵੱਧਦਾ, ਜਿਵੇਂ ਏਜ ਵੱਧਦੀ ਹੈ ਤੇ ਰਿਸਕ ਆਫ ਡੈਥ ਬਹੁਤ ਤੇਜ਼ੀ ਨਾਲ ਵੱਧਦਾ ਅਗਰ ਵਾਇਰਸ ਇਨਫੈਕਸ਼ਨ ਹੋ ਗਿਆ ਤੇ। 65 ਤੋਂ ਘੱਟ ਦੇ ਵਿੱਚ 10-15% ਲੋਕ ਇਸ ਏਜ ਦੇ ਜਿਹੜੀਆਂ ਟੋਟਲ ਡੈਥਸ ਹੋਈਆਂ ਨੇ। ਤੇ ਇਸ ਲਈ ਜਦੋਂ ਵੀ ਆਪਾਂ, ਕਿਉਂਕਿ ਗੁਰਦੁਆਰਿਆਂ ਨੂੰ ਜਦੋਂ ਖੋਲ੍ਹਣਾ ਤੇ ਉਹਦੇ ਵਿੱਚ
ਐਲਡਰਲੀ ਗਰੁੱਪਸ ਦਾ ਇਨਵੋਲਵਮੈਂਟ ਬਹੁਤ ਜ਼ਿਆਦਾ ਹੋਣਾ ਹੈ, ਸੰਗਤ ਵਾਂਗੂ ਵੀ, ਸੇਵਾਦਾਰ ਵਾਂਗੂ ਵੀ, ਤੇ ਉਹਦੇ ਵਿੱਚ ਸਾਨੂੰ ਪ੍ਰੀਕਾਸ਼ਨਸ ਜ਼ਿਆਦਾ ਲੈਣੀਆਂ ਪੈਣਗੀਆਂ। ਤੇ ਇਹ ਪੁਆਇੰਟ ਫਿਰ ਤੋਂ ਸਟ੍ਰੈਸ ਕਰਨਾ ਚਾਹੁੰਦੇ ਹਾਂ ਕਿ ਸਾਡੀ ਕਮਿਊਨਿਟੀ 'ਚ ਰਿਸਕ ਜ਼ਿਆਦਾ ਹੈ, ਐਲਡਰਲੀ 'ਚ ਰਿਸਕ ਜ਼ਿਆਦਾ ਹੈ ਡੈਥ ਦਾ ਅਗਰ ਇਨਫੈਕਸ਼ਨ ਹੋ ਜਾਏ, ਤੇ ਸਾਨੂੰ ਐਕਸਟਰਾ ਪ੍ਰੀਕਾਸ਼ਨ ਲੈਣੀਆਂ ਪੈਣਗੀਆਂ ਹਰ ਮੂਮੈਂਟ 'ਤੇ। ਬਹੁਤ ਥੈਂਕ ਬਹੁਤ ਯੂ। ਧੰਨਵਾਦ ਡਾਕਟਰ ਤਲਵਿੰਦਰ ਜੀ। ਹਾਂਜੀ ਡਾਕਟਰ ਰਜਿੰਦਰਪਾਲ ਜੀ, ਜਿਹੜੀ ਆਪਣੀ ਆਖਰੀ ਸਲਾਈਡ ਹੈਗੀ ਤੇ ਉਸ ਤੋਂ ਬਾਅਦ ਆਪਣੇ ਕੋਲ ਕੁਝ ਮਿੰਟ ਨੇ ਜਿਹਦੇ ਵਿੱਚ ਥੋੜੀ ਜਨਰਲ ਇੱਕ ਦੋ ਸਵਾਲ ਜਿਹੜੇ ਹੈਗੇ ਉਹ ਤੁਹਾਨੂੰ ਪੁੱਛਣਾ ਚਾਹਾਂਗਾ। ਪਹਿਲੇ ਤੁਸੀਂ ਜਿਹੜੀ ਇਹ ਆਖਰੀ ਜਿਹੜੀ ਸਲਾਈਡ ਹੈਗੀ ਉਹਦੇ ਬਾਰੇ ਦੱਸ ਦਿਓ। ਬਹੁਤ ਧੰਨਵਾਦ ਜੀ। ਤੋ ਮੇਰੀ ਸੰਗਤਾਂ ਨੂੰ ਇਹ ਮੈਸੇਜ ਹੈ ਕਿ ਜਿੱਦਾਂ ਤਲਵਿੰਦਰ ਵੀਰ ਜੀ ਨੇ ਸਾਰੀ ਐਕਸਪਲੇਨੇਸ਼ਨ ਦਿੱਤੀ ਹੈ, ਇਹ ਕੋਵਿਡ-19 ਪੈਂਡੇਮਿਕ ਜਿਹੜਾ ਹੈਗਾ ਇਹ ਇਸ ਵੇਲੇ ਖਤਮ ਨਹੀਂ ਹੋਇਆ, ਤੇ ਸਾਨੂੰ ਪ੍ਰੀਕਾਸ਼ਨਾਂ ਜਿਹੜੀਆਂ ਨੇ ਉਹ ਲੈਣੀਆਂ ਹੀ ਪੈਣੀਆਂ ਨੇ। ਤੇ ਸਾਨੂੰ ਐਜ਼ ਸਿੱਖ ਕਮਿਊਨਿਟੀ ਰਿਸਪੌਂਸਿਬਲੀ ਸੋਸਾਇਟੀ ਦੇ ਵੱਲ ਬਿਹੇਵ ਕਰਨਾ ਪੈਣਾ। ਸਾਨੂੰ ਆਪਣੀ ਜਿਹੜੀ ਸੋਚ ਹੈ, ਰੈਸ਼ਨਲ ਥਿੰਕਿੰਗ ਹੈ, ਉਹਨੂੰ ਆਪਣੇ ਇਮੋਸ਼ਨਲ ਨਾਲ ਬੈਲੈਂਸ ਕਰਨਾ ਪੈਣਾ। ਇਹ ਜ਼ਰੂਰ ਹੈ ਕਿ ਸਾਨੂੰ ਗੁਰਦੁਆਰੇ ਦੀ ਲੋੜ ਹੈ, ਗੁਰੂ ਮਹਾਰਾਜ ਦੇ ਆਸ਼ੀਰਵਾਦ ਦੀ ਲੋੜ ਹੈ, ਗੁਰੂ ਮਹਾਰਾਜ ਸਾਡੀ ਮਦਦ ਕਰਨ ਦੇ ਵਿੱਚ, ਲੇਕਿਨ ਅਸੀਂ ਗੈਰ ਜ਼ਿੰਮੇਵਾਰ ਸਟੈਪ ਲੈ ਕੇ ਬਾਕੀ ਲੋਕਾਂ ਨੂੰ, ਹੋਰ ਕੰਟਰੀ ਨੂੰ ਅਸੀਂ ਇਹ ਵਾਇਰਸ ਸਪਰੈਡ ਨਹੀਂ ਕਰਾ ਸਕਦੇ। ਤੁਹਾਨੂੰ ਪਤਾ ਹੋਣਾ ਕਿ ਇੰਡੀਆ ਦੇ ਵਿੱਚ ਉਹ ਜਿਹੜੇ ਮਤਲਬੀ ਜਮਾਤ ਦੇ ਬੰਦੇ ਸੀਗੇ ਉਹਨਾਂ ਦਾ ਕਾਫੀ ਨੈਗੇਟਿਵ ਪ੍ਰਚਾਰ ਹੋਇਆ ਸੀ, ਕਿਉਂਕਿ ਉਹਨਾਂ ਦੇ ਗੈਦਰਿੰਗ ਦੇ ਵਿੱਚ ਵਾਇਰਸ ਇਨਫੈਕਟ ਹੋ ਕੇ ਕਿੰਨੇ ਬੰਦੇ ਮਰ ਗਏ ਤੇ ਉਹ ਸਪਰੈਡ ਕਰਕੇ ਕਿੰਨੇ ਕਿੰਨੇ ਥਾਵਾਂ 'ਚ ਇੰਡੀਆ ਚਲ ਗਏ। ਉਹਨੂੰ ਲੈ ਕੇ ਬਹੁਤ ਵੱਡਾ ਇਸ਼ੂ ਉਹਨਾਂ ਨੇ ਰੇਸ ਕੀਤਾ ਸੀ। ਤੇ ਮੇਰੀ ਇਹ ਸੋਚ ਹੈਗੀ ਕਿ ਅਸੀਂ ਡਾਕਟਰਸ ਨੂੰ ਇਨਵੋਲਵ ਕਰਕੇ ਇੱਕ ਸਟਰਕਚਰਡ ਤਰੀਕੇ ਨਾਲ ਗਵਰਨਮੈਂਟ ਨਾਲ ਇੰਗੇਜ ਕਰੀਏ, ਐਵੀਡੈਂਸ ਗੈਦਰ ਕਰਕੇ ਅਸੀਂ ਲੋਕਡਾਊਨ ਨੂੰ ਆਪਣੇ ਗੁਜ਼ਾਰੇ ਵਾਸਤੇ ਤੇ ਸਭ ਚੀਜ਼ਾਂ ਵਾਸਤੇ ਅਸੀਂ ਲਿਫਟ ਕਰੀਏ ਤਾਂ ਕਿ ਪ੍ਰੋਸੈਸ ਸੇਫ ਰਵੇ। ਇਹ ਨਹੀਂ ਹੈਗਾ ਕਿ ਅਸੀਂ ਨਹੀਂ ਕਰਨਾ ਚਾਹੁੰਦੇ, ਅਸੀਂ ਕਰਾਂਗੇ ਜ਼ਰੂਰ, ਪਰ ਇਹਨੂੰ ਸੇਫ ਤਰੀਕੇ ਦੇ ਨਾਲ ਅਸੀਂ ਕਰੀਏ ਤੇ ਬਾਕੀ ਗੁਰੂ ਮਹਾਰਾਜ ਸਾਨੂੰ ਆਪੇ ਗਾਈਡ ਕਰਨਗੇ। ਬਹੁਤ ਬਹੁਤ ਧੰਨਵਾਦ। ਹਾਂਜੀ, ਮੈਂ ਜਿਹੜੀ ਤੁਸੀਂ ਤਿੰਨਾਂ ਨੇ ਗੱਲ ਕੀਤੀ ਹੈਗੀ ਹੈ, ਜਦੋਂ ਗੁਰਦੁਆਰੇ ਦੇ ਵਿੱਚ ਜਾਂਦੇ, ਜਿਹੜੀ ਤੁਸੀਂ ਆਪਣੇ ਡਾਕਟਰ ਰਜਿੰਦਰ ਜੀ ਗੱਲ ਕੀਤੀ ਸੀ ਵੀ ਜਿਹੜੇ ਸਾਡੇ ਲੋਕਲ ਡਾਕਟਰਸ ਹੈਗੇ ਨੇ ਉਹ ਅੱਗੇ ਆਉਣ, ਇੱਕ ਸੇਵਾ ਦੇ ਤੌਰ ਦੇ ਉੱਤੇ ਆ ਕੇ ਐਡਵਾਈਜ਼ ਕਰਨ ਮੈਨੇਜਮੈਂਟ ਕਮੇਟੀਜ਼ ਨੂੰ ਵੀ ਇਹ ਜਿਹੜੀ ਵੀ ਚੀਜ਼ ਹੈ। ਕਈ ਵਾਰੀ ਇਹ ਵੀ ਸਵਾਲ ਆ ਜਾਂਦਾ ਹੁੰਦਾ, ਜਾਂ ਕੋਈ ਲੋਕ ਇਹ ਕਹਿੰਦੇ ਕੋਈ ਗੱਲ ਨਹੀਂ ਜੀ ਏਦਾਂ ਕਰ ਲਓ, ਕੋਈ ਨਹੀਂ, ਇਹਦੇ ਚ ਕਟਿੰਗ ਕਾਰਨਰ ਜਿਹਨੂੰ ਕਹਿੰਦੇ ਆਪਾਂ, ਉਹ ਚੀਜ਼ ਸਾਹਮਣੇ ਲੈ ਕੇ ਆ ਜਾਂਦੇ। ਤੇ ਤੁਸੀਂ ਜਿਹੜੇ ਆਪਣੇ ਦੇਖਣ ਵਾਲੇ ਆ ਉਹਨਾਂ ਨੂੰ ਕੀ ਸੁਜੈਸਟ ਕਰੋਗੇ, ਕੀ ਸਲਾਹ ਦਿਓਗੇ ਕਿ ਜਿਹੜੇ ਡਾਕਟਰਸ ਆਪਣੇ ਆਪ ਆਉਣ ਜਾਂ ਜਿਹੜੇ ਕਮੇਟੀ ਵਾਲੇ ਡਾਕਟਰਸ ਨੂੰ ਅਪਰੋਚ ਕਰਨ? ਦੋਨੋਂ ਚੀਜ਼ਾਂ ਨੇ ਜੀ। ਡਾਕਟਰਸ ਨੂੰ ਵੀ ਅਪਰੋਚ ਕਰਨਾ ਚਾਹੀਦਾ ਕਮੇਟੀ ਵਾਲਿਆਂ ਨੂੰ, ਤੇ ਕਮੇਟੀ ਵਾਲਿਆਂ ਨੂੰ ਵੀ ਅਪਰੋਚ ਕਰਨਾ ਚਾਹੀਦਾ ਡਾਕਟਰਸ ਨੂੰ। ਤੇ ਇਹ ਬਹੁਤ ਇੰਪੋਰਟੈਂਟ ਹੈਗਾ ਕਿ ਸਾਡੀ ਸਾਰੀ ਕਮਿਊਨਿਟੀ ਦੇ ਵਿੱਚ ਇੱਕ ਏਕਾ ਹੋਵੇ ਤੇ ਹਰ ਹੁਣ ਇਹਦੇ ਵਿੱਚ ਵੀ ਡਾਕਟਰਾਂ ਦੀ ਕਿੰਨੀਆਂ ਸਾਰੀ ਆਰਗੇਨਾਈਜੇਸ਼ਨਸ ਨੇ। ਮੇਰੀ ਇਹ ਉਮੀਦ ਹੈਗੀ ਕਿ ਸਾਰੀ ਆਰਗੇਨਾਈਜੇਸ਼ਨਸ ਇੱਕ ਸਿੰਗਲ ਬੈਨਰ ਦੇ ਅੰਡਰ ਆਉਣ, ਰਾਦਰ ਦੈਨ ਮਲਟੀਪਲ ਆਰਗੇਨਾਈਜੇਸ਼ਨ ਬਣਾ ਕੇ ਸਪਲਿਟ ਕਰ ਦਿੰਦੇ ਹਾਂ ਅਸੀਂ ਜਿਹੜੇ ਫੋਰਸਸ ਨੂੰ। ਉਹਦੇ ਬਾਅਦ ਫਿਰ ਮਿਕਸਡ ਮੈਸੇजेस ਜਾਣਾ ਸ਼ੁਰੂ ਹੋ ਜਾਂਦਾ ਹੈ। ਉਸੇ ਤਰ੍ਹਾਂ ਜਿਹੜੇ ਗੁਰਦੁਆਰੇ ਦੀ ਜਿਹੜੀ ਬਾਕੀ ਸੰਗਤਾਂ ਨੇ, ਮੈਨੇਜਮੈਂਟਸ ਨੇ, ਇਹ ਸਾਰੇ ਨੂੰ ਯੂਨਾਈਟ ਹੋਣਾ ਚਾਹੀਦਾ ਇਸ ਵੇਲੇ। ਵੈਸੇ ਵੀ ਸਾਡੀ ਸੰਖਿਆ ਜ਼ਿਆਦਾ ਨਹੀਂ ਹੈਗੀ ਤੇ ਇਸ ਵੇਲੇ ਏਕੇ ਦੀ ਬਹੁਤ ਲੋੜ ਹੈ। ਤੇ ਜੇ ਅਸੀਂ ਸਟਰਕਚਰਡ ਇਨਫੋਰਮੇਸ਼ਨ ਦਈਏ, ਮੇਰੀ ਇਹ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਵੀਰ ਜੀ ਹੋਰਾਂ ਨਾਲ ਤਿਆਰ ਕਰਨ ਦਾ ਮਕਸਦ ਹੀ ਇਹ ਹੈਗਾ ਕਿ ਅਸੀਂ ਇਹਨੂੰ ਇੱਕ ਪ੍ਰੋਪਰ ਤਰੀਕੇ ਦੇ ਨਾਲ ਬਣਾ ਕੇ ਐਜ਼ ਅ ਟੈਂਪਲੇਟ ਸਾਰਿਆਂ ਨੂੰ ਦਈਏ ਤਾਂ ਕਿ ਇਹਨੂੰ ਯੂਜ਼ ਕਰਨ। ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹ ਵੀ ਕਹਿਣਾ ਚਾਹਾਂਗੇ ਕਿ ਕੋਈ ਹੈਲਪਲਾਈਨ ਜੇ ਤੁਸੀਂ ਵੀ ਡੈਜ਼ਿਗਨੇਟ ਕਰ ਸਕੋ ਕਿ ਜੇ ਕਿਸੇ ਨੂੰ ਕੋਈ ਕੁਐਸਚਨ ਪੁੱਛਣਾ ਹੋਇਆ ਗਾਈਡੈਂਸ ਲਈ, ਤੇ ਇਹ ਇੱਕ ਹੈਲਪਲਾਈਨ ਹੈਗੀ ਹੈ, ਇਹ ਅਵੇਲੇਬਲ ਹੋਵੇ। ਉਹਦੇ ਥਰੂ ਤੁਸੀਂ ਮੈਨੂੰ, ਤਲਵਿੰਦਰ ਨੂੰ ਜਾਂ ਸਰਬਜੀਤ ਤੋਂ ਤੁਸੀਂ ਪੁੱਛ ਸਕਦੇ ਹੋ ਤੇ ਅਸੀਂ ਇਹਦੇ ਵਿੱਚ ਹੋਰ ਤੁਹਾਨੂੰ ਡਿਟੇਲਸ ਤੇ ਹੋਰ ਇਨਫੋਰਮੇਸ਼ਨ ਦੇ ਸਕਦੇ ਹਾਂ। ਤੇ ਇਹ ਚੈਨਲ ਵੀ ਥੋੜਾ ਜਿਹਾ ਖੁੱਲਣਾ ਚਾਹੀਦਾ ਹੈ। ਆਈ ਥਿੰਕ ਇੱਕ ਸਟਰਕਚਰਡ ਯੂਨੀਫਾਰਮ ਮੈਸੇਜ ਜਿਹੜਾ ਉਹ ਜਾਣਾ ਜ਼ਰੂਰੀ ਹੈ। ਇਸ ਵੇਲੇ ਮੈਂ ਦੇਖ ਰਿਹਾ ਕਿ ਫੋਰਸਸ ਡਿਵਾਈਡਡ ਨੇ, ਕੋਈ ਕੀ ਕਹਿ ਰਿਹਾ, ਕੋਈ ਕੀ ਕਹਿ ਰਿਹਾ, ਤੇ ਕੰਸਿਸਟੈਂਟ ਮੈਸੇਜ ਨਹੀਂ ਹੈਗਾ। ਤੇ ਕੁਝ ਵੈਬਸਾਈਟ ਦੇ ਵਿੱਚ ਕੁਝ ਲੋਕਾਂ ਨੇ ਗਲਤ ਤਰੀਕੇ ਦੇ ਨਾਲ ਮਾਸਕ ਪਾਏ ਹੈਗੇ ਆ, ਕੁਝ ਕਹਿ ਰਹੇ ਨੇ ਜੀ ਮਾਸਕ ਦੀ ਲੋੜ ਨਹੀਂ ਹੈਗੀ। ਮੇਰੇ ਹਿਸਾਬ ਦੇ ਨਾਲ ਇਹ ਹੋਣਾ ਨਹੀਂ ਚਾਹੀਦਾ। ਮਾਸਕ ਇਜ਼ ਵੈਰੀ 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 ਇੰਪੋਰਟੈਂਟ, ਗਵਰਨਮੈਂਟ ਗਾਈਡਲਾਈਨ ਵੀ ਕਹਿੰਦੀ। ਹਾਂਜੀ, ਸਰਬਜੀਤ ਜੀ, ਮੈਂ ਤੁਹਾਨੂੰ ਜਿਹੜੀ ਤੁਸੀਂ ਜਿਹੜੀ ਗੁਰਦੁਆਰੇ ਦੇ ਅੰਦਰ ਦੀ ਗੱਲਬਾਤ ਕੀਤੀ ਸੀਗੀ ਉਹਦੇ ਤੇ ਥੋੜਾ ਜਿਹਾ ਟੱਚ ਕੀਤਾ ਸੀ ਰਜਿੰਦਰ ਜੀ ਹੋਰਾਂ ਨੇ। ਜਦੋਂ ਤੁਸੀਂ ਪੈਸੇ ਮੱਥਾ ਟੇਕਦੇ ਹੈਗੇ ਆ, ਜਿਹੜੀ
ਆਮ ਆਪਣੀ ਹੈਗੀ ਹੈ ਵੀ ਜਿਸ ਤਰ੍ਹਾਂ ਨੋਟ ਹੈਗੇ ਜਾਂ ਕੋਇਨਸ ਹੈਗੇ, ਜਦੋਂ ਆਪਣੇ ਕੀਰਤਨੀਏ ਕੀਰਤਨ ਵੀ ਕਰਦੇ ਹੈਗੇ, ਉਹਨਾਂ ਨੂੰ ਵੀ ਅਸੀਂ ਉੱਠ ਕੇ ਇਹ ਪੈਸੇ ਦੇਣੇ ਆ, ਉਹਦੇ ਲਈ ਕੀ ਤੁਸੀਂ ਐਡਵਾਈਸ ਦਿਓਗੇ? ਦੇਖੋ ਜੀ, ਇਹ ਸੰਗਤ ਸ਼ਰਧਾ ਭਾਵਨਾ ਦਿੰਦੀ ਹੈਗੀ ਹੈ। ਹੁਣ ਇਸ ਚੀਜ਼ ਨੂੰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਪ੍ਰੈਕਟਿਸ ਨੂੰ ਬਿਲਕੁਲ ਚੇਂਜ ਕਰ ਸਕਦੇ ਹੋ ਕੋਵਿਡ ਟਾਈਮਸ ਵਿੱਚ, ਕਿਉਂਕਿ ਗੁਰਦੁਆਰਾ ਲਈ ਜੇ ਤੁਸੀਂ ਡੋਨੇਸ਼ਨ ਦੇਣਾ ਚਾਹੁੰਦੇ ਹੈਗੇ ਹੋ, ਜਾਂ ਇਮਾਰਤ ਦੀ ਉਸਾਰਤ ਲਈ ਹੋਏ ਜਾਂ ਮੈਨੇਜਮੈਂਟ ਲਈ ਹੋਏ, ਉਹਦੇ ਤਾਂ ਚਲੋ ਆਲਟਰਨੇਟ ਵੇਜ਼ ਹੁੰਦੇ ਹੈ ਕਿ ਚਲੋ ਤੁਸੀਂ ਆਨਲਾਈਨ ਪੇਮੈਂਟ ਕਰ ਸਕਦੇ ਹੋ, ਚੈੱਕ ਕੱਟ ਕੇ ਦੇ ਸਕਦੇ ਹੋ। ਪਰ ਜਿਵੇਂ ਸੰਗਤ ਉਸ ਵੇਲੇ ਔਰ ਕੀਰਤਨ ਕਰਨ ਵਾਲਿਆਂ ਦੇ ਅੱਗੇ ਬੇਟਾ ਚੜਾਉਂਦੀ ਹੈ, ਤਾਂ ਮੈਨੂੰ ਲੱਗਦਾ ਇਹਦਾ ਵੀ ਇੱਕ ਤਰੀਕਾ ਹੋ ਸਕਦਾ ਕਿ ਸੇਫਲੀ ਕੀਤਾ ਜਾ ਸਕਦਾ ਹੈਗਾ, ਕਿ ਜਿਵੇਂ ਕਿ ਸੰਗਤ ਥੋੜੀ ਇੱਕ ਦੂਰ ਥਾਂ ਰੱਖ ਲਿੱਤੀ ਜਾਵੇ, ਜਾਂ ਕੋਈ ਕੇਸ ਰੱਖ ਲਿੱਤਾ ਜਾਵੇ ਜਿੱਥੇ ਕਿ ਸੰਗਤ ਆਪਣੇ ਮਾਇਆ ਜਮ੍ਹਾਂ ਕਰਾ ਸਕਦੀ ਹੈਗੀ ਹੈ, ਤੇ ਫਿਰ ਮੈਨੇਜਮੈਂਟ ਵਿੱਚੋਂ ਹੀ ਕੋਈ ਸੇਵਾਦਾਰ ਆ ਕੇ, ਜਾਂ ਕੀਰਤਨ ਜੱਥੇ ਚੋਂ ਜਦੋਂ ਕੀਰਤਨ ਖਤਮ ਹੁੰਦਾ ਹੈ ਤਾਂ ਇੱਕ ਦੀ ਡਿਊਟੀ ਹੋਈ ਗਲਵਸ ਪਾ ਕੇ ਬਕਾਇਦਾ ਉਹਨੂੰ ਇੱਕ ਪਲਾਸਟਿਕ ਦੇ ਬੈਗ ਵਿੱਚ ਸੇਫਲੀ ਰੱਖ ਕੇ, ਤਾਂ ਕਿ ਉਹ ਨੋ ਟੱਚ ਟੈਕਨੀਕ ਹੋਏ ਤੇ ਇਨਫੈਕਸ਼ਨ ਦੇ ਕੰਟਰੋਲ ਵਿੱਚ ਨਾ ਹੋਏ, ਤਾਂ ਉਹਨੂੰ ਲਿਜਾ ਸਕਦੇ ਤੇ ਡਿਸਮੈਂਟਲ ਕਰਕੇ ਡਿਪੋਜ਼ਿਟ ਕਰਾ ਸਕਦੇ ਆ, ਜਾਂ ਜਿਸ ਤਰ੍ਹਾਂ ਮਰਜ਼ੀ ਯੂਜ਼ ਕਰ ਸਕਦੇ ਆ। ਤਾਂ ਸੇਫਟੀ ਦਾ ਜੇ ਅਸੀਂ ਪ੍ਰੀਕਾਸ਼ਨਸ ਲਈਏ ਤਾਂ ਫਿਰ ਵੀ ਪੋਸੀਬਲ ਹੈ, ਪਰ ਮੇਨਟੇਨ ਸੋਸ਼ਲ ਡਿਸਟੈਂਸਿੰਗ ਸਾਨੂੰ ਰੱਖਣੀ ਪਏਗੀ। ਤੇ ਜ਼ਰੂਰੀ ਹੈ ਕਿ ਕੋਈ ਇਸ ਤਰ੍ਹਾਂ ਦੀ ਥਾਂ ਡੈਲੀਗੇਟ ਕਰ ਦਿੱਤੀ ਜਾਣੀ ਚਾਹੀਦੀ ਹੈ ਕਿ ਉੱਥੇ ਸੰਗਤ ਪੈਸੇ ਡਿਪੋਜ਼ਿਟ ਕਰਾ ਸਕਣ। ਦੂਸਰਾ ਉਹਦਾ ਆਲਟਰਨੇਟ ਵੇ ਇਹ ਹੈ ਕਿ ਅਸੀਂ ਉੱਥੇ ਨੋਟਿਸ ਲਗਾ ਸਕਦੇ ਹਾਂ ਕਿ ਜੇ ਸੰਗਤ ਕੀਰਤਨੀਆਂ ਨੂੰ ਦੇ ਸਕਦੀ ਹੈ, ਤਾਂ ਉਹ ਵੀ ਜਿੱਥੇ ਕਿ ਮੇਨ ਸੇਵਾਦਾਰ ਬੈਠੇ ਹੁੰਦੇ ਆ ਗੁਰਦੁਆਰੇ ਦੀ ਸੇਵਾ ਲਈ, ਤਾਂ ਉਹ ਉਹਨਾਂ ਨੂੰ ਦੱਸ ਸਕਦੇ ਆ ਕਿ ਅਸੀਂ ਕੀਰਤਨ ਜੱਥਾ ਨੂੰ ਦੇਣਾ ਚਾਹੁੰਦੇ ਹਾਂ, ਤੇ ਉਹ ਜਿੰਨੀ ਮਾਇਆ ਆਈ ਹੈ ਉਸ ਨੂੰ ਬੈਂਕ ਟ੍ਰਾਂਸਫਰ ਰਾਹੀਂ ਗੁਰਦੁਆਰਾ ਕਮੇਟੀ ਕੀਰਤਨ ਜੱਥੇ ਵਾਲਿਆਂ ਦੇ ਟ੍ਰਾਂਸਫਰ ਕਰ ਸਕਦੀ ਹੈ। ਤਾਂ ਆਲਟਰਨੇਟ ਵੇਜ਼ ਹੈ। ਮੈਨੂੰ ਇਹ ਲੱਗਦਾ ਹੈ ਕਿ ਇੰਪੋਰਟੈਂਟ ਚੀਜ਼ ਹੈ ਕਿ ਬੇਸਿਕ ਕਾਮਨ ਸੈਂਸ ਨੂੰ ਫੋਲੋ ਕਰੀਏ ਤੇ ਪ੍ਰੀਕਾਸ਼ਨਸ ਲਈਏ, ਤੇ ਬਾਕੀ ਤਾਂ ਗੁਰੂ ਮਹਾਰਾਜ ਦਾ ਸਾਡੇ ਸਿਰ ਤੇ ਸਾਰਿਆਂ ਦੇ ਹੱਥ ਹੈ, ਤੇ ਜੇ ਸਾਡੀ ਆਪਣੀ ਨਾਲ ਕੋਸ਼ਿਸ਼ ਹੋਏ ਤੇ ਸਾਡੀ ਵਿਲ ਹੋਏ ਤੇ ਸਾਰੇ ਤਰੀਕੇ ਪੋਸੀਬਲ ਹੈ ਕਿ ਅਸੀਂ ਮੁੜ ਤੋਂ ਪੁਰਾਣੀ ਸੇਵਾਵਾਂ ਥੋੜੇ ਜਿਹੇ ਆਲਟਰਨੇਟ ਤਰੀਕੇ ਨਾਲ ਚਲਾ ਸਕੀਏ। ਰਵਿੰਦਰ ਜੀ, ਜਦੋਂ ਆਪਾਂ ਜਿਹੜੀ ਸੋਸ਼ਲ ਡਿਸਟੈਂਸ ਜਿਹਨੂੰ ਕਹਿੰਦੇ ਆ, ਆਪਸ ਵਿੱਚ ਹੀ ਦੂਰੀ ਹੈ, ਜਿੱਦਾਂ ਹੁਣ ਆਪਾਂ ਲੰਗਰ ਵਰਤਾਇਆ ਜਾ ਰਿਹਾ, ਜਿਹੜਾ ਤੁਸੀਂ ਗੱਲ ਦੇ ਵਿੱਚ ਕਿਹਾ ਵੀ ਸੀ, ਕਿਉਂਕਿ ਉਸ ਵੇਲੇ ਜੇ ਮਾਸਕ ਵੀ ਪਾਈ ਜਾਂ ਉਹ ਲੰਗਰ ਜਿਹੜਾ ਹੈਗਾ ਉਹ ਖਾਣਾ ਤੇ ਇਸੇ ਤਰੀਕੇ ਨਾਲ ਖਾਇਆ ਜਾ ਸਕਦਾ ਹੈਗਾ, ਤੇ ਪਰ ਜਿਹੜੀ ਹੈਗੀ ਹੈ ਲੰਗਰ ਦੀ ਜਿਹੜੀ ਹੋਰ ਬਣਤਰ ਹੈਗੀ ਆ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਹੁਣ ਕਿੱਥੋਂ ਆਈ ਇਹ ਚੀਜ਼, ਇੱਕ ਗੱਲ ਤੇ ਉਸ ਦੀ ਹੈਗੀ ਹੈ, ਹੁਣ ਉਹਦੀ ਸਫਾਈ ਚਾਹੀਦੀ ਹੈ, ਜਿਸ ਤਰ੍ਹਾਂ ਰਜਿੰਦਰ ਹੁਣਾਂ ਨੇ ਇਹ ਸ਼ਾਇਦ ਕੋਈ ਸ਼ਾਮਲ ਕਰਨਾ ਚਾਹਣਗੇ, ਪਰ ਜਦੀ ਜਿਹੜਾ ਵੀ ਫੂਡ ਬਾਹਰੋਂ ਆਉਂਦਾ ਹੈਗਾ, ਹੁਣ ਸਾਨੂੰ ਇਹ ਤਾਂ ਪਤਾ ਨਹੀਂ ਕਿੱਥੋਂ ਆਉਂਦਾ ਹੈਗਾ ਵੀ ਕੀ ਹੈਗਾ, ਉਸਦੀ ਸਫਾਈ ਹੈਗੀ ਆ ਜਾਂ ਉਹ ਕਿਹਨੇ ਟੱਚ ਕੀਤਾ ਕਿੱਦਾਂ ਹੈਗਾ, ਪਰ ਇਹ ਲੰਗਰ ਦੀ ਖਾਸ ਕਰਕੇ ਹੈਗਾ, ਕੀ ਤੁਸੀਂ ਇਹ ਸਮਝਦੇ ਹੋ ਵੀ ਜਿਹੜੀ ਇਨੀਸ਼ੀਅਲ ਹੁਣ ਓਪਨਿੰਗ ਆਪਾਂ ਕਰਨ ਜਾ ਰਹੇ ਹੈਗੇ ਆ, ਕਿ ਇਹਦੇ ਵਿੱਚ ਲੰਗਰ ਨੂੰ ਥੋੜਾ ਜਿਹਾ ਹੱਲੇ ਘੱਟ ਰੱਖਣਾ ਚਾਹੀਦਾ, ਨਾ ਬਣਾਇਆ ਜਾਵੇ, ਜਾਂ ਇਹ ਹੈਗਾ ਵੀ ਸੈਕੰਡ ਸਟੇਜ ਦੇ ਉੱਤੇ ਜਾ ਕੇ ਇਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਜਾਵੇ? ਹਾਂਜੀ, ਇਹਦੇ 'ਚ 2 ਚੀਜ਼ਾਂ ਨੇ, ਲੰਗਰ ਇੱਕ ਤੇ ਲੰਗਰ ਬਣਾਉਣਾ, ਉਹਦੇ ਵਿੱਚ ਫਿਰ ਪਾਰਟਸ ਆ ਜਾਂਦੇ ਆ ਕਿ ਸਮਾਨ ਆਉਣਾ, ਉਹਦੀ ਪ੍ਰੈਪਰੇਸ਼ਨ ਐਂਡ ਕੁਕਿੰਗ। ਦੂਸਰਾ ਹੈ ਕਿ ਫਿਰ ਜਦੋਂ ਲੰਗਰ ਸਰਵ ਕਰਨਾ ਲੰਗਰ ਹਾਲ ਦੇ ਵਿੱਚ, ਲੰਗਰ ਬਣਾਉਣ ਦੀ ਜਿੱਥੋਂ ਤੱਕ ਗੱਲ ਹੈ, ਤੇ ਇਸ ਟਾਈਮ ਜ਼ਿਆਦਾਤਰ ਗਵਰਨਮੈਂਟਸ ਅਲਾਓ ਕਰ ਹੀ ਰਹੀਆਂ ਸੀ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਕਿ ਤੁਸੀਂ ਹੋਮਲੈਸ ਲੋਕਾਂ ਵਾਸਤੇ ਵੀ ਫੂਡ ਸਪਲਾਈ ਕਰ ਰਹੇ ਹੋ। ਕੁਝ ਜਗ੍ਹਾ 'ਚ ਮੇਰੇ ਖਿਆਲ ਗੁਰਦੁਆਰਿਆਂ 'ਚ ਜਾਂ ਹੋਰ ਜਗ੍ਹਾ 'ਤੇ ਫੂਡ ਬਣਾਇਆ ਜਾ ਰਿਹਾ ਲੋਕਾਂ ਵਾਸਤੇ। ਪ੍ਰੀਕਾਸ਼ਨ ਲੈਣ ਦੀ ਜ਼ਰੂਰਤ ਹੈ ਉਹਦੇ 'ਚ, ਕਿਉਂਕਿ ਬਾਹਰੋਂ ਜੋ ਸਮਾਨ ਆਉਂਦਾ, ਇੱਕ ਚੀਜ਼ ਇਹ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਅਗਰ ਵਾਇਰਸ ਕਿਤੇ ਵੀ ਕੋਈ ਇਨਫੈਕਟਡ ਪੇਸ਼ੈਂਟ ਹੈ ਉਹਦੇ ਤੋਂ ਹੀ ਆਏਗਾ, ਔਰ ਉਹ ਰॉ ਸਰਫੇਸ ਤੇ ਬਹੁਤ ਟਾਈਮ ਲਈ ਜਿੰਦਾ ਨਹੀਂ ਰਹਿੰਦਾ। ਫਲੈਟ ਸਰਫੇਸ ਤੇ ਜ਼ਿਆਦਾ ਰਹਿ ਸਕਦਾ, ਪਰ ਮੋਸਟਲੀ 1-2 ਦਿਨ 'ਚ ਉਹ ਵਾਇਰਸ ਖਤਮ ਹੋ ਜਾਂਦਾ ਅਗਰ ਉਹ ਓਪਨ ਉਹਦੇ ਵਿੱਚ ਹੈ। ਤੇ ਅਗਰ ਸਮਾਨ ਨੂੰ ਕਿਸੇ ਨੇ ਟੱਚ ਨਹੀਂ ਕੀਤਾ ਪਿਛਲੇ 1-2 ਦਿਨ 'ਚ, ਤੇ ਚਾਂਸਸ ਉਹਦੇ ਵਿੱਚ ਵਾਇਰਸ ਹੋਣ ਦੇ ਬਹੁਤ ਘੱਟ ਜਾਂਦੇ ਆ। ਜੋ ਵੀ ਸਮਾਨ ਆਉਂਦਾ ਉਹਦੇ 'ਚ ਪ੍ਰੀਕਾਸ਼ਨ ਲੈਣ ਦੀ ਜ਼ਰੂਰਤ ਹੈ ਕਿ ਆਊਟਰ ਕਵਰਿੰਗ ਨੂੰ ਜਾਂ ਸ਼ੁਰੂ ਵਿੱਚ ਗਲਵਸ ਪਾ ਕੇ ਉਹਨੂੰ ਹੈਂਡਲ ਕੀਤਾ ਜਾਏ, ਵਾਸ਼ ਕੀਤਾ ਜਾਏ। ਸਮਾਨ ਜੋ ਵੀ ਗੁਰਦੁਆਰੇ 'ਚ ਪਹਿਲਾਂ ਵੀ ਇਹ ਸਾਰੀਆਂ ਪ੍ਰੀਕਾਸ਼ਨ ਬਹੁਤ ਚੰਗੇ ਤਰੀਕੇ ਨਾਲ ਲਈਆਂ ਜਾਂਦੀਆਂ, ਕਿਉਂਕਿ ਲੋਕਲ ਗੁਰਦੁਆਰੇ 'ਚ ਕਈ ਵਾਰ ਅਸੀਂ ਉੱਥੇ ਇਨਵੋਲਵ ਹੁੰਦੇ ਹਾਂ, ਵੇਖਦੇ ਹਾਂ ਲੰਗਰ ਬਣਾਉਂਦੇ ਹੋਏ। ਇਹ ਸਾਰੀਆਂ ਪ੍ਰੀਕਾਸ਼ਨ ਵੈਸੇ ਵੀ ਲਈਆਂ ਜਾਂਦੀਆਂ, ਪਰ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਕਰਕੇ ਲੈਣਾ ਪਏਗਾ ਕਿ ਹਰ ਚੀਜ਼ ਨੂੰ ਸਸਪੈਕਟ ਕਰੋ ਕਿ ਪੋਸੀਬਿਲਿਟੀ ਹੈ ਇਨਫੈਕਟਡ ਹੋਣ ਦੀ, ਤਾਂ ਉਹਨੂੰ ਹੈਂਡਲ ਜਦੋਂ ਕਰਨਾ ਕੇਅਰਫੁਲੀ ਕਰੋ, ਉਹਨੂੰ ਵਾਸ਼ ਕਰ ਲਓ।
ਜਿਵੇਂ ਸਲਾਈਡਸ ਵਿੱਚ ਦੱਸਿਆ ਸੀ ਡਾਕਟਰ ਰਜਿੰਦਰ ਸਿੰਘ ਨੇ ਕਿ ਕੋਸ਼ਿਸ਼ ਕਰੋ ਕਿ ਜਿਹੜਾ ਅਨਕੁਕਡ ਫੂਡ ਹੈ ਉਹਨੂੰ ਸਰਵ ਨਾ ਕੀਤਾ ਜਾਏ, ਤੇ ਉਹ ਇੱਕ ਤਰੀਕੇ ਨਾਲ ਰਿਸਕ ਘਟਾ ਦੇਗਾ ਕਿ ਕੁਕ ਫੂਡ ਜਿਹੜਾ ਉਹ ਹੀ ਸਰਵ ਕੀਤਾ ਜਾਏ। ਜਦੋਂ ਕੁਕ ਹੋ ਗਿਆ ਫੂਡ, ਉਹਦੇ ਚ ਵਾਇਰਸ ਹੋਣ ਦੇ ਚਾਂਸਸ ਨਹੀਂ ਹੈ, ਪਰ ਵਾਈਲ ਕੁਕਿੰਗ ਜਿਹੜੇ ਸੇਵਾਦਾਰ ਨੇ ਉਹਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਹੋਣਾ ਚਾਹੀਦਾ ਕਿ ਜਿਹਨੂੰ ਕਿਸੇ ਨੂੰ ਸਿੰਪਟਮ ਨੇ ਜਾਂ ਸ਼ੱਕ ਹੈ ਜਾਂ ਹੋ ਸਕਦਾ ਕਿ ਇਨਫੈਕਸ਼ਨ ਹੋਣ ਦੀ ਪੋਸਿਬਿਲਿਟੀ ਹੈ ਜਾਂ ਉਹ ਕਿਸੇ ਇਨਫੈਕਟਡ ਇੰਡੀਵਿਜੂਅਲ ਨੂੰ ਮਿਲੇ ਨੇ ਦੂਰੋਂ ਵੀ, ਤੇ ਉਹ ਅਵੋਇਡ ਕਰਨਾ ਹੁੰਦਾ। ਕਿਉਂਕਿ ਕਿੰਨੀਆਂ ਵੀ ਪ੍ਰੀਕਾਸ਼ਨ ਲਓ, ਜਦੋਂ ਤੁਸੀਂ ਅੰਦਰ ਲੰਗਰ ਬਣਾ ਰਹੇ ਹੋ ਜਾਂ ਕੋਈ ਵੀ ਐਸਾ ਕੰਮ ਕਰ ਰਹੇ ਹੋ ਤੇ ਉਦੋਂ ਪੂਰੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨਾ ਮੁਸ਼ਕਿਲ ਹੋਏਗਾ। ਤੇ ਇਸ ਲਈ ਐਸਾ ਕੋਈ ਵੀ ਇੰਡੀਵਿਜੂਅਲ ਆਏ ਨਹੀਂ ਅੰਦਰ, ਪਰ ਜਿਹੜੇ ਆ ਰਹੇ ਨੇ ਉਹ ਪ੍ਰੀਕਾਸ਼ਨ ਲੈ ਕੇ ਆਸ ਪਾ ਕੇ ਬਣਾਇਆ ਜਾ ਸਕਦਾ। ਜਿੱਥੇ ਫੈਸਿਲਿਟੀ ਅਵੇਲੇਬਲ ਹੈ ਇਹ ਲੈਣ ਦੀ ਪ੍ਰੀਕਾਸ਼ਨ ਉਹ ਸ਼ੁਰੂ ਕਰ ਸਕਦੇ ਨੇ ਮੇਰੇ ਹਿਸਾਬ ਨਾਲ, ਕਿਉਂਕਿ ਗੁਰਦੁਆਰੇ ਬਹੁਤ ਜ਼ਰੂਰੀ ਨੇ, ਲੰਗਰ ਵੀ ਜ਼ਰੂਰੀ ਹੈ, ਤੇ ਇਹ ਕਰਨਾ ਚਾਹੀਦਾ ਸ਼ੁਰੂ ਜਿੰਨਾ ਛੇਤੀ ਤੋਂ ਛੇਤੀ ਹੋ ਸਕੇ। ਇਹ ਕਮੇਟੀ ਨੂੰ ਡਿਸਾਈਡ ਕਰਨਾ ਪਏਗਾ ਸੰਗਤ ਨਾਲ ਮਿਲ ਕੇ ਕਿ ਹਰ ਇੰਡੀਵਿਜੂਅਲ ਗੁਰਦੁਆਰੇ 'ਚ ਕਿ ਕਦੋਂ ਉਹ ਪ੍ਰੀਪੇਅਰਡ ਨੇ ਪ੍ਰੀਕਾਸ਼ਨ ਲੈਣ ਲਈ। ਜੇ ਉਹ ਪ੍ਰੀਪੇਅਰਡ ਨੇ ਤੇ ਉਹ ਸ਼ੁਰੂ ਕਰ ਸਕਦੇ ਨੇ। ਸਰਵ ਕਰਨ ਦਾ ਜਿੱਥੋਂ ਤੱਕ ਉਹ ਹੈ ਕਿ ਜਿਨ੍ਹਾਂ ਨੇ ਖਾਣਾ ਹੈ ਉਹਨਾਂ ਦੇ ਵਿੱਚ ਡਿਸਟੈਂਸ ਮੇਨਟੇਨ ਹੋਣੀ ਜ਼ਰੂਰੀ ਹੈ, ਔਰ ਉਸ ਤੋਂ ਬਾਅਦ ਕਲੀਨ ਕਰਨਾ। ਜੇ ਟੇਬਲ ਚੇਅਰ ਹੈ ਜਾਂ ਥੱਲੇ ਵੀ ਬੈਠ ਰਹੇ ਮੈਟ ਤੇ ਜਿਹੜੇ ਏਰੀਆ 'ਚ ਵੀ ਉਹ ਆ ਰਹੇ ਨੇ ਉਹਨਾਂ 'ਚ ਕਲੀਨਿੰਗ ਜ਼ਰੂਰੀ ਹੈ। ਉਹ ਸਰਵ ਕਰਨ ਲਈ ਇੱਕ ਹੀ ਜਗ੍ਹਾ ਤੋਂ ਸਰਵ ਕੀਤਾ ਜਾਏ, ਉੱਥੋਂ ਲੈ ਕੇ ਜਾ ਕੇ ਆਪਣੀ ਜਗ੍ਹਾ ਬੈਠ ਜਾਣ। ਜਦੋਂ ਮੂਵਮੈਂਟ ਹੁੰਦੀ ਹੈ ਉਦੋਂ ਰਿਸਕ ਜ਼ਿਆਦਾ ਹੁੰਦਾ ਹੈ ਫੈਲਣ ਦਾ। ਅਗਰ ਲੋਕ ਆਪਣੀ ਡਿਸਟੈਂਸ ਤੇ ਬੈਠੇ ਹੋਏ ਨੇ, ਕੋਈ ਮੂਵ ਨਹੀਂ ਕਰ ਰਿਹਾ, ਬਹੁਤ ਜ਼ਿਆਦਾ ਉੱਚੀ ਨਹੀਂ ਬੋਲ ਰਹੇ, ਤੇ ਰਿਸਕ ਹੈ ਹੀ ਨਹੀਂ ਵਾਇਰਸ ਦੇ ਫੈਲਣ ਦਾ, ਇਵਨ ਕੋਈ ਇਨਫੈਕਟਡ ਜਾਂ ਐਸਿਮਪਟੋਮੈਟਿਕ ਇਨਫੈਕਟਡ ਪਰਸਨ ਹੈ। ਜਦੋਂ ਮੂਵਮੈਂਟ ਹੁੰਦੀ ਹੈ, ਇਸ ਲਈ ਮੂਵਮੈਂਟ ਘੱਟ ਕਰਨੀ ਹੈ। ਜੋ ਪਹਿਲਾਂ ਸਰਪ੍ਰੀਤ ਸਿੰਘ ਵੀ ਦੱਸ ਰਹੇ ਕਿ ਭਾਗੇ ਨੂੰ ਅਗਰ ਪੈਸਾ ਦੇਣਾ, ਉੱਠ ਕੇ ਹਰ ਇਨਸਾਨ ਜਾ ਕੇ ਇੱਕ ਪਾਸੇ ਨੂੰ ਜਾਏਗਾ ਤੇ ਉਹਦੇ ਨਾਲ ਮੂਵਮੈਂਟ ਵਧੇਗੀ। ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਾਨੂੰ ਅਵੋਇਡ ਕਰਨਾ ਪਏਗਾ ਅਜੇ ਕਾਫੀ ਟਾਈਮ ਤੱਕ। ਰਜਿੰਦਰ ਜੀ, ਫਾਈਨਲੀ ਮੇਰੇ ਕੋਲ ਆਪਣੇ ਕੋਲ 3 ਮਿੰਟ ਰਹਿ ਗਏ ਹੈਗੇ ਆ। ਇੱਕ ਸੀਗਾ ਵੀ ਜਿਹੜੀ ਤੁਸੀਂ ਮਾਸਕ ਦੀ ਗੱਲ ਕਰਦੇ ਸੀ, ਵੀ ਜਿਹੜੇ ਕਈ ਆਪਣੇ ਬਹੁਤ ਸਾਰੇ ਸਿੰਘ ਹੈਗੇ ਜਿਹੜੇ ਦਾੜਾ ਪ੍ਰਕਾਸ਼ ਕਰਦੇ ਨੇ ਤੇ ਮਾਸਕ ਇਹ ਤੋਂ ਉੱਪਰ ਪਾ ਲੈਂਦੇ ਨੇ। ਅਗਰ ਉਹ ਲੰਗਰ 'ਚ ਜਾਂਦੇ ਨੇ, ਕਿਉਂਕਿ ਦਾੜਾ ਥੱਲੇ ਇੱਥੇ ਹੈਗਾ ਤੇ ਉਹਦੇ ਵਿੱਚੋਂ ਵਾਲ ਡਿੱਗਣ ਦਾ ਜਾਂ ਹੋਰ ਖਤਰਾ ਹੋ ਸਕਦਾ, ਤੇ ਜਿਹੜੀ ਤੁਸੀਂ ਇਹਦੀ ਐਡਵਾਈਸ ਕਿਹੋ ਜਿਹੀ ਦਿਓਗੇ ਕਿ ਜਦੋਂ ਇਸ ਵੇਲੇ, ਕਿਉਂਕਿ ਹਾਲੇ ਤੱਕ ਅਸੀਂ ਬੜੀ ਡੇਂਜਰ ਦੇ ਵਿੱਚ ਹੈਗੇ ਆ, ਖਤਰੇ ਦੇ ਵਿੱਚ ਹੈਗੇ ਆ, ਤੇ ਤੁਸੀਂ ਤੁਹਾਡੇ ਫਾਈਨਲ ਮਤਲਬ ਇਹਦੇ ਬਾਰੇ ਜਿਹੜੀ ਮਾਸਕ ਦੀ ਗੱਲ ਹੈਗੀ ਹੈ ਉਹਦੇ ਬਾਰੇ ਕੀ ਕਹੋਗੇ ਤੁਸੀਂ? ਜੀ ਮੈਂ ਮਾਸਕ ਤੇ ਕੁਝ ਦੋ ਗੱਲਾਂ ਹੋਰ ਵੀ ਨਾਲ ਕਹਿ ਦਾਂਗਾ ਜੋ ਸਮਰੀ ਹੈ। ਮਾਸਕ ਬਹੁਤ ਇੰਪੋਰਟੈਂਟ ਹੈ ਕਿ ਨੱਕ ਤੇ ਫੇਸ ਦੀ ਮਾਊਥ ਨੂੰ ਕਵਰ ਕਰੇ, ਤੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਦਾੜੀ ਅਗਰ ਡਿੱਗਦੀ ਹੈ ਉਹਦੇ ਵਿੱਚ ਵੀ ਇਨਫੈਕਸ਼ਨ ਜਾ ਸਕਦਾ ਹੈ, ਤੇ ਇਸ ਕਰਕੇ ਉਹ ਸਾਰੇ ਦਾ ਏਰੀਆ ਜਿਹੜਾ ਨਾ ਟੋਟਲ ਐਨ ਕੱਪੜੇ ਨਾਲ ਕਵਰ ਕੀਤਾ ਜਾਵੇ, ਉਹ ਇੰਪੋਰਟੈਂਟ ਹੈ। ਸੋ 4 ਗੱਲਾਂ ਦਾ 4 ਜਾਂ 5 ਗੱਲਾਂ ਦਾ ਧਿਆਨ ਰੱਖਿਆ ਜਾਵੇ ਤੇ ਇਹਦੇ ਨਾਲ ਵਾਇਰਸ ਦੀ ਇਨਫੈਕਸ਼ਨ ਦੀ ਰੇਟ ਜਿਹੜੇ ਨੇ ਆਲਮੋਸਟ ਨੈਗਲੀਜੀਬਲ ਹੋ ਜਾਣਗੇ। ਗੁਰਦੁਆਰੇ ਦੀ ਵੈਂਟੀਲੇਸ਼ਨ ਪ੍ਰੋਪਰ ਹੋਵੇ, ਮੋਸਟ ਇੰਪੋਰਟੈਂਟ। ਵੈਂਟੀਲੇਸ਼ਨ ਦਾ ਧਿਆਨ ਨੰਬਰ 1 ਰੱਖਣਾ ਜ਼ਰੂਰੀ ਹੈ। ਇਹ ਐਵੀਡੈਂਸ ਸਭ ਤੋਂ ਜ਼ਿਆਦਾ ਇਸ ਵੇਲੇ ਆ ਕੇ ਕਹਿ ਰਿਹਾ ਹੈ। ਕਲੋਜ਼ ਸਪੇਸਿਸ, ਪੂਅਰਲੀ ਵੈਂਟੀਲੇਟਡ, ਕਲਸਟਰਿੰਗ ਆਫ ਪੀਪਲ, ਪ੍ਰੋਲੋਂਗ ਕੰਟੈਕਟ, ਇਹ ਮੇਨ ਰਿਸਕ। ਸੋ ਵੈਂਟੀਲੇਸ਼ਨ ਕੀਤੀ ਜਾਵੇ। ਮਾਸਕ ਦੇ ਨਾਲ ਏਸਿਮਟੋਮੈਟਿਕ ਪੇਸ਼ੈਂਟ ਵੀ ਸਪਰੈਡ ਨਹੀਂ ਕਰ ਸਕਦਾ ਇਨਫੈਕਸ਼ਨ, ਮਾਸਕ ਪਾਏ ਜਾਣ। ਤੇ ਮੋਰ ਇੰਪੋਰਟੈਂਟ, ਜੇ ਤੁਹਾਡੇ ਹੱਥਾਂ 'ਚ ਵਾਇਰਸ ਆ ਵੀ ਗਿਆ, ਉਹ ਵਾਇਰਸ ਨੇ ਹੱਥਾਂ ਵਿੱਚੋਂ ਨਹੀਂ ਵੜਨਾ ਜਦ ਤੱਕ ਕਿ ਤੁਸੀਂ ਅੱਖਾਂ ਨੂੰ ਜਾਂ ਨੱਕ ਨੂੰ ਜਾਂ ਮੂੰਹ ਨੂੰ ਨਹੀਂ ਲਾਉਂਦੇ। ਇਸ ਕਰਕੇ ਫੇਸ ਟੱਚ ਕਿਸੇ ਨੇ ਨਹੀਂ ਕਰਨਾ, ਅੱਖਾਂ ਨਹੀਂ ਰਬ ਕਰਨੀਆਂ, ਇਹ ਇੰਪੋਰਟੈਂਟ ਹੈ। ਤੇ ਸਾਹ ਤੋਂ ਵਾਇਰਸ ਜਿਹੜਾ ਜਾਂਦਾ ਹੈ, ਮਾਸਕ ਤੁਹਾਨੂੰ ਪ੍ਰੋਟੈਕਟ ਕਰ ਰਿਹਾ, ਇਹ ਸਿੰਪਟੋਮੈਟਿਕ। ਸੋ ਇਹ ਜੇ ਬੇਸਿਕ ਪ੍ਰਿੰਸੀਪਲਸ ਤੁਸੀਂ ਫੋਲੋ ਕਰ ਲੈਂਦੇ ਆ, ਸੋਸ਼ਲ ਡਿਸਟੈਂਸਿੰਗ, wearing a mask, not talking loudly, not clustering together, staying away, keeping a well ventilated place, ਇਹ ਪ੍ਰੀਕਾਸ਼ਨਸ ਦੇ ਨਾਲ ਆਲਮੋਸਟ ਨੈਗਲੀਜੀਬਲ ਹੋ ਜਾਣਗੇ ਵਾਇਰਸ ਦੇ ਚਾਂਸ। ਬਸ ਇੰਨੀ ਗੱਲ ਮੈਂ ਕਹਿਣੀ। ਅੱਛਾ ਜੀ, ਫਾਈਨਲੀ ਜੀ ਆਪਣੇ 1.5 ਮਿੰਟ ਦੇ ਵਿੱਚ ਸਰਪ੍ਰੀਤ ਜੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਗੁਰਦੁਆਰਿਆਂ ਦਾ ਖੁੱਲ੍ਹਣਾ ਸਾਡੇ ਲਈ ਬਹੁਤ ਜ਼ਰੂਰੀ ਹੈ, ਅਹਿਮੀਅਤ ਰੱਖਦਾ ਹੈ, ਪਰ ਇਹਨੂੰ ਸੇਫਲੀ ਕਰਨਾ ਬਹੁਤ ਜ਼ਰੂਰੀ ਹੈ। ਇੱਕ ਚੀਜ਼ ਜਿਹੜੀ ਹੁਣ ਤੱਕ ਅਸੀਂ ਡਿਸਕਸ ਨਹੀਂ ਕੀਤੀ ਇਸ ਪ੍ਰੈਜੈਂਟੇਸ਼ਨ ਵਿੱਚ, ਟਾਕ ਵਿੱਚ, ਮੈਂ ਕਹਾਂਗਾ ਬੱਚਿਆਂ ਨਾਲ ਥੋੜਾ ਸੋਸ਼ਲ ਡਿਸਟੈਂਸ ਹੋਰ ਚੈਲੰਜਿੰਗ ਹੋ ਜਾਂਦਾ, ਤਾਂ ਸਾਨੂੰ ਧਿਆਨ ਰੱਖਣਾ ਪਏਗਾ ਕਿ ਬੱਚੇ ਇੱਧਰ ਉੱਧਰ ਦੌੜਨ ਨਾ ਹਾਲਸ ਵਿੱਚ, ਤੇ ਮਾਪਿਆਂ ਨੂੰ, ਪੇਰੈਂਟਸ ਨੂੰ ਇਸ ਚੀਜ਼ ਦਾ ਕੰਟਰੋਲ ਰੱਖਣਾ ਪਏਗਾ, ਧਿਆਨ ਰੱਖਣਾ ਪਏਗਾ। ਦੂਸਰੀ ਗੱਲ, ਕੀਰਤਨ ਦੀ ਕਲਾਸਾਂ ਬੱਚਿਆਂ ਦੇ ਚਲਦੀਆਂ ਸੀ, ਪਾਠ ਤੇ ਲੈਸਨ ਚੱਲਦੇ ਸੀਗੇ, ਐਕਸਟਰਾ ਕਲਾਸਿਸ ਹੁੰਦੀਆਂ ਸੀ ਗੁਰਦੁਆਰਿਆਂ 'ਚ, ਉਹ ਅੱਜ ਕੱਲ੍ਹ ਥੋੜ੍ਹੀਆਂ ਰੁਕੀਆਂ ਹੋਈਆਂ।
ਤਾਂ ਇੱਕ ਪੇਰੈਂਟਸ ਲਈ ਵੀ ਮੌਕਾ ਹੈਗਾ ਕਿ ਉਹ ਆਪ ਬੱਚਿਆਂ ਨੂੰ ਇਨਵੋਲਵ ਕਰਨ, ਘਰ ਗੁਰਬਾਣੀ ਆਪਣੀ ਗੋਦੀ 'ਚ ਬਿਠਾ ਕੇ ਪੜ੍ਹਾਉਣ, ਨਾਲ ਆਪ ਪੜ੍ਹਨ, ਤਾਂ ਕਿ ਉਹ ਬੱਚੇ ਬੇਸਿਕਲੀ ਤੁਹਾਨੂੰ ਕਾਪੀ ਕਰਦੇ ਆ, ਉਹਨਾਂ ਨੂੰ ਅਸੀਂ ਇੰਪੋਜ਼ ਨਹੀਂ ਕਰ ਸਕਦੇ। ਜੇ ਤੁਸੀਂ ਕਰੋਗੇ ਤਾਂ ਉਹ ਵੀ ਕਰਨਗੇ। ਤੇ ਜੇ ਇਹ ਸਾਡੇ ਲਈ ਗੁਰੂ ਮਹਾਰਾਜ ਨੇ ਇੱਕ ਮੌਕਾ ਦਿੱਤਾ ਕਿ ਅਸੀਂ ਉਹਨਾਂ ਨੂੰ ਐਗਜ਼ਾਮਪਲ ਸੈੱਟ ਕਰੀਏ ਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ ਤੇ ਇਸ ਦੀ ਹੈਲਪ ਕਰੀਏ। ਤੇ ਦੂਸਰਾ ਐਲਡਰਲੀਜ਼ ਦੀ ਕੇਅਰ ਕਰਨੀ, ਕਿਉਂਕਿ ਉਹ ਹਾਈ ਰਿਸਕ ਪੋਪੂਲੇਸ਼ਨ ਹੈ। ਇਹ ਸਾਨੂੰ ਪੂਰੀ ਕਮਿਊਨਿਟੀ ਨੂੰ ਇਸ ਵੇਲੇ ਇਕੱਠੇ ਹੋਣ ਦੀ ਲੋੜ ਹੈ। ਤੇ ਜਿਵੇਂ ਕਿ ਵੀਰ ਜੀ ਨੇ ਕਿਹਾ ਕਿ ਆਰਗੇਨਾਈਜੇਸ਼ਨ ਸੀ ਡਿਵਾਈਡ ਹੋਣ ਦੀ ਜਗ੍ਹਾ ਐਸੇ ਸੰਗਤ ਗੁਰੂ ਮਹਾਰਾਜ ਦੀ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਇਸ ਚੀਜ਼ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਤੇ ਇਹ ਬਿਲਕੁਲ ਪੋਸੀਬਲ ਹੈ ਕਿ ਅਸੀਂ ਸੇਫਲੀ ਇਹ ਖੋਲ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਡਾਕਟਰ ਰਜਿੰਦਰ ਜੀ, ਡਾਕਟਰ ਤਰਵਿੰਦਰ ਜੀ ਤੇ ਡਾਕਟਰ ਸਰਪ੍ਰੀਤ ਜੀ ਤੁਹਾਡਾ, ਕਿਉਂਕਿ ਤੁਸੀਂ ਬਹੁਤ ਹੀ ਮਿਹਨਤ ਕਰਕੇ ਜਿਹੜੀ ਆਹ ਚੀਜ਼ ਸਾਡੇ ਕੋਲ ਦਿੱਤੀ ਹੈਗੀ ਹੈ। ਤੇ ਜੇ ਕੋਈ ਇੱਕ ਪੁਆਇੰਟ ਰਹਿ ਗਿਆ ਹੋਵੇ, ਜੇ 1 ਮਿੰਟ ਦੇ ਵਿੱਚ ਤੁਸੀਂ ਕਹਿਣਾ ਚਾਹੁੰਦੇ ਤਾਂ ਉਹ ਕਹਿ ਸਕਦੇ। ਵੈਸੇ ਸਮਾਂ ਤੇ ਸਮਾਪਤ ਹੈਗਾ। ਹੈ ਕੁਛ ਤੁਸੀਂ ਕੋਈ ਚੀਜ਼ ਜੇ ਰਹਿ ਗਈ ਹੋਵੇ ਤੇ? ਵੀਰ ਜੀ ਤੁਸੀਂ ਗਾਈਡਲਾਈਨ ਆਪਣੇ ਵੱਲੋਂ ਸਮਰੀ ਕਰ ਦਿਓ। ਹਾਂਜੀ, ਓਕੇ, ਤੁਸੀਂ ਆਪਣੇ ਵੱਲੋਂ ਸਮਰੀ ਕਰ ਦਿਓ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਹੁਣ ਮੈਂ ਇਹੀ ਕਹਿਣਾ ਵੀ ਜਿਵੇਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਜਿਹਦੇ ਵਿੱਚ ਬਹੁਤ ਗੱਲ ਇੱਕ ਸਟ੍ਰੈਸ ਕੀਤੀ ਗਈ ਹੈਗੀ ਕਿ ਇਸ ਵੇਲੇ ਸਾਨੂੰ ਇਕੱਠ ਦੀ ਲੋੜ ਹੈ। ਇਕੱਠ ਤੇ ਅਸੀਂ ਪਹਿਲਾਂ ਵੀ ਚਾਹੁੰਦੇ ਹੁੰਦੇ ਹਾਂ ਹਮੇਸ਼ਾ ਹੀ, ਪਰ ਇਹਦੇ ਵਿੱਚ ਖਾਸ ਕਰਕੇ ਇਸ ਬਿਮਾਰੀ ਨੂੰ ਰੋਕਣ ਦੇ ਲਈ, ਕਿਉਂਕਿ ਸਾਡੀ ਜਿਹੜੀ ਇਸ ਵੇਲੇ ਜ਼ਿਆਦਾ ਤੋਂ ਜ਼ਿਆਦਾ ਜ਼ੋਰ ਇਹ ਹੈ ਵੀ ਸਾਡੇ ਗੁਰਦੁਆਰੇ ਮਹਾਰਾਜ ਦੇ ਅਸੀਂ ਦਰਸ਼ਨ ਕਰ ਸਕੀਏ। ਉਹ ਤਾਂ ਹੀ ਹੋ ਸਕਦੇ ਹੈਗੇ ਜਿਹੜੀਆਂ ਚੀਜ਼ਾਂ ਇਹ ਡਾਕਟਰ ਸਾਹਿਬਾਂ ਨੇ ਸਾਨੂੰ ਦੱਸੀਆਂ ਹੈਗੀਆਂ, ਉਹਨਾਂ ਦੇ ਉੱਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ। ਤੇ ਬਾਕੀ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈਗੀ ਹੈ ਵੀ ਜੇ ਤੁਹਾਡੇ ਵਿੱਚ ਕੋਈ ਮਾੜੀ ਮੋਟੀ ਆਪਸ ਵਿੱਚ ਗੱਲ ਹੈਗੀ, ਉਸ ਨੂੰ ਦੂਰ ਕਰੋ। ਹੁਣ ਮਿਲ ਕੇ ਬੈਠੋ ਭਾਈ। ਗੁਰਬਾਣੀ ਦਾ ਵੀ ਇਹੀ ਕਹਾਣ ਹੈ ਤੇ ਸਾਡਾ ਵੀ ਇਹੀ, ਸਾਡੇ ਵੱਲੋਂ ਵੀ ਇਹੀ ਸੰਦੇਸ਼ ਹੈਗਾ। ਆਓ ਇਕੱਠੇ ਹੋ ਕੇ ਇਸ ਬਿਮਾਰੀ ਦਾ ਸਾਹਮਣਾ ਕਰੀਏ। ਤੇ ਇਹ ਮੇਰਾ ਖਿਆਲ ਇੱਕ ਬਹੁਤ ਵਧੀਆ ਮੌਕਾ ਹੈ ਸਾਡੇ ਕੋਲ, ਜਿਹਦੇ ਕਰਕੇ ਅਸੀਂ ਇਕੱਠੇ ਹੋ ਕੇ ਆਪਣਾ ਉਹ ਸੰਦੇਸ਼ ਜਿਹੜਾ ਸਿੱਖੀ ਦਾ, ਮੇਰਾ ਖਿਆਲ ਹੈ ਦੁਨੀਆ ਨੂੰ ਦੇ ਸਕਦੇ ਹੈਗੇ ਆ। ਤੇ ਜਿੱਥੇ ਅਸੀਂ ਆਪਸ ਵਿੱਚ ਹੀ ਲੜ ਕੇ ਅਸੀਂ ਗੌਰਮੈਂਟਾਂ ਤੱਕ ਆਪਣਾ ਕੋਈ ਵੀ ਸਹੀ ਸੰਦੇਸ਼, ਸਹੀ ਉਹਨਾਂ ਨੂੰ ਐਕਸਪਲੇਨੇਸ਼ਨ ਨਹੀਂ ਦੇ ਸਕੇ ਅੱਜ ਤੱਕ, ਤਾਂ ਹੀ ਉਹ ਸਾਡੀਆਂ ਔਕੜਾਂ ਸਾਡੇ ਸਾਹਮਣੇ ਆਉਂਦੀਆਂ ਹੈਗੀਆਂ। ਇਹ ਬਹੁਤ ਵਾਰ ਕਹਿ ਹਟੇ ਆ। ਤੇ ਜਿੱਥੇ ਤੱਕ ਸਾਡੀ, ਜਿੱਦਾਂ ਹੁਣੇ ਡਾਕਟਰ ਨੇ ਇਹਨਾਂ ਨੇ ਵੀ ਗੱਲ ਕਹੀ ਹੈ, ਜਿਹੜੀ ਡਾਕਟਰ ਦੀਆਂ ਐਸੋਸੀਏਸ਼ਨਾਂ ਵੀ ਹੈਗੀਆਂ, ਉਹਨਾਂ ਨੂੰ ਵੀ ਬੇਨਤੀ ਹੈਗੀ ਆ, ਡਾਕਟਰਾਂ ਨੂੰ, ਲੋਕਲ ਡਾਕਟਰਾਂ ਨੂੰ ਬੇਨਤੀ ਹੈਗੀ ਹੈ ਵੀ ਅਗਰ ਤੁਸੀਂ ਲਾਗੇ ਗੁਰਦੁਆਰੇ ਦੇ ਵਿੱਚ ਰਹਿੰਦੇ ਹੋ ਤੇ ਪ੍ਰਬੰਧਕਾਂ ਨੂੰ ਜਾ ਕੇ ਆਪਣੀ ਐਡਵਾਈਸ ਦਿਓ, ਹਾਈਜੀਨਿਕ ਤੌਰ ਦੇ ਉੱਤੇ। ਚਾਹੇ ਉਹ ਆਪਸ ਵਿੱਚ ਦੂਰੀ ਹੈਗੀ ਆ, ਚਾਹੇ ਉਹ ਲੰਗਰ ਦੀ ਗੱਲ ਹੈ, ਜੋ ਵੀ ਹੈਗੀ ਆ, ਉਹ ਇਸ ਪਾਸਿਓਂ, ਤਾਂ ਕਿ ਇਹ ਬਿਮਾਰੀ ਜਿਹੜੀ ਆ ਉਹ ਫੈਲ ਨਾ ਸਕੇ। ਜਿੱਥੇ ਕਹਿ ਚੁੱਕੇ ਬੇਮ ਕਮਿਊਨਿਟੀ, ਜਿਹਦੇ ਵਿੱਚ ਅਸੀਂ ਵੀ ਆਉਣੇ ਹੈਗੇ ਆ, ਬਲੈਕ ਏਸ਼ੀਅਨ ਐਥਨਿਕ ਮਿਨੋਰਿਟੀ ਜਿਹੜੀਆਂ ਹੈਗੀਆਂ, ਉਹਨਾਂ ਦੀਆਂ ਡੈਥਾਂ ਸਾਰੀਆਂ ਨਾਲੋਂ ਜ਼ਿਆਦਾ ਹੋ ਚੁੱਕੀਆਂ ਹੈਗੀਆਂ। ਉਹਨੂੰ ਅਸੀਂ ਇਸੇ ਤਰੀਕੇ ਨਾਲ ਰੋਕ ਸਕਦੇ ਹਾਂ, ਜਿਹੜੀ ਇਹ ਡਾਕਟਰਸ ਨੇ ਸਾਨੂੰ ਇਹ ਐਡਵਾਈਸ ਦਿੱਤੀ ਹੈ। ਡਾਕਟਰਸ ਨੇ ਬਹੁਤ ਮਿਹਨਤ ਕਰਕੇ ਸਲਾਈਡਾਂ ਤਿਆਰ ਕਰਕੇ ਇਹ ਸਿੱਖ ਚੈਨਲ ਦੇ ਇਹ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀਆਂ ਹਨ। ਤੇ ਮੈਂ ਇਹਨਾਂ ਦਾ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਮੈਂ ਉਮੀਦ ਕਰਦਾ ਕਿ ਅਗਰ ਇਹਨਾਂ ਨੂੰ ਅਸੀਂ ਹੋਰ ਬੇਨਤੀ ਕੀਤੀ ਤੇ ਜਾਂ ਇਹਦੇ ਵਿੱਚ ਕੋਈ ਹੋਰ ਡਿਵੈਲਪਮੈਂਟ ਹੋਏਗੀ, ਉਹ ਸਾਨੂੰ ਦੱਸ ਸਕਦੇ ਤੇ ਅਸੀਂ ਫਿਰ ਤੁਹਾਡੇ ਸਾਹਮਣੇ ਇਹੋ ਜਿਹਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤੇ ਹੁਣ ਡਾਕਟਰ ਰਜਿੰਦਰ ਜੀ ਵੱਲੋਂ, ਡਾਕਟਰ ਤਰਵਿੰਦਰ ਜੀ ਵੱਲੋਂ ਤੇ ਡਾਕਟਰ ਸਰਪ੍ਰੀਤ ਵੱਲੋਂ ਤੇ ਮੇਰੇ ਵੱਲੋਂ ਤੇ ਕਿਸੇ ਕਿਸਮ ਦੀ ਮੈਂ ਗਲਤੀ ਕਰ ਰਿਹਾ ਹਾਂ, ਕਿਉਂਕਿ ਮੈਂ ਅੱਗੇ ਵੀ ਕਹਿ ਚੁੱਕਾ ਕਿ ਮੈਡੀਕਲੀ ਤੌਰ ਦੇ ਉੱਤੇ ਕਈ ਵਾਰੀ ਇਹੋ ਜਿਹੇ ਲਫ਼ਜ਼ ਹੈਗੇ ਜਿਹੜੇ ਨਹੀਂ ਕਹੇ ਜਾਂਦੇ, ਤੇ ਮੈਂ ਉਹਦੀ ਜ਼ਰੂਰ ਖਿਮਾ ਮੰਗਦਾ ਹੈਗਾ। ਤੋ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਆਓ ਰਲ ਕੇ ਵਿਦਾਇਗੀ ਦੀ ਫਤਿਹ ਬੁਲਾਈਏ, ਤੇ ਫਿਰ ਇਸੇ ਤਰ੍ਹਾਂ ਹੋਰ ਪ੍ਰੋਗਰਾਮ ਲੈ ਕੇ ਆਪਦੇ ਸਾਹਮਣੇ ਮੈਂ ਹਾਜ਼ਰ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।